ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵੈਲਕਮ ਬੈਕ ਦੋਸਤੋ। ਵੌਇਸ ਆਫ ਸਿਟੀ 1320 AM ਤੇ ਤੁਸੀਂ ਇਸ ਵਕਤ ਸੁਣਦੇ ਤੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਦਿਲਬਾਗ ਸਿੰਘ ਚਾਵਲਾ। ਔਰ ਸਨ 2004 ਦੇ ਵਿੱਚ ਜਦੋਂ ਪਹਿਲੀ ਵਾਰੀ ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਲਾਲ ਰੰਗ ਦੀ ਹੀ ਦਸਤਾਰ ਸਜਾਈ ਸੀ ਅਤੇ ਬਹੁਤ ਹੀ ਹਸਮੁਖ ਕਰਦਾ ਚਿਹਰਾ ਤੁਸੀਂ ਵੇਖਿਆ ਹੋਣਾ। ਬੜੇ ਠੰਮੇ ਦੇ ਨਾਲ, ਬੜੇ ਸਹਿਣਸ਼ੀਲਤਾ ਦੇ ਨਾਲ ਹਰ ਸਵਾਲ ਦਾ ਜਵਾਬ ਦਿੰਦੇ ਸਨ ਉਦੋਂ ਤੋਂ ਲੈ ਕੇ ਹੁਣ ਤੱਕ। ਅਤੇ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਾਅਦ ਜਦੋਂ ਕਿਸੇ ਰੇਡੀਓ 'ਤੇ ਪਹੁੰਚੇ ਸਨ ਤਾਂ ਉਹ ਵਾਹਿਦ ਊਕਵਿਲ ਦੇ ਸਾਡਾ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਸਨ 2004 ਦਾ। ਉਹ ਪਲ ਮੈਨੂੰ ਅਜੇ ਵੀ ਯਾਦ ਹੈ ਜਦੋਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਇਹਨਾਂ ਦੀ ਭਾਸ਼ਾ ਜਿਹੜੀ ਪੰਜਾਬੀ ਹੈ ਉਹ 'ਤੇ ਪੂਰੀ ਕਮਾਂਡ ਜਦੋਂ ਇਹ ਸ਼ੁੱਧਤਾ ਦੇ ਨਾਲ ਬੋਲਦੇ ਨੇ ਪੁੱਛਿਆ ਗਿਆ ਤਾਂ ਫਿਰ ਇਹਨਾਂ ਨੇ ਉਦੋਂ ਇੱਕ ਰਾਜਨੀਤੀ ਕੀਤੀ ਸੀ ਕਿ ਸਾਰੇ ਹੀ ਨਾਨਾ ਨਾਨੀ ਦਾਦਾ ਦਾਦੀ ਇਕੱਠੇ ਹੀ ਲੈ ਰਹੇ ਸੀ ਵਿੱਚ, ਕਿ ਕਿਸੇ ਨੂੰ ਇਹ ਨਾ ਹੋਵੇ ਕਿ ਬਈ ਮੈਂ ਜੇ ਨਾਨਕੇ ਗਿਆ ਤਾਂ ਮੁੜ ਕੇ ਕਹਿਣਗੇ ਤੇ ਰੇਡੀਓ ਪ੍ਰੋਗਰਾਮ ਉਦੋਂ ਸੁਣਦੇ ਹੁੰਦੇ ਸੀ ਨਾ ਕੰਨ ਲਾ ਕੇ ਟੈਲੀਵਿਜ਼ਨ ਵਾਂਗੂ। ਹਾਂਜੀ ਨਵਦੀਪ ਜੀ ਹੱਸ ਪਏ, ਪਹਿਲਾਂ ਵੈਲਕਮ ਕਰ ਲੈਂਦੇ ਹਾਂ ਜੀ। ਵੈਲਕਮ ਜੀ, ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਤੁਹਾਨੂੰ। ਤੇ ਮੈਨੂੰ ਲੱਗਦਾ ਅੰਜੂ ਵੀ ਤੁਹਾਡੇ ਨਾਲ ਹੈ ਜੀ। ਅੱਜ ਸਟੇ ਹੋਮ ਵਾਲਾ ਕੰਮ ਚੱਲਦਾ ਪਿਆ ਜੀ। ਹਾਂਜੀ ਨੋ ਪ੍ਰੋਬਲਮ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ। ਮੈਂ ਇੱਕ ਦੋ ਲਫ਼ਜ਼ ਹੋਰ ਪਹਿਲਾਂ ਕਹਿ ਲਵਾਂ ਕਿਉਂਕਿ 2004 ਤੋਂ ਲੈ ਕੇ ਹੁਣ ਤੱਕ ਜਦੋਂ ਵੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਬੜੇ ਠਰਮੇ ਨਾਲ ਹੋਈ ਹੈ। ਅਤੇ ਅੱਜ ਵੀ 6 ਵਾਰ ਤੁਸੀਂ ਚੋਣ ਮੈਦਾਨ ਦੇ ਵਿੱਚ ਆਏ ਔਰ ਇੱਕ ਵਾਰ ਚਲੋ ਜਦੋਂ ਮੈਦਾਨ ਦੇ ਵਿੱਚ ਕੋਈ ਦੋ ਪਹਿਲਵਾਨ ਆਉਂਦੇ ਨੇ ਇੱਕ ਦੀ ਜਿੱਤ ਯਕੀਨੀ ਹੁੰਦੀ ਹੈ, ਇੱਕ ਵਾਰ ਕਾਮਯਾਬੀ ਨਹੀਂ ਮਿਲੀ ਪਰੰਤੂ ਸਮੇਂ ਦਰ ਸਮੇਂ ਤੁਸੀਂ ਜਿੱਤ ਪ੍ਰਾਪਤ ਕੀਤੀ ਅਤੇ ਹਾਰਨ ਤੋਂ ਬਾਅਦ ਵੀ ਲਗਾਤਾਰ ਲੱਗੇ ਰਹੋ। ਮੁੰਨਾ ਬਾਈ ਦੇ ਤਰਜ਼ 'ਤੇ ਤੁਸੀਂ ਪਾਰਟੀ ਦੇ ਵਰਕਰ ਦੇ ਤੌਰ 'ਤੇ, ਸਿਪਾਹੀ ਦੇ ਤੌਰ 'ਤੇ ਪਾਰਟੀ ਨੂੰ ਖੜ੍ਹਾ ਕਰਨ ਦੇ ਵਿੱਚ ਅਤੇ ਪਾਰਟੀ ਵਿੱਚ ਜਿਹੜੀਆਂ ਖਾਮੀਆਂ ਸੀ ਦੂਰ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ। ਜਸਟਿਨ ਟਰੂਡੋ ਦਾ ਲੰਗੋਟੀਆ ਯਾਰ ਕਿਹਾ ਜਾਂਦਾ ਤੁਹਾਨੂੰ, ਕੋਈ ਦੂਰਾਵਾਂ ਨਹੀਂ। ਅਸੀਂ ਮੀਡੀਆ ਦੇ ਵਿੱਚ ਲੋਕਾਂ 'ਚ ਵਿਚਰਦੇ ਹਾਂ ਔਰ ਉਹਦੇ ਬਾਰੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਨੈਕਸਟ ਟੂ ਪ੍ਰਾਈਮ ਮਿਨਿਸਟਰ ਜੇ ਹਨ ਤਾਂ ਉਹ ਭਾਵੇਂ ਕਿ ਹੋਰ ਵੀ ਹਨ ਪਰੰਤੂ ਸਾਡੇ ਭਾਈਚਾਰੇ ਦੇ ਵਿੱਚ ਬੜੇ ਮਾਣ ਦੇ ਨਾਲ ਤੁਹਾਡੇ ਚਾਹੁਣ ਵਾਲੇ ਅਤੇ ਨਾ ਚਾਹੁਣ ਵਾਲਿਆਂ ਦੀ ਲਿਸਟ ਵੀ ਹੁੰਦੀ ਹੈ ਜਿਵੇਂ ਮੇਰੀ ਹੈ। ਉਹ ਕਹਿੰਦੇ ਨੇ ਕਿ ਨੈਕਸਟ ਟੂ ਪ੍ਰਾਈਮ ਮਿਨਿਸਟਰ ਨਵਦੀਪ ਬੈਂਸ ਹਨ। ਜੇ ਕੋਈ ਗੱਲ ਕਰਨੀ ਹੋਵੇ ਤਾਂ ਨਵਦੀਪ ਬੈਂਸ ਕੋ ਕਹਿ ਕੇ ਕਰਵਾਈ ਜਾ ਸਕਦੀ ਹੈ। ਭਾਈਚਾਰੇ ਦੀ ਜਾਂ ਕਮਿਊਨਿਟੀ ਦੀ ਜਾਂ ਹੋਰ ਕੋਈ ਮਸਲਾ ਹੈ ਤਾਂ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਕੀਤੀ ਜਾ ਸਕਦੀ ਸੀ ਵਾਇਆ, ਹੁਣ ਵੀ ਤੁਹਾਡੇ ਨਾਲ ਹੋ ਸਕਦੀ ਹੈ। ਔਰ ਨਵਦੀਪ ਬੈਂਸ ਜਦੋਂ ਸੱਜੀ ਬਾਂਹ ਪਚਾਰਿਆ ਜਾਂਦਾ ਸੀਗਾ ਨਵਦੀਪ ਬੈਂਸ ਉਹਨਾਂ ਨੂੰ ਜਸਟਿਨ ਟਰੂਡੋ ਹੋਣ ਦਾ, ਭਾਵੇਂ ਕਿ ਤੁਹਾਨੂੰ ਹੁਣ ਕੁਝ ਸਵਾਲ ਜਦੋਂ ਕਰਾਂਗੇ ਉਹਨਾਂ ਦੇ ਜਵਾਬ ਤੁਸੀਂ ਆਪਣੇ ਆਪ ਦੇਣੇ ਨੇ। ਕੈਨੇਡਾ ਦੀ ਰਾਜਨੀਤੀ ਵਿੱਚ ਜਦੋਂ ਕੁਝ ਦਿਲਚਸਪੀ ਰੱਖਣ ਵਾਲੇ ਚਾਹੇ ਕਿਤਾਬ ਲਿਖਣਗੇ ਚਾਹੇ ਰਾਜਨੀਤੀ ਲਿਖਣਗੇ ਤਾਂ ਸਾਡੇ ਜਿਸ ਧਰਤੀ ਤੋਂ ਗਦਰੀ ਬਾਬਿਆਂ ਨੂੰ ਵਾਪਸ ਮੋੜਿਆ ਗਿਆ ਉਸ ਧਰਤੀ 'ਤੇ ਸਰਦਾਰ ਗੁਰਬਖਸ਼ ਸਿੰਘ ਮੱਲੀ ਮੈਂਬਰ ਪਾਰਲੀਮੈਂਟ ਤੋਂ ਬਾਅਦ ਤੁਸੀਂ ਇੱਕ ਅਜਿਹੇ ਦਸਤਾਰਧਾਰੀ ਹੋ ਜਿਨ੍ਹਾਂ ਨੇ ਜਾ ਕੇ ਮੈਂਬਰ ਪਾਰਲੀਮੈਂਟ ਦੇ ਐਜ਼ ਇੱਕ ਆਪਣੇ ਹਲਕੇ ਦਾ ਨਾਂ ਰੌਸ਼ਨ ਕੀਤਾ, ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਅਤੇ ਇੱਕ ਅਜਿਹੇ ਮਕਾਮ 'ਤੇ ਪਹੁੰਚੇ। ਇਹੋ ਜਿਹੇ ਕੱਦ ਦੀ ਇੱਕ ਤੁਹਾਡੇ ਕੋਲ ਪਦਵੀ ਸੀ ਜਿਹੜੀ ਮੇਰੇ ਖਿਆਲ ਦੇ ਵਿੱਚ ਹਰ ਬੰਦਾ ਸੋਚਦਾ ਹੈ ਕਿ ਮੈਂ ਇਸ ਮਕਾਮ 'ਤੇ ਪਹੁੰਚਾਂ। ਔਰ ਜਦੋਂ ਇਹ ਤੁਹਾਡੀਆਂ ਖਬਰਾਂ ਛਪੀਆਂ, ਗੱਲਾਂ ਬਾਤਾਂ ਹੋਈਆਂ ਅਤੇ ਚਰਚਾ ਦਿਵਸ ਸੀ ਕਿ ਲਿਬਰਲ ਪਾਰਟੀ ਦੇ ਵਿੱਚ ਕੈਨੇਡਾ ਦੀ ਮੈਂਬਰ ਪਾਰਲੀਮੈਂਟ ਦੇ ਵਿੱਚ ਪੰਜਾਬੀਆਂ ਦੀ, ਭਾਰਤੀਆਂ ਦੀ ਬੱਲੇ ਬੱਲੇ, ਉਹਦੇ ਵਿੱਚ ਸਾਡਾ ਵੀਰ ਨਵੀਨਤਾ ਵਿਗਿਆਨ ਅਤੇ ਉਦਯੋਗ ਦੇ ਅਹੁਦੇ 'ਤੇ ਪਹੁੰਚਣਾ ਕੋਈ ਛੋਟੀ ਗੱਲ ਨਹੀਂ, ਨਵਦੀਪ ਬੈਂਸ ਪਹੁੰਚੇ। ਸੋ ਹੁਣ ਜਦੋਂ ਯਕਦਮ ਇਹ ਖਬਰ ਆਈ ਹੈ, ਮੈਂ ਉਦੋਂ 9:00 'ਤੇ ਸ਼ੋਅ ਕਰ ਰਿਹਾ ਸੀ ਜਦੋਂ ਖਬਰ ਆਈ CBC ਦੀ, ਕੱਛ 'ਚੋਂ ਮੁੰਗਲਾ ਕੱਢਿਆ ਹੈ, ਹੈਰਾਨ ਹੋ ਗਏ। ਨਵਦੀਪ ਬੈਂਸ ਰਾਜਨੀਤੀ ਤੋਂ ਸੰਨਿਆਸ, ਨੈਕਸਟ ਟੂ ਪ੍ਰਾਈਮ ਮਿਨਿਸਟਰ ਤੱਕ ਪਹੁੰਚਣ ਵਾਲਾ ਨਾਮ ਸੋਚਿਆ ਜਾ ਰਿਹਾ, ਵਿਚਾਰਿਆ ਜਾ ਰਿਹਾ ਕਿ ਜੇ ਅਗਲਾ ਹੋ ਸਕਦਾ ਤਾਂ ਨਵਦੀਪ ਬੈਂਸ ਹੋ ਸਕਦੇ ਨੇ। ਔਰ ਯਕਦਮ ਤੁਹਾਡਾ ਇਹ ਬਿਆਨ ਪੜ੍ਹ ਕੇ ਅਚੰਭਾ ਹੋਇਆ ਸਾਨੂੰ ਵੀ, ਤੇ ਬੜੇ ਫੋਨ ਕਰਕੇ ਉਦੋਂ ਵੀ ਟੈਕਸਟ ਮੈਸੇਜ ਵੀ ਆਏ ਹੈ ਮਤਲਬ ਅਜੇ ਤੱਕ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਹੈ। ਸੋ ਤੁਹਾਡਾ ਸਵਾਗਤ ਕਰਦੇ ਹਾਂ ਓਫੀਸ਼ਲੀ। ਪਹਿਲਾਂ ਤਾਂ ਵੈਲਕਮ ਇੱਕ ਵਾਰੀ ਫਿਰ ਤੋਂ, ਅਤੇ ਕੁਝ ਸਵਾਲ ਹੋਣਗੇ ਜਵਾਬ ਹੋਣਗੇ, ਆਪਾਂ ਗੱਲਾਂ ਬਾਤਾਂ ਕਰਾਂਗੇ। ਹਾਂਜੀ ਸਵਾਗਤ ਹੈ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਫਿਰ ਮੌਕਾ ਦਿੱਤਾ। ਜਿਹੜਾ ਤੁਸੀਂ ਜ਼ਿਕਰ ਕਰਦੇ ਸੀ 2004 'ਚ ਵੀ ਮੌਕਾ ਦਿੱਤਾ ਜਦੋਂ ਮੈਂ ਸਿਆਸਤ 'ਚ ਸ਼ੁਰੂ ਕੀਤਾ ਹਿੱਸਾ ਪਾਉਣਾ, ਤਾਂ ਅੱਜ ਤੱਕ ਵੀ ਤੁਸੀਂ ਮੌਕਾ ਦੇ ਰਹੇ। ਸੋ ਥੈਂਕ ਯੂ ਵੈਰੀ ਮਚ ਫॉर ਦਿਸ। ਪਹਿਲਾਂ ਥੋੜ੍ਹਾ ਜਿਹਾ ਜਿਹੜੇ ਨਵੇਂ ਬਹੁਤ ਸਾਰੇ ਇਸ ਵਕਤ ਦਰਸ਼ਕ ਸਰੋਤੇ, ਕਿਉਂਕਿ ਅਸੀਂ ਹੁਣ ਉਦੋਂ ਓਨਟਾਰੀਓ ਦੇ ਬੇਸ ਰੇਡੀਓ 'ਤੇ ਗੱਲ ਕਰਦੇ ਸਾਂ, ਹੁਣ YouTube 'ਤੇ, Facebook 'ਤੇ, ਸੋਸ਼ਲ ਨੈਟਵਰਕ ਮੀਡੀਆ 'ਤੇ, IPTV ਬਾਕਸ 'ਤੇ ਵੱਖ-ਵੱਖ ਸਾਡੇ ਜਿਹੜੇ ਐਪਸ ਨੇ ਰੇਡੀਓ ਪ੍ਰੋਗਰਾਮ ਦੇ ਬਹੁਤ ਸਾਰੇ ਸਰੋਤੇ ਨਵੇਂ ਹੋਣਗੇ। ਆਪਣੇ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦੇ ਦਿਓ, ਫਿਰ ਆਪਾਂ ਸਵਾਲਾਂ ਦਾ ਸਿਲਸਿਲਾ 'ਤੇ ਪੁੱਛਣਾ ਹੀ ਪੁੱਛਣਾ। ਬਿਲਕੁਲ ਵੀਰ ਜੀ, ਮੇਰੀ ਕਹਾਣੀ ਵੈਰੀ ਸਿਮਿਲਰ ਟੂ ਮੈਨੀ ਇਮੀਗ੍ਰੈਂਟ ਕਹਾਣੀ। ਮੇਰੇ ਪਿਤਾ ਜੀ 1970 ਦੇ ਵਿੱਚ 1972 ਦੇ ਵਿੱਚ ਕੈਨੇਡਾ ਪਹੁੰਚੇ। ਉਦੋਂ ਜੇਬ ਦੇ ਵਿੱਚ $5 ਹੀ ਸੀਗੇ
ਪਰ ਉਹਨਾਂ ਨੇ ਮਿਹਨਤ ਕੀਤੀ, ਉਹਨਾਂ ਨੇ ਆਪਣਾ ਬਿਜ਼ਨਸ ਦਾ ਕਾਰੋਬਾਰ ਚਲਾਇਆ ਤਾਂ ਰਿਟਾਇਰ ਹੋਏ। ਤਾਂ ਹੁਣ ਉਹਨਾਂ ਨੇ ਉਸ ਸਮੇਂ ਦੇ ਵਿੱਚ ਮੈਨੂੰ ਕਿਹਾ ਕਿ ਲੋਕ ਨਵਦੀਪ, ਜੇ ਸਾਨੂੰ ਇੰਨਾ ਕੁਛ ਮਿਲਿਆ ਤਾਂ ਕੈਨੇਡਾ ਕਰਕੇ ਮਿਲਿਆ, ਸੋ ਜੇ ਸਿਆਸਤ 'ਚ ਮੌਕਾ ਮਿਲਦਾ ਜੂ ਸੇਵਾ ਕਰੀਏ। ਸੋ 2004 ਦੇ ਵਿੱਚ ਮੈਂ ਹਿੱਸਾ ਪਾਇਆ। ਮੇਰੀ ਬੈਕਗਰਾਉਂਡ ਇੱਥੇ ਦਾ ਜੰਪਰ ਹੈ ਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ। ਮੇਰੇ ਨਾਨਾ ਨਾਨੀ ਜੀ ਨੇ ਮੈਨੂੰ ਪੰਜਾਬੀ ਸਿਖਾਈ ਬਚਪਨ ਤੋਂ ਲਾ ਕੇ, ਘਰ 'ਚ ਉਹਨਾਂ ਨਾਲ ਰਿਹਾ ਜੀ, ਬਜ਼ੁਰਗਾਂ ਦੇ ਨਾਲ। ਇੱਥੇ ਪੜ੍ਹਿਆ ਲਿਖਿਆ ਜੀ, ਯਾਰਕ ਯੂਨੀਵਰਸਿਟੀ ਗਿਆ, ਯੂਨੀਵਰਸਿਟੀ ਆਫ ਵਿੰਜ਼ਰ ਆਪਣੀ MBA ਕੀਤੀ, ਅਕਾਊਂਟਿੰਗ ਡੈਜ਼ਿਗਨੇਸ਼ਨ ਵੀ ਆ। ਮੈਂ ਆਪਣੀ ਜਿਹੜੀ ਵਾਈਫ ਬ੍ਰਹਮਜੋਤ ਹੈ ਉਹਨੂੰ ਯਾਰਕ ਯੂਨੀਵਰਸਿਟੀ ਮਿਲਿਆ। ਸਾਡੇ ਕੋਲ 2 ਬੱਚੇ ਆ, ਕਿਰਪਾ ਕੌਰ ਤੇ ਨਾਨਕੀ ਕੌਰ। ਤਾਂ ਬੇਸਿਕਲੀ ਉਸ ਸਮੇਂ ਤੋਂ ਲੱਗ ਕੇ ਮੈਂ ਪੋਲਿਟਿਕਸ ਵਿੱਚ ਇਨਵੋਲਵ ਰਿਹਾ। ਜੋ 2011 'ਚ ਹਾਰਿਆ, ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਉਦੋਂ ਮੈਂ ਰਾਇਰਸਨ ਯੂਨੀਵਰਸਿਟੀ, ਵਾਟਰਲੂ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਵਾਟਰਲੂ ਤੇ ਉੱਥੇ ਬੱਚੇ ਨੂੰ ਪੜ੍ਹਾਇਆ। ਫਿਰ ਜਸਟਿਨ ਟਰੂਡੋ ਦੀ ਲੀਡਰਸ਼ਿਪ 'ਚ ਇਨਵੋਲਵ ਹੋਏ ਤਾਂ ਉਹਨਾਂ ਪਿਛਲੇ 5 ਸਾਲ 'ਚ ਦ ਮਿਨਿਸਟਰ ਆਫ ਇਨੋਵੇਸ਼ਨ, ਇੰਡਸਟਰੀ ਐਂਡ ਸਾਇੰਸ ਦਾ ਜ਼ਿੰਮੇਵਾਰੀ ਮੈਂ ਨਿਭਾਈ ਸੀ। ਦੇ ਲਿਟਲ ਟਵਿਸਟ ਪਹਿਲਾਂ ਨਹੀਂ ਦੱਸਿਆ ਸ਼ਾਇਦ ਤੁਸੀਂ ਕਿ ਰੌਲਕ ਯੂਨੀਵਰਸਿਟੀ ਦੇ ਵਿੱਚ ਤੁਸੀਂ ਮਿਲੇ ਆਪਣੇ ਬੈਟਰ ਹਾਫ ਨੂੰ। ਮੈਂ ਲਵ ਮੈਰਿਜ ਹੈ। ਲੋਕ ਇਹ ਮੈਂ ਕਿ ਹੁਣ ਦੱਸ ਹੀ ਦੇਵਾਂ ਜੀ ਕਿ ਹੁਣ ਸਿਆਸਤ ਤੋਂ ਨਿਕਲ ਰਹੇ ਹਾਂ, ਸੋ ਦੱਸ ਹੀ ਦਈਏ। ਵਾਓ, ਵੰਡਰਫੁਲ। ਕਿੱਥੋਂ ਸ਼ੁਰੂ ਕਰਾਂ ਸਮਝ ਨਹੀਂ ਲੱਗਦੀ। ਇੱਕਦਮ ਅਚੰਭਾ ਲੱਗਾ ਹੈ ਤੁਹਾਡੇ ਚਾਹੁਣ ਵਾਲਿਆਂ ਨੂੰ, ਤੁਹਾਡੇ ਵੋਟਰ ਸਪੋਰਟਰ ਸਹਿਯੋਗੀਆਂ ਨੂੰ, ਕਿ ਜਿਸ ਮੁਕਾਮ ਤੇ ਨਵਦੀਪ ਬੈਂਸ ਹੈ ਉਸ ਮੁਕਾਮ ਤੇ ਪਹੁੰਚ ਕੇ ਇਹਦੀ ਛੋਟੀ ਉਮਰ ਦੇ ਵਿੱਚ, ਮੈਨੂੰ ਪਤਾ ਤੁਸੀਂ ਏਜ ਦੇ ਵਿੱਚ ਮੇਰੇ ਨਾਲੋਂ ਛੋਟੇ ਹੋ, ਕਿਉਂਕਿ ਮੈਂ ਉਦੋਂ ਆਪਾਂ ਗੱਲਾਂ ਬਾਤਾਂ ਕਰਦੇ ਸੀ, ਤੁਸੀਂ ਆਪਣੀ ਏਜ ਦੱਸੀ ਸੀਗੀ। ਯਕਦਮ ਇਹ ਫੈਸਲਾ ਲੈਣਾ ਮਤਲਬ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ। ਪਹਿਲਾਂ ਤਾਂ ਇਹਦੇ ਬਾਰੇ ਦੱਸੋਗੇ ਕੀ ਕਾਰਨ ਹੈ? ਇਹਦੇ ਕਾਰਨ ਤਾਂ 2 ਆ ਵੀਰ ਜੀ। ਪਹਿਲਾ ਕਾਰਨ ਹੈਗਾ ਆ ਨਾਨਕੀ ਕੌਰ, ਮੇਰੀ ਬੇਟੀ 13 ਸਾਲ ਦੀ, ਤੇ ਦੂਜਾ ਕਾਰਨ ਆ ਕਿਰਪਾ ਕੌਰ, ਮੇਰੀ ਦੂਜੀ ਬੇਟੀ 10 ਸਾਲ ਦੀ। ਤੁਹਾਨੂੰ ਪਤਾ ਹੈ ਕਿ 17 ਸਾਲ ਹੋ ਗਏ ਮੈਨੂੰ ਸਿਆਸਤ ਦੇ ਵਿੱਚ। 2004 ਸ਼ੁਰੂ ਕੀਤੀ ਜਰਨੀ। ਤੁਸੀਂ ਆਪ ਵੀ ਮੈਂਸ਼ਨ ਕੀਤਾ ਕਿ 6 ਇਲੈਕਸ਼ਨ ਹੈ, 6 ਇਲੈਕਸ਼ਨਾਂ ਦੇ ਵਿੱਚ ਹਿੱਸਾ ਪਾਇਆ, ਜਿੱਤ ਵੀ ਦੇਖੀ, ਹਾਰ ਵੀ ਦੇਖੀ। ਪਰ ਜਦੋਂ ਇਸ ਛੁੱਟੀਆਂ ਦੇ ਦੌਰਾਨ ਦੇ ਵਿੱਚ ਪਰਿਵਾਰ ਨਾਲ ਸਮਾਂ ਮਿਲਿਆ, ਚੱਜ ਨਾਲ ਬੈਠ ਕੇ ਗੱਲਬਾਤ ਕਰਨ ਨੂੰ, ਤੇ ਮੇਰੀ ਵੱਡੀ ਬੇਟੀ ਨੇ ਇੱਕ ਵਧੀਆ ਗੱਲ ਕੀਤੀ ਮੇਰੇ ਨਾਲ ਕਿ ਪਿਤਾ ਜੀ, ਜੇ ਤੁਸੀਂ ਅਗਲੀ ਇਲੈਕਸ਼ਨ ਦੀ ਚੋਣ ਦੇ ਵਿੱਚ ਹਿੱਸਾ ਪਾਉਂਦੇ ਆ, ਜੇ ਤੁਸੀਂ ਜਿੱਤਦੇ ਆ, ਤਾਂ ਜਦੋਂ ਤੁਸੀਂ ਸਿਆਸਤ 'ਚੋਂ ਖਤਮ ਕਰਕੇ ਘਰ ਵਾਪਸ ਆਉਂਗੇ, ਉਦੋਂ ਮੈਂ ਮੋਸਟ ਲਾਈਕਲੀ ਯੂਨੀਵਰਸਿਟੀ ਚੱਲ ਜਾਣਾ। ਐਂਡ ਮੈਂ ਬੜਾ ਮਹਿਸੂਸ ਕੀਤਾ, ਕਿਉਂਕਿ ਮੇਰਾ ਪਿਛਲਾ ਬਰਥਡੇ ਵੀ ਅਸੀਂ ਕੈਂਪੇਨ 'ਚ ਮਨਾਇਆ, ਕਿਉਂਕਿ ਸਮਾਂ ਇੱਦਾਂ ਦਾ ਸੀਗਾ ਜਿੱਥੇ ਕੈਂਪੇਨ ਚੱਲ ਰਿਹਾ ਸੀਗਾ। ਤੁਹਾਡਾ ਬਰਥਡੇ ਸੀਗਾ, ਬਰਥਡੇ ਮਿਸ ਵੀ ਕੀਤੇ, ਸਕੂਲ ਦੇ ਵਿੱਚ ਜਿਹੜੇ ਫੰਕਸ਼ਨ ਸੀ ਉਹ ਵੀ ਮਿਸ ਕੀਤੇ। ਤਾਂ ਮੈਨੂੰ ਇਹ ਵੀ ਪਤਾ ਹੈ ਕਿ ਪਰਿਵਾਰ ਬਹੁਤ ਇੱਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ। ਇਟਸ ਅ ਵੈਰੀ ਇੰਪੋਰਟੈਂਟ ਪਾਰਟ ਆਫ ਵਨਸ ਲਾਈਫ। ਤੇ ਇਹ ਥੋੜਾ ਹੀ ਸਮਾਂ ਮਿਲਦਾ ਬੱਚਿਆਂ ਦੇ ਨਾਲ। ਜਦੋਂ ਵੱਡੇ ਹੋ ਜਾਂਦੇ ਫਿਰ ਆਪਣੇ ਕੰਮਾਂ ਕਾਰਾਂ ਦੇ ਵਿੱਚ, ਆਪਣੇ ਹੋਰ ਜ਼ਿੰਮੇਵਾਰੀਆਂ ਦੇ ਵਿੱਚ ਬਿਜ਼ੀ ਹੋ ਜਾਂਦੇ ਆ। ਸੋ ਮੈਂ ਮਹਿਸੂਸ ਕੀਤਾ ਕਿ ਹੁਣ 17 ਸਾਲਾਂ ਬਾਅਦ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਕਿ ਮੈਂ ਬੇਟੀਆਂ ਦੇ ਨਾਲ, ਪਰਿਵਾਰ ਦੇ ਨਾਲ ਹੋਰ ਸਮਾਂ ਸਪੈਂਡ ਕਰਾਂ। ਐਂਡ ਮੈਂ ਪ੍ਰਾਈਮ ਮਿਨਿਸਟਰ ਨੂੰ ਪਿਛਲੇ ਹਫ਼ਤੇ ਦੱਸਿਆ, ਵੀਰ ਜੀ ਮੰਡੇ ਦੀ ਗੱਲ ਆ, ਅਸੀਂ 1 ਘੰਟਾ ਬਾਹਰ ਸੈਰ ਲੈ ਗਏ, ਆਪਣੇ ਇਹਦੇ ਬਾਰੇ ਗੱਲਬਾਤ ਕੀਤੀ। ਤਾਂ ਮੈਂ ਵੈਰੀ ਕਲੀਅਰ ਸੀਗਾ ਪ੍ਰਾਈਮ ਮਿਨਿਸਟਰ ਨੂੰ ਕਿ ਮੈਂ ਬਹੁਤ ਹੀ ਕਿਸਮਤ ਵਾਲਾ ਕਿ ਮੈਨੂੰ ਉਹਨਾਂ ਦਾ ਫੇਥ, ਟਰਸਟ, ਜ਼ਿੰਮੇਵਾਰੀ ਉਹਨਾਂ ਨੇ ਮੈਨੂੰ ਦਿੱਤੀ ਇੰਡਸਟਰੀ ਪੋਰਟਫੋਲੀਓ ਦੀ। ਐਂਡ ਮੈਂ ਕਮਿਊਨਿਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ, ਜਿਹੜੇ ਹੁਣ ਲਿਸਨਰਸ ਆ। ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਡਿਸੀਜ਼ਨ ਲਿਆ ਮੈਂ ਸੋਚ ਸਮਝ ਕੇ ਲਿਆ ਆ, ਪਰਿਵਾਰ ਦੇ ਨਾਲ ਸੋਚ ਕੇ, ਬੇਟੀਆਂ ਦੇ ਨਾਲ ਸੋਚ ਕੇ, ਵਾਈਫ ਦੇ ਨਾਲ ਸੋਚ ਕੇ ਲਿਆ। But I am so thankful to the community. ਜਿਨ੍ਹਾਂ ਨੇ ਸ਼ੁਰੂ ਤੋਂ ਮੇਰਾ ਸਾਥ ਦਿੱਤਾ। ਸੌਰੀ ਟੂ ਇੰਟਰਰਪਟ, ਸਵਾਲ ਪੈਦਾ ਹੁੰਦਾ ਕਿ ਜਦੋਂ ਤੁਸੀਂ ਨੋਮੀਨੇਸ਼ਨ ਲੜਦੇ ਹੋ ਉਦੋਂ ਤੁਸੀਂ ਡੋਰ ਟੂ ਡੋਰ ਮੈਂਬਰ ਬਣਾਉਣ ਵਾਸਤੇ ਆਪਣੀ ਪਾਰਟੀ ਦੇ ਦਰਵਾਜ਼ਾ ਖੜਖੜਾਉਂਦੇ ਹੋ, ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਨੇ, ਤੁਹਾਡੀਆਂ ਪਾਲਿਸੀਜ਼ ਤੋਂ ਪ੍ਰਭਾਵਿਤ ਹੁੰਦੇ ਨੇ, ਤੁਹਾਡੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਨੇ। ਉਦੋਂ ਤੁਸੀਂ ਨੋਮੀਨੇਸ਼ਨ ਜਿੱਤਦੇ ਹੋ ਤਾਂ ਫਿਰ ਉਹਨਾਂ ਦਾ ਸਹਿਯੋਗ ਹੁੰਦਾ। ਮੈਨੂੰ ਪਤਾ ਜਿਵੇਂ ਤੁਸੀਂ ਨੋਮੀਨੇਸ਼ਨ ਉਸ ਵਕਤ ਦੇ ਸੀਨ ਮੈਨੂੰ ਯਾਦ ਨੇ, ਕੱਲੀ ਕੱਲੀ ਗੱਲ ਮੈਨੂੰ ਯਾਦ ਹੈ। ਨੋਮੀਨੇਸ਼ਨ ਚੁਣਨ ਤੋਂ ਬਾਅਦ ਉਹ ਤਾਂ ਸਹਿਮਤੀ ਹੋ ਗਈ ਤੁਹਾਡੇ ਵੋਟਰਾਂ ਦੀ, ਸਪੋਰਟਰਾਂ ਦੀ, ਫਟੇ ਕੱਢਣ ਵਾਲਿਆਂ ਦੀ, ਉਹਨਾਂ ਦੀ ਵਿਰੋਧੀਆਂ ਨਾਲ ਆਰਗੂਮੈਂਟ ਵੀ ਹੁੰਦੀ ਹੈ। ਐਡਾ ਵੱਡਾ ਡਿਸੀਜਨ ਲੈਣਾ ਉਸ ਵਕਤ ਕੀ ਤੁਸੀਂ ਆਪਣੇ ਪਾਰਟੀ ਦੇ ਜਿਹੜੇ ਤੁਹਾਡੇ ਰਾਈਡਿੰਗ ਦੇ ਜਿਹੜੇ ਮੇਨ ਬੰਦੇ ਹੁੰਦੇ ਨੇ ਜਾਂ ਕੁੱਤੇ, ਉਹਨਾਂ ਨਾਲ ਵੀ ਸਲਾਹ ਕੀਤੀ, ਜਾਂ ਇੱਕ ਫੈਮਿਲੀ ਹੀ ਇੱਕ ਬੈਠ ਕੇ ਮਤਲਬ ਗੈਟ ਟੂਗੈਦਰ ਹੋਈ ਤੇ ਵੀ ਚਲੋ ਹੁਣ ਠੀਕ ਹੈ? ਵੈਸੇ ਸੌਰੀ, ਮੈਨੂੰ 1997 ਤੋਂ ਜਿਹੜਾ ਤੁਸੀਂ ਸਕੀਮ ਦੇ ਰਿਹਾ, ਮੈਂ ਬਿਲਕੁਲ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ। ਇਨ ਦੀਜ਼ ਪੀਰੀਅਡ ਕੋਵਿਡ-19 ਮੈਂ CJMR ਨੂੰ ਇੱਕ ਬਹੁਤ ਚਿੱਠੀ ਵੀ ਲਿਖੀ ਹੈ, ਜੇ ਕਿਸੇ ਨੂੰ ਯਕੀਨ ਨਾ ਹੋਵੇ ਤੇ ਉਹ ਚਿੱਠੀ ਮੇਰੇ ਕੋਲ ਪੜ੍ਹ ਸਕਦਾ। ਮੈਂ ਆਪਣੇ ਬੱਚਿਆਂ ਦੇ ਜਨਮ ਦਿਨ ਨਹੀਂ ਮਨਾਏ। ਮੈਂ ਲਾਈਵ ਸ਼ੋਅ ਮੇਰਾ ਰਾਤ ਨੂੰ ਹੁੰਦਾ ਸੀ 9 ਤੋਂ
11 ਐਵਰੀ ਡੇ ਮੰਡੇ ਟੂ ਫਰਾਈਡੇ ਸੈਟਰਡੇ। ਹਾਂਜੀ, ਮੇਰਾ ਐਨਵਰਸਰੀ ਦਾ ਦਿਨ ਵੀ ਜਿਹੜਾ ਸੀ ਘਰ ਵਾਲੀ ਨੇ ਕਹਿਣਾ ਕਿ ਵੇਖੋ ਜੀ ਤੁਸੀਂ ਐਨਵਰਸਰੀ ਬਣਾਗੀ। ਅੱਜ ਮੇਰੇ ਬੇਟੇ ਦੇ ਵਿਆਹ ਦੀ ਪਹਿਲੀ ਲੋਹੜੀ ਹੈ। ਇੱਕ ਤਾਂ ਤੁਹਾਡੀ ਸਰਕਾਰ ਨਾਲ ਬੜਾ ਸ਼ਿਕਵਾ ਹੈ ਕਿ ਸਟੂਡੈਂਟ ਤਾਂ ਧੜਾ ਆ ਰਹੇ ਨੇ, 10 ਦਿਨਾਂ 'ਚ ਵੀਜ਼ਾ ਮਿਲ ਜਾਂਦਾ, ਤੇ ਵਿਆਹ ਕਰਨ ਵਾਲੇ ਜਿਹੜੇ ਸਾਲ ਪਤੀ ਪਤਨੀ ਵਿਛੜੇ ਰਹਿੰਦੇ ਨੇ, ਇਹ ਬੜੀ ਬੇਇਨਸਾਫੀ ਉਹਨਾਂ ਨਾਲ ਵਿਚਾਰਿਆਂ ਨਾਲ ਨਾ। ਚਲੋ ਸ਼ਿਕਵਾ ਕਰਦੇ ਹੋਏ ਅੱਜ ਉਹਦੀ ਲੋਹੜੀ ਆ। ਅਸੀਂ ਦੋਵੇਂ ਇੱਥੇ ਬੈਠੇ ਹੋ ਐਜ ਓ ਟੈਕਨੀਸ਼ੀਅਨ, ਸਾਡਾ ਟੈਕਨੀਸ਼ੀਅਨ ਛੁੱਟੀ ਤੇ ਹੈ। ਅਸੀਂ ਬੇਟੀ ਦਾ ਜਨਮ ਦਿਨ, ਚਾਹੇ ਉਹਨਾਂ ਦੀ ਗ੍ਰੈਜੂਏਸ਼ਨ ਹੋਵੇ, ਚਾਹੇ ਸਾਡੀ ਐਨਵਰਸਰੀ ਹੋਵੇ, ਅਸੀਂ ਵੀ ਤੁਹਾਡੇ ਵਾਂਗੂ ਇਸ ਚੱਕੀ ਦੇ ਵਿੱਚ ਪਿੱਛੇ ਹਾਂ। ਪਰ ਅਸੀਂ ਫਿਲਹਾਲ ਸਟਿਲ ਜਿਹੜੀ ਆ ਜੋਬ ਕਰ ਰਹੇ ਹਾਂ, ਉਹ ਕਰਨੀ ਪੈ ਰਹੀ ਹੈ ਸਾਨੂੰ। ਪਰ ਤੁਹਾਡਾ ਇਹ ਫੈਸਲਾ ਕੀ ਤੁਹਾਡੇ ਜਿਹੜੇ ਇਸ ਵਕਤ ਚਾਹੁਣ ਵਾਲੇ ਵੋਟਰ, ਸਪੋਰਟਰ, ਸਹਿਯੋਗੀ ਜਿਹੜੇ ਨੇ, ਉਹਨਾਂ ਨੂੰ ਵੀ ਤੁਸੀਂ ਆਪਣੇ ਨਾਲ ਬਿਠਾ ਕੇ ਮੀਟਿੰਗ ਕੀਤੀ ਹੈ ਜਾਂ ਨਹੀਂ? ਸੱਚਾਈ ਵੀਰ ਜੀ ਨਹੀਂ, ਕਿਉਂਕਿ ਇਹ ਬੜਾ ਪਰਸਨਲ ਡਿਸੀਜਨ ਸੀਗਾ। ਇਹ ਇੱਕ ਪਰਿਵਾਰਕ ਡਿਸੀਜਨ ਸੀਗਾ ਜਿੱਥੇ ਮੈਂ ਆਪਣੀ ਵਾਈਫ ਤੇ ਬੇਟੀ ਨਾਲ ਬੈਠ ਕੇ ਗੱਲਬਾਤ ਕੀਤੀ ਆ। ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਲੋਕਾਂ ਨੇ ਬਹੁਤ ਸਾਥ ਦਿੱਤਾ ਆ ਤੇ ਮੈਂ ਤਹਿ ਦਿਲੋਂ ਧੰਨਵਾਦੀ ਹਾਂ। 17 ਸਾਲ ਦਾ ਮੈਨੂੰ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ। 17 ਸਾਲ ਦਿਨ ਰਾਤ ਆਪਣੇ ਵੱਲੋਂ ਜਿੰਨੀ ਵੀ ਹਿੰਮਤ ਸੀ, ਜਿੰਨੀ ਵੀ ਸੋਚ ਸੀ, ਜਿੰਨੇ ਵੀ ਵਿੱਚ ਵਿਚਾਰ ਲਾ ਕੇ ਲੋਕਾਂ ਲਈ ਦਿਨ ਰਾਤ ਸੇਵਾ ਕੀਤੀ। ਹਰ ਚੀਜ਼ ਦਾ ਸਮਾਂ ਹੁੰਦਾ ਵੀਰ ਜੀ। ਸਿਆਸਤ ਇਜ਼ ਨਾਟ ਅ ਲਾਈਫ ਲੌਂਗ ਕਰੀਅਰ। ਮੈਂ ਮਹਿਸੂਸ ਕਰਦਾ ਕਿ ਮੈਂ ਬੜੇ ਭਾਗਾਂ ਵਾਲਾ ਤੇ ਕਿਸਮਤ ਵਾਲਾ ਕਿ ਮੈਨੂੰ 17 ਸਾਲ ਮਿਲੇ ਆ। ਮੈਂ ਵੀ ਮਹਿਸੂਸ ਕਰਦਾ ਹਾਂ ਕਿ ਹੋਰਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਠੀਕ ਹੈ, ਮੈਂ 5-6 ਇਲੈਕਸ਼ਨ ਦੇ ਵਿੱਚ ਹਿੱਸਾ ਪਾਇਆ। ਮੈਂ ਹੁਣ ਮੇਰੀ ਬੇਟੀਆਂ ਵੱਡੀਆਂ ਹੋ ਰਹੀਆਂ, ਮੈਂ ਉਹਨਾਂ ਨਾਲ ਸਮਾਂ ਬੀਤਣਾ ਚਾਹੁੰਦਾ, ਮੈਂ ਘਰ ਉਹਨਾਂ ਲਈ ਹੋਣਾ ਚਾਹੁੰਦਾ ਹਾਂ। ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਮੈਂ ਵੀ ਆਪਣੀ ਵਾਈਫ ਨੇ ਐਨੀਵਰਸਰੀਜ਼ ਮਿਸ ਕੀਤੀਆਂ, ਬਟ ਆਈ ਡਿਡ ਨਾਟ ਮਾਈਂਡ ਇਟ ਕਿਉਂਕਿ ਦੈਟਸ ਪਾਰਟ ਆਫ ਦ ਸੈਕਰੀਫਾਈਸ। ਬਟ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਕਿ ਮੇਰੇ ਕੋਲ ਆਪਸ਼ਨ ਹੈਗਾ ਆ ਕਿ ਦੈਟ ਪੋਲੀਟਿਕਸ ਦੇ ਵਿੱਚ, ਸਪੈਸ਼ਲੀ ਅਗਲੀ ਇਲੈਕਸ਼ਨ ਦੀ ਚੋਣ ਤੋਂ ਪਹਿਲਾਂ, ਮੈਂ ਤਾਂ ਕਰਕੇ ਡਿਸੀਜਨ ਪ੍ਰਾਈਮ ਮਿਨਿਸਟਰ ਨਾਲ ਸ਼ੇਅਰ ਕੀਤਾ ਕਿ ਲੋਕ ਮੈਂ ਅਗਲੀ ਇਲੈਕਸ਼ਨ 'ਚ ਖੜਾ ਨਹੀਂ ਹੋ ਰਿਹਾ ਤੇ ਮੈਂ ਕੈਬਨਿਟ 'ਚ ਵੀ ਮੇਰੀ ਜਿਹੜੀ ਜ਼ਿੰਮੇਵਾਰੀਆਂ ਉਹ ਵੀ ਮੈਂ ਸਟੈਪ ਡਾਊਨ ਕਰਨਾ ਚਾਹੁੰਦਾ, ਕਿਉਂਕਿ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜੇ ਕੈਬਨਿਟ ਦੇ ਮੈਂਬਰ ਆ ਉਹ ਇਨਸਾਨ ਹੋਣੇ ਚਾਹੀਦੇ ਜਿਹੜੀ ਅਗਲੀ ਇਲੈਕਸ਼ਨ ਦੀ ਚੋਣ 'ਚ ਹਿੱਸਾ ਪਾਓ। ਇੱਕ ਸਵਾਲ ਪੈਦਾ ਹੋ ਗਿਆ, ਤੁਸੀਂ ਬੜਾ ਵਧੀਆ ਫੈਸਲਾ ਆਪਣੇ ਪਰਿਵਾਰ ਨਾਲ ਬੈਠ ਕੇ ਲਿਆ ਹੈ। ਪਿਛਲੇ ਦਿਨੀ 4-5 ਦਿਨ ਪਹਿਲਾਂ ਦੀ ਖਬਰ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਜਿਹੜਾ ਨੇ ਇੱਕ ਹਿੰਟ ਦਿੱਤਾ ਕਿ ਸ਼ਾਇਦ ਚੋਣਾਂ ਜਿਹੜੀਆਂ ਨੇ ਕਿਸੇ ਵੇਲੇ ਵੀ ਹੋ ਸਕਦੀਆਂ, ਕਿਉਂਕਿ ਮਿਨੋਰਟੀ ਸਰਕਾਰ ਹੈ। ਤੇ ਕੀ ਤੁਸੀਂ ਇੰਤਜ਼ਾਰ ਨਹੀਂ ਸੀ ਕਰ ਸਕਦੇ? ਇਹ ਵੀ ਇੱਕ ਕੁਐਸਚਨ ਉੱਠ ਰਿਹਾ ਕਿ ਨਵਦੀਪ ਬੈਂਸ ਹੁਣਾਂ ਦਾ ਇਹ ਯਕਦਮ ਸਟੈਪ ਲੈਣਾ ਕਿ ਜੇ ਚੋਣਾਂ ਹੁੰਦੀਆਂ ਉਦੋਂ ਅਨਾਊਂਸਮੈਂਟ ਕਰ ਦਿੰਦੇ ਕਿ ਨਹੀਂ ਮੈਂ ਨੈਕਸਟ ਚੋਣਾਂ ਨਹੀਂ ਲੜ ਰਿਹਾ, ਤੇ ਫਿਰ ਵੀ ਕਿਤੇ ਤੱਕ ਕਹਿੰਦੇ ਵੀ ਮੰਨਣਯੋਗ ਸੀਗਾ ਵੀ ਚਲੋ ਵੀ ਆਪਣੇ ਫਿਊਚਰ ਵਾਸਤੇ ਫੈਸਲਾ ਲਿਆ। ਇਸ ਵਕਤ ਹਟਣਾ ਜਿਹੜਾ ਸੋਸ਼ਲ ਨੈਟਵਰਕ ਮੀਡੀਆ ਤੇ ਅਗਲੇ ਮੇਰੇ ਕੁਐਸਚਨ ਹੋਣੇ ਨੇ, ਉਹ ਬੜੇ ਚਰਚਾ ਬਟੇਰੇ ਨੇ, ਬੜੀ ਚਰਚਾ ਹੋ ਰਹੀ ਹੈ। ਇਹਦੇ ਬਾਰੇ ਕੀ ਤੁਸੀਂ ਇਸ ਪੀਰੀਅਡ ਵੇਟ ਨਹੀਂ ਸੀ ਕਰ ਸਕਦੇ ਕਿ ਅਸੀਂ ਵੇਟ ਕਰ ਲਈਏ ਆਪਣੇ ਜਿਹੜੇ ਵੋਟਰ ਸਪੋਰਟਰਾਂ ਨਾਲੇ ਉਹਨਾਂ ਨੂੰ ਵੀ ਪਤਾ ਲੱਗ ਜੂਗਾ ਵੀ ਅਗਲਾ ਮੈਂ ਚੋਣ ਮੈਦਾਨ ਦੇ ਵਿੱਚ ਨਹੀਂ ਆ ਰਿਹਾ, ਤੇ ਪਰ ਇਸ ਪਦ ਤੇ ਮੈਂ ਫਿਲਹਾਲ ਜਿੰਨਾ ਚਿਰ ਸਰਕਾਰ ਸਾਡੀ ਹੈ ਬਣਿਆ ਰਹੂੰਗਾ? ਮੈਂ ਮਹਿਸੂਸ ਕਰਦਾ ਵੀਰ ਜੀ ਕਿ ਜਿਹੜਾ ਡਿਸੀਜਨ ਮੈਂ ਹੁਣ ਲਿਆ ਆ, ਇਟ ਗਿਵਸ ਦ ਪਾਰਟੀ enough time to select the next candidate. Okay. ਜੇ ਮੈਂ ਅਖੀਰਲੇ ਮਿੰਟ 'ਚ ਵੀ ਜੀ ਚੁਣਦਾ ਪਾਰਟੀ ਨੂੰ ਔਖਾ ਸਮਾਂ ਹੁੰਦਾ। ਤੁਸੀਂ ਇਮੈਜਿਨ ਕਰੋ ਕਿ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਕਿ ਮਿਨੋਰਟੀ ਸਰਕਾਰ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਬਜਟ ਦਾ ਐਗਜ਼ਾਮਪਲ ਲੈ ਲਈਏ ਮਾਰਚ ਜਾਂ ਫੈਬਰਰੀ ਦੇ ਵਿੱਚ, ਉਸ ਸਮੇਂ ਦੇ ਵਿੱਚ ਵੋਟ ਪੈਂਦੀ ਆ ਤਾਂ ਇੱਕਦਮ ਸਰਕਾਰ ਟੁੱਟਦੀ ਹੈ ਕਿ ਆਪੋਜੀਸ਼ਨ ਪਾਰਟੀਆਂ ਰਲ ਮਿਲ ਕੇ ਕਹਿੰਦੀਆਂ ਕਿ ਅਸੀਂ ਬਜਟ ਦਾ ਸਪੋਰਟ ਨਹੀਂ ਕਰਨਾ। ਤੇ ਜੇ ਮੈਂ 1-2 ਦਿਨ ਪਹਿਲਾਂ ਛੱਡਦਾ ਆ, it is puts the party in an awkward position. So ਮੈਂ ਨਹੀਂ ਚਾਹੁੰਦਾ ਸੀਗਾ ਕਿ ਮੈਂ ਅਖੀਰਲੇ ਮਿੰਟ 'ਚ ਜਾ ਕੇ ਦੱਸਾਂ। ਜੇ ਮੈਂ ਮਨ ਬਣਾ ਹੀ ਲਿਆ, ਪਰਿਵਾਰ ਨਾਲ ਗੱਲਬਾਤ ਕਰ ਲਈ ਆ, ਬੱਚਿਆਂ ਦੇ ਖਾਤਰ ਮੈਂ ਘਰ ਰਹਿਣਾ ਚਾਹੁੰਦਾ ਆ, ਮੈਂ ਚਾਹੁੰਦਾ ਸੀ ਕਿ ਪਾਰਟੀ ਨੂੰ ਵੀ ਸਮਾਂ ਮਿਲੇ, ਪਲੱਸ ਕੈਬਨਿਟ ਦੇ ਵਿੱਚ ਵੀ ਉਹ ਲੋਕ ਖੜੇ ਹੋਣ ਜਿਹੜੀ ਅਗਲੀ ਇਲੈਕਸ਼ਨ ਦੀ ਚੋਣ 'ਚ ਵੀ ਹਿੱਸਾ ਪਾਉਣਾ ਚਾਹੁੰਦੇ। ਸੋ ਜਿਹੜਾ ਉਮਰ ਅਲਗਾਬਰਾ ਆ ਇਸ ਇਲਾਕੇ ਤੋਂ, ਉਹਨੂੰ ਹੁਣ ਮੌਕਾ ਮਿਲਿਆ ਆ, ਐਂਡ ਆਮ ਵੈਰੀ ਹੈਪੀ ਫॉर ਹਿਮ। ਤਾਂ ਬਹੁਤ ਹੀ ਕੇਬਲ ਤੇ ਇਮਾਨਦਾਰ ਇਨਸਾਨ ਆ ਜੀ। ਸਾਡੇ ਹਲਕੇ ਦੇ ਮੈਂਬਰ ਪਾਰਲੀਮੈਂਟ ਨੇ, ਭਾਵੇਂ ਕਿ ਤੁਸੀਂ ਸਾਡੇ ਗੁਆਂਢੀ ਰਹੇ ਹੋ। ਔਰ ਸਵਾਲ ਮਹੱਤਵਪੂਰਨ 1-2 ਹੋਰ ਨੇ, ਲਾਈਨਾਂ ਫਲੈਸ਼ ਹੋਣ ਲੱਗ ਪਈਆਂ, ਪਰੰਤੂ ਸਾਡੇ ਕੁਝ ਕੁਐਸਚਨ ਨੇ, ਆਪਾਂ ਪਹਿਲਾਂ ਕਰ ਲਈਏ। ਇੱਕ ਤਾਂ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਤੁਹਾਡੇ ਜਾਣ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਚਿਹਰੇ ਦੇ ਉੱਤੇ ਵੇਖਦੇ ਆ ਨਾ, ਇੱਕ ਤਾਂ ਹੁੰਦਾ ਨਾ ਵੀ ਜੇ ਕੋਈ ਬੰਦਾ ਨਾਰਾਜ਼ ਹੋ ਕੇ ਗਿਆ ਹੈ ਨਾ, ਜਾਂ ਕੋਈ ਕਾਰਨ ਹੈ, ਤੇ ਉਹ ਚਿਹਰੇ ਤੇ ਹਾਵ ਭਾਵ ਦਿਖਾਈਏ ਦੇ ਦਿੰਦੇ ਨੇ, ਪਰੰਤੂ ਜਿਸ ਅਦਬ ਸਤਿਕਾਰ ਦੇ ਨਾਲ ਤੁਹਾਨੂੰ ਉਹਨਾਂ ਨੇ ਆਪਣੀ ਦੋਸਤੀ ਦੇ ਨਾਤੇ ਜਾਂ ਤੁਹਾਡੀ ਰਾਜਨੀਤੀ ਬਾਰੇ ਤੁਹਾਨੂੰ ਵਿਦਾ ਇੱਕ ਕਿਸਮ ਦਾ ਕੀਤਾ ਹੈ, ਉਹ ਬੜਾ ਦੁਨੀਆ ਭਰ ਦੇ ਵਿੱਚ ਚਰਚਾ ਬਟੇਰਿਆ। ਕੀ ਕਹਿਣਾ ਚਾਹੋਗੇ? ਨੋ, ਮੈਂ ਵੈਰੀ ਫੋਰਚੂਨੇਟ। ਪ੍ਰਾਈਮ ਮਿਨਿਸਟਰ ਹੈਜ਼ ਬੀਨ ਵੈਰੀ ਕਾਈਂਡ। ਜਦੋਂ ਮੈਂ ਪ੍ਰਾਈਮ ਮਿਨਿਸਟਰ ਨੂੰ ਆਪਣੇ ਬਾਰੇ ਦੱਸਿਆ, ਮੈਨੂੰ ਸੀਗਾ ਮਹਿਸੂਸ ਹੁੰਦਾ ਕਿ ਉਹ ਗੁੱਸਾ ਕਰੋਗੇ ਜਾਂ ਗਿਲਾ ਕਰੋਗੇ,
ਪਰ ਉਹ ਬੜੇ ਸਮਝਦਾਰ ਸੀਗੇ। ਉਹ ਕਹਿੰਦੇ ਲੋਕ ਮੇਰੇ ਕੋਲ ਵੀ ਬੱਚੇ ਆ। ਉਹਨਾਂ ਨੇ ਆਪਣੇ ਬੱਚਿਆਂ ਬਾਰੇ ਵੀ ਗੱਲ ਕੀਤੀ, ਉਹਨਾਂ ਨੇ ਆਪਣੇ ਪਿਤਾ ਜੀ ਬਾਰੇ ਵੀ ਗੱਲ ਕੀਤੀ ਜੋ 13 ਸਾਲ ਦੇ ਸਨ, ਤਾਂ ਉਹਨਾਂ ਦੇ ਪਿਤਾ ਜੀ ਨੇ ਵੀ ਸਮਾਂ ਕਰਕੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕੀਤਾ। ਵੈਰੀ ਸਪੋਰਟਿਵ, ਵੈਰੀ ਕਾਈਂਡ। ਐਂਡ ਮੈਂ ਪ੍ਰਾਈਮ ਮਿਨਿਸਟਰ ਦਾ ਬਿਗ ਫੈਨ ਹੈ ਕਿਉਂਕਿ ਹੀ ਹੈਜ਼ ਦ ਵਿਜ਼ਨ, ਹੀ ਹੈਜ਼ ਦ ਵਰਕ ਐਥਿਕ। ਐਂਡ ਅਸੀਂ ਦੇਖਿਆ ਹੀ ਪੈਂਡੈਮਿਕ 'ਚ ਦਿਨ ਰਾਤ ਉਹ ਮਿਹਨਤ ਕਰਦੇ ਲੋਕਾਂ ਲਈ। ਤਾਂ ਕਰਕੇ ਮੈਂ ਠੀਕ ਹੈ ਅਗਲੀ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਨਹੀਂ ਹੋਊਂਗਾ, ਠੀਕ ਹੈ ਮੈਂ ਕੈਬਨਿਟ ਦੇ ਵਿੱਚ ਨਹੀਂ ਗਾ, ਬਟ ਆਮ ਅ ਪ੍ਰਾਊਡ ਲਿਬਰਲ। ਤਾਂ ਜਿੱਥੇ ਵੀ ਮੈਨੂੰ ਮੌਕਾ ਮਿਲਿਆ ਲਿਬਰਲ ਪਾਰਟੀ ਦੀ ਸੇਵਾ ਕਰਨ ਦਾ ਮੈਂ ਜ਼ਰੂਰ ਕਰੂੰਗਾ। ਲੋਕ ਤਾਂ ਚਰਚਾ 2-3 ਸਵਾਲ ਨੇ ਇਹ ਬਟੇਰੇ ਨੇ ਕਿ ਚਲੋ ਮੈਨੂੰ ਲੱਗਦਾ ਕਿ ਭਈ ਸਰੋਤਿਆਂ ਦੇ ਸਵਾਲ ਪੁੱਛ ਲੈਣੇ ਚਾਹੀਦੇ ਨੇ। ਰਾਜਨੀਤੀ ਤੋਂ ਇਹ 100% ਸੰਨਿਆਸ ਹੈ ਜਾਂ ਫਿਰ ਪਾਰਟੀ ਵਿੱਚ ਰਹਿੰਦਿਆਂ ਪ੍ਰੋਵਿੰਸ਼ਲ ਲੈਵਲ ਤੇ ਕਿਸੇ ਚੋਣ ਮੈਦਾਨ ਦੇ ਵਿੱਚ ਕੁੱਦ ਸਕਦੀ ਹੈ ਲਿਬਰਲ ਪਾਰਟੀ ਦੇ ਕੈਂਡੀਡੇਟ ਦੇ ਤੌਰ ਤੇ ਤੁਹਾਡੀ ਟੀਮ ਜਾਂ ਤੁਸੀਂ ਖੁਦ? ਵੀਰ ਜੀ ਅਗਲੇ ਸਵਾਲ ਤਾਂ ਨਹੀਂ ਕੋਈ ਬੰਦਾ ਦੱਸ ਸਕਦਾ ਜੇ 100% ਗਰੰਟੀ ਦੇਵੇ। ਇਹ ਰਾਜਨੀਤੀ ਵਾਲੀ ਗੱਲ ਹੈ। ਨਹੀਂ ਉਹ ਨਹੀਂ, ਪਰ ਮੇਰਾ ਭਾਵ ਕਹਿਣ ਦਾ ਹੈ ਕਿ ਫਿਊਚਰ 'ਚ ਕੋਈ ਪਤਾ ਨਹੀਂ। ਅੱਜ ਦੀ ਘੜੀ 'ਚ 100% ਸੰਨਿਆਸ ਨਹੀਂ ਲਿਆ ਤੁਸੀਂ ਰਾਜਨੀਤੀ। ਜੇ ਅਸੀਂ ਕਹਿ ਲਈਏ ਕਿ ਪਰਿਵਾਰ ਆ, ਪਰ ਅਗਲੇ 10 15 20 ਸਾਲਾਂ 'ਚ ਕੀ ਹੁੰਦਾ ਵੀਰ ਜੀ, ਸੋ ਡਿਫਿਕਲਟ ਟੂ ਸੇ। ਬਟ ਰਾਈਟ ਨਾਓ ਜਿਹੜਾ ਮੈਂ ਸਟੈਪ ਬੈਕ ਕੀਤਾ ਆ, ਜਿਹੜਾ ਕਾਰਨ ਫੈਮਿਲੀ ਹੈ, ਪਲੱਸ ਦੂਜਾ ਕਾਰਨ ਹੈ ਜਿਹੜੀ ਜਿਸ ਨੇ ਖੁਸ਼ੀ ਵੀ ਹੁੰਦੀ। ਮੈਂ 26 ਸਾਲਾਂ ਦਾ ਸੀ ਜੀ ਜਦੋਂ ਮੈਨੂੰ ਮੌਕਾ ਮਿਲਿਆ ਸੀ। ਮੈਂ ਚਾਹੁੰਦਾ ਹਾਂ ਕਿ ਜਿਹੜੇ ਹੁਣ ਗਾਂ ਬੱਚੇ ਆ ਜਾਂ ਯੂਥ ਆ, ਜੇ ਉਹ ਇਨਵੋਲਵ ਹੋਣਾ ਚਾਹੁੰਦੇ ਆ, ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ। ਨਵਦੀਪ ਜੀ ਹੁਣ ਫਿਰ ਇਸ ਗੱਲ ਦਾ ਇਹ ਨਿਚੋੜ ਨਿਕਲਦਾ ਕਿ ਤੁਸੀਂ 100% ਸੰਨਿਆਸ ਰਾਜਨੀਤੀ ਤੋਂ ਨਹੀਂ ਲਿਆ। ਆਪਣੇ ਤੋਂ ਜਿਹੜਾ ਬੰਦਾ ਕੈਬਨਿਟ ਛੱਡ ਕੇ ਤੁਸੀਂ ਇਹ ਸਮਝਦੇ ਹੋ ਕਿ ਬੱਚੇ ਸੈੱਟ ਹੋ ਜਾਣਗੇ ਤੇ ਫਿਰ ਆ ਸਕਦੇ ਹੋ? ਕਿਉਂਕਿ ਅਜੇ ਤਾਂ ਜੰਗ ਹੋ, ਅਜੇ ਤਾਂ ਬੁੱਢੇ ਬਾਰੇ ਜਿਹੜੇ ਨੇ ਮਤਲਬ ਵੇਖਦੇ ਪਏ। ਸਾਡੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਮੈਨੂੰ 6ਵੀਂ ਵਾਰੀ ਮੁੱਖ ਮੰਤਰੀ ਬਣਾ ਦਿਓ, 80 ਸਾਲ ਤੋਂ ਉੱਤੇ ਨੇ। ਇੱਥੇ ਵੀ ਸਾਡੇ ਗੁਆਂਢੀ ਜੋ ਬਾਈਡਨ ਸਾਹਿਬ ਦੇਖ ਲਓ ਕਿੰਨੀ ਉਮਰ ਦੇ ਨੇ। ਕੋਈ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀਰ ਜੀ ਕਿ ਇਹ ਸੇਵਾ ਭਾਵਨਾ ਚਾਹੀਦੀ ਹੈ। ਬੜਾ ਕਿਸਮਤ ਵਾਲਾ ਕਿ ਮੈਨੂੰ ਇਸ ਸੇਵਾ ਦਾ ਮੌਕਾ ਮਿਲਿਆ, ਪਰ ਇਹ ਨੀਗਾ ਕਿ ਸਾਰੀ ਉਮਰ ਇਹ ਕੁਰਸੀ ਮੇਰੀ ਰਹਿਣੀ ਹੈ ਜਾਂ ਸਿਆਸਤ 'ਚ ਮੈਂ ਸਾਰੀ ਉਮਰ ਰਹਿਣਾ ਆ। ਇਹ ਮੈਂ ਮੈਸੇਜ ਜ਼ਰੂਰ ਦੱਸਣਾ ਚਾਹੁੰਦਾ ਹਾਂ ਆਪਣੇ ਭਾਈਚਾਰੇ ਨੂੰ ਕਿ ਮੈਂ ਬਹੁਤ ਲੱਕੀ ਹਾਂ, ਬਹੁਤ ਹੀ ਜ਼ਿਆਦਾ ਲੱਕੀ ਹੈ ਕਿ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ, ਮੇਰਾ ਸਾਥ ਦਿੱਤਾ, ਮੈਨੂੰ ਮੌਕਾ ਦਿੱਤਾ। ਪਰ 17 ਸਾਲ ਬਹੁਤ ਹੀ ਲੰਮਾ ਸਮਾਂ ਆ। ਤੇ ਨਵੇਂ ਲੋਕ ਆਉਂਦੇ ਆ, ਨਵੀਂ ਐਨਰਜੀ ਆ, ਨਵੀਂ ਸੋਚ ਆ, ਨਵੇਂ ਵਿਚਾਰ ਆ। ਇਹ ਚੰਗੀ ਚੀਜ਼ ਹੈ ਸਾਡੇ ਪੋਲੀਟੀਕਲ ਪ੍ਰੋਸੈਸ। ਇੰਨੀ ਛੋਟੀ ਉਮਰ ਦੇ ਵਿੱਚ ਆਈ ਥਿੰਕ 43-44 ਸਾਲ ਜਾਂ ਜ਼ਿਆਦਾ ਨਹੀਂ ਤਾਂ 42-43 ਸਾਲ ਉਮਰ ਤੁਹਾਡੀ ਹੈ। ਜੇ 26 ਸਾਲ ਦੀ ਉਦੋਂ ਸੀ ਤਾਂ ਬਾਕੀ ਆਪਾਂ ਪਲੱਸ ਕਰਕੇ ਵੇਖ ਸਕਦੇ ਹਾਂ। ਤੇ ਜਾਨ ਕ੍ਰਿਸ਼ਨ ਸਾਹਿਬ ਹੋਏ, ਪਾਲ ਮਾਰਟਨ ਸਾਹਿਬ ਹੋਏ ਤਾਂ ਉਹ ਤਾਂ ਵਡੇਰੀ ਉਮਰ ਦੇ ਵਿੱਚ ਪ੍ਰਧਾਨ ਮੰਤਰੀ ਬਣੇ ਨੇ। ਦਾ ਮਤਲਬ ਦੁਬਾਰਾ ਵਾਪਸੀ ਰਾਜਨੀਤੀ ਦੇ ਵਿੱਚ ਦਰਵਾਜ਼ੇ ਤੁਸੀਂ ਨਹੀਂ ਬੰਦ ਕੀਤੇ। ਅੱਜ ਦੀ ਇੱਥੋਂ ਤੱਕ ਦੇ ਸਵਾਲ ਜਵਾਬ ਦੇ ਵਿੱਚ ਇਹ ਨਿਚੋੜ ਨਿਕਲਦਾ। ਜਿੰਨੇ ਮੂੰਹ ਉਨੀਆਂ ਗੱਲਾਂ ਬਾਤਾਂ। ਸਵਾਲ ਮੇਰੇ ਨਹੀਂ ਹੀ ਹਨ, ਸੋਸ਼ਲ ਨੈਟਵਰਕ ਮੀਡੀਆ ਤੇ ਵੀ ਹਨ ਅਤੇ ਚਰਚਾ ਦੇ ਵਿੱਚ ਵੀ ਹਨ ਕਿ ਤੁਹਾਡੇ ਤੇ ਕੁਝ ਇਲਜ਼ਾਮ ਐਲੀਗੇਸ਼ਨ ਜਿਹੜੇ ਨੇ ਲੱਗੇ ਨੇ। RCMP ਤੱਕ ਦੀ ਇਨਕੁਆਇਰੀ ਵੀ ਬੈਠੀ ਹੈ। ਸਿਟੀ ਬਰੈਂਪਟਨ ਦੀ ਜਿਹੜੀ ਜ਼ਮੀਨ ਜਾਇਦਾਦ ਨੂੰ ਲੈ ਕੇ ਵਿਵਾਦ ਉੱਠਿਆ, ਉਹ ਚੁੱਪ ਕਰ ਗਿਆ, ਸ਼ਾਂਤ ਹੋ ਗਿਆ। ਉਹਦੇ ਬਾਅਦ ਉਹ RCMP ਦੇ ਖਾਤੇ ਦੇ ਵਿੱਚ ਚਲ ਗਿਆ। ਉਹ ਇਨਕੁਆਇਰੀ ਹੋਈ, ਕੁਝ ਲੋਕ ਉਹਦੇ ਨਾਲ ਵੀ ਜੋੜ ਕੇ ਇਸ ਨੂੰ ਵੇਖ ਰਹੇ ਹਨ। ਕੁਛ ਤੁਹਾਡਾ ਜਿਹੜਾ ਨਾਂ ਜਿਹੜਾ ਹੈ ਉਛਲਦਾ ਰਿਹਾ ਹੈ, ਕਿੱਥੋਂ ਤੱਕ ਸੱਚਾਈ ਹੈ ਤੁਸੀਂ ਕਲੀਅਰ ਕਰ ਦੋਗੇ। ਜੋ ਨਾਇਗਰਾ ਫਾਲ ਵਾਲੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਨਾਮ ਉਛਲਿਆ, ਉਹ ਲੈ ਕੇ ਲੋਕ ਮਹਿਸੂਸ ਕਰਦੇ ਨੇ ਕਿ ਯਕਦਮ ਏਡੀ ਛੇਤੀ ਇਹ ਜਿਹੜਾ ਐਕਸਕਿਊਜ਼ ਦਿੱਤਾ ਜਾ ਰਿਹਾ ਪਰਿਵਾਰ ਦਾ, ਜਿਹੜਾ ਕਿ ਨਾ ਮੰਨਣਯੋਗ ਹੈ ਲੋਕਾਂ ਦਾ। ਕੀ ਕਹਿਣਾ ਚਾਹੋਗੇ? ਲੋਕ ਸਿਆਸਤ ਦੇ ਵਿੱਚ ਬਹੁਤ ਲੋਕ ਸਾਥ ਵੀ ਦਿੰਦੇ ਆ ਤੇ ਲੋਕ ਵਿਰੋਧਤਾ ਵੀ ਕਰਦੇ ਆ। ਲੋਕ ਚੱਕਣ ਵਾਲੇ ਵੀ ਹੁੰਦੇ ਤੇ ਲੋਕ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ। ਤਾਂ ਮੈਂ ਦੋਨੋਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਜਿਹੜੇ ਸਾਥ ਦਿੰਦੇ ਆ ਉਹਨਾਂ ਕਰਕੇ ਮੈਨੂੰ ਮੌਕਾ ਮਿਲਿਆ, ਪਰ ਜਿਹੜੇ ਵਿਰੋਧਤਾ ਵੀ ਕਰਦੇ ਆ ਉਹ ਵੀ ਬਹੁਤ ਜ਼ਰੂਰੀ ਆ ਟੂ ਕੀਪ ਯੂ ਅਕਾਊਂਟੇਬਲ। ਆਪੋਜੀਸ਼ਨ ਵੀ ਚਾਹੀਦੀ ਆ। ਹਰ ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਇਹਦੇ ਨਾਲ ਪ੍ਰੋਸੈਸ ਚਾਹੀਦਾ ਜਿੱਥੇ ਸਰਕਾਰ ਦੇ ਨਾਲ ਆਪੋਜੀਸ਼ਨ ਹੋਵੇ। ਮੈਂ ਵੀ ਆਪੋਜੀਸ਼ਨ 'ਚ ਬੜਾ ਸਮਾਂ ਬੀਤਿਆ ਜਦੋਂ ਸਾਡੀ ਲਿਬਰਲ ਪਾਰਟੀ ਸਟੀਵਨ ਹਾਰਪਰ ਨੂੰ ਅਪੋਜ਼ ਕਰਦੀ ਸੀ। ਸੋ ਇਹ ਜਿਹੜੇ ਸਾਰੇ ਸਵਾਲ ਪੁੱਛੇ ਜਾਂਦੇ, ਮੈਨੂੰ ਪਤਾ ਹੈ ਕਿ ਲੋਕਾਂ ਨੇ ਇਹਦੇ ਸਵਾਲ ਪੁੱਛਣੇ ਆ, ਪਰ ਇਹਨਾਂ ਵਿੱਚ ਕੋਈ ਸੱਚਾਈ ਦੀ ਗੱਲ ਨਹੀਂ, ਕੋਈ ਸੱਚਾਈ ਨਹੀਂ। ਸਵਾਲ ਤਾਂ ਇਹ ਵੀ ਉੱਠਦਾ ਕਿ ਜੇ ਲੇਟਰ ਔਨ ਕੋਈ ਇਹੋ ਜਿਹਾ ਮੀਡੀਆ ਕਰਮੀ, ਕਿਉਂਕਿ ਇੱਥੋਂ ਦਾ ਮੀਡੀਆ ਉਹ ਤਾਂ ਮੀਡੀਆ ਹੈ ਨਹੀਂ, ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਉਹ ਵੀ ਤੁਹਾਡੇ ਬਾਰੇ ਖੋਜ ਕਰੇਗਾ, ਉਹ ਵੀ ਕੋਈ ਆਰਟੀਕਲ ਲਿਖੇਗਾ ਤੇ ਉਦੋਂ ਫਿਰ ਚਰਚਾ ਹੋਵੇਗੀ। ਸ਼ੋਰ ਉਹ 100% ਕਿ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਮਸਲਾ, ਜਿਹੜੇ ਸਰੋਤੇ ਦਰਸ਼ਕ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਵਰਲਡ ਵਾਈਡ ਤੁਹਾਡੀ ਇਹ ਗੱਲ ਨੇ ਜਾਣਾ ਕਿ 100% ਕਲੀਅਰ ਹੋ ਤੁਸੀਂ ਇਸ ਮਸਲੇ 'ਚ? ਬਿਲਕੁਲ ਜੀ, 100%। ਚਲੋ ਦੋਸਤੋ, ਕੋਈ ਕਿਸੇ ਤਰ੍ਹਾਂ ਦੀ ਜਿਹੜੀ ਤੁਸੀਂ ਹੁਣ ਰਿਊਮਰ ਸੁਣ ਰਹੇ ਹੋ, ਇਹ ਅਸੀਂ ਕਲੀਅਰ ਕਰਤੀ ਹੈ। ਤੁਸੀਂ ਦੇਖਿਆ ਕਿ ਅਸੀਂ ਤੁਹਾਡਾ ਸਵਾਲ
ਸਾਡੇ ਅੰਦਾਜ਼ ਦੇ ਨਾਲ ਪੁੱਛਿਆ, ਜਿਹੜੇ ਤੁਸੀਂ ਸਾਨੂੰ ਪੁੱਛਿਆ ਵੀ ਸੀ ਜਦੋਂ ਕਿਤੇ ਮੈਂ ਪਰਸੋਂ ਚੌਥ ਬੇਨਤੀ ਵੀ ਕੀਤੀ ਸੀ, ਅਨਾਉਂਸ ਕੀਤਾ ਸੀ ਕਿ ਨਵਦੀਪ ਹੁਣਾਂ ਨੂੰ ਅਸੀਂ ਜ਼ਰੂਰ ਇਨਵੀਟੇਸ਼ਨ ਕਰਾਂਗੇ, ਲਿਆਵਾਂਗੇ, ਗੱਲਬਾਤ ਕਰਾਂਗੇ, ਸੱਦਾ ਪੱਤਰ ਦੇਵਾਂਗੇ। ਔਰ ਉਹਨਾਂ ਨੇ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਵੀ ਇਹ ਸਿਰਫ ਅਤੇ ਸਿਰਫ ਇੱਕ ਰਿਊਮਰ ਹੈ, ਅਫਵਾਹ ਹੈ, ਆਪਣੇ ਪਰਿਵਾਰ ਨੂੰ ਲੈ ਕੇ, ਬੱਚੀਆਂ ਨੂੰ ਲੈ ਕੇ ਜਿਹੜੇ ਨੇ ਉਹ ਇਹਨਾਂ ਨੇ ਇਸ ਰਾਜਨੀਤੀ ਤੋਂ ਫਿਲਹਾਲ, ਮੈਂ ਫਿਰ ਕਹਿਦਾ ਦਰਵਾਜ਼ੇ ਖੁੱਲ੍ਹੇ ਨੇ, ਫਿਲਹਾਲ ਰਾਜਨੀਤੀ ਤੋਂ ਜਿਹੜਾ ਹੈ ਰੈਸਟ ਲੈ ਲਈ ਹੈ। ਹੁਣ ਕੀ ਅਗਲਾ ਪੜਾਅ, ਕੀ ਅਗਲਾ ਵਿਚਾਰ ਕੀ ਹੈ, ਮਤਲਬ ਕੀ ਅਜੇ ਤਾਂ ਸਟਿਲ ਜੰਗ ਹੋ, ਕੀ ਕਰੋਗੇ ਹੁਣ? ਮਤਲਬ ਜਿਵੇਂ ਤੁਸੀਂ ਕਿਹਾ ਕਿ ਇੱਕ ਟਰਮ ਜਦੋਂ ਤੁਸੀਂ ਨਹੀਂ ਜਿੱਤੇ ਉਦੋਂ ਫਿਰ ਬੱਚਿਆਂ ਨੂੰ ਤੁਸੀਂ ਐਜੂਕੇਸ਼ਨ ਦਿੱਤੀ, ਕੋਈ ਇਸ ਤਰ੍ਹਾਂ ਦੀ ਜੌਬ ਜਾਂ ਕੋਈ ਵਪਾਰ ਜਾਂ ਹੋਰ ਕੋਈ ਕੰਮ? ਇਟਸ ਅ ਵੈਰੀ ਗੁੱਡ ਕੁਐਸਚਨ ਵੀਰ ਜੀ, ਕਿਉਂਕਿ ਨਾ ਮੀਡੀਆ ਨੇ ਰਿਪੋਰਟ ਕੀਤਾ ਕਿ ਮੈਂ ਰਿਟਾਇਰ ਹੋ ਰਿਹਾ, ਤਾਂ ਮੈਨੂੰ ਨਾ ਬੰਦਿਆਂ ਦੀ ਈਮੇਲ ਤੋਂ ਕਾਲ ਆਈ ਕਿ ਭਾਜੀ ਤੁਸੀਂ ਇੰਨੀ ਯੰਗ ਏਜ 'ਚ ਰਿਟਾਇਰ ਹੋ ਰਹੇ ਹੋ। ਮੈਂ ਕਿ ਬਿਲਕੁਲ ਨਹੀਂ, ਕੰਮ ਕਰਨਾ ਪੈਣਾ ਆ, ਤੇ ਕੰਮ ਕਰਨਾ ਚਾਹੁੰਦਾ ਵੀ ਹਾਂ ਮੈਂ, ਪਰ ਕਿਉਂਕਿ ਹੌਲੀਡੇਜ਼ ਦੇ ਵਿੱਚ ਡਿਸੀਜਨ ਲਿਆ ਵੀਰ ਜੀ, ਪਿਛਲੇ ਹਫ਼ਤੇ ਪ੍ਰਾਈਮ ਮਿਨਿਸਟਰ ਨੇ ਦੱਸਿਆ ਤਾਂ ਕੱਲ ਹੀ ਅਨਾਉਂਸ ਹੋਇਆ, ਮੈਨੂੰ ਅਜੇ ਮੌਕਾ ਹੀ ਨਹੀਂ ਮਿਲਿਆ ਟੂ ਥਿੰਕ ਅਬਾਊਟ ਦ ਨੈਕਸਟ ਸਟੈਪ ਪ੍ਰੋਪਰਲੀ। ਹੁਣ ਆਉਣ ਵਾਲੇ ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ ਮੈਂ ਸੋਚੂੰਗਾ। ਬਟ ਇਨ ਦ ਮੀਨ ਟਾਈਮ, ਜਿੱਦਾਂ ਮੈਂ ਕੱਲ ਵੀ ਕਿਹਾ ਸੀਗਾ ਤਾਂ ਤੁਹਾਨੂੰ ਵੀ ਦੱਸਣਾ ਚਾਹੁੰਦਾ, ਮੈਂ ਹਜੇ ਵੀ MP ਹਾਂ ਅਗਲੀ ਇਲੈਕਸ਼ਨ ਦੀ ਚੋਣ ਤੱਕ। ਸੋ ਜਿਹੜੇ ਆਪਣੇ ਇਲਾਕੇ ਦੇ ਵਿੱਚ ਲੋਕ ਹਨ ਉਹਨਾਂ ਨੂੰ ਰੈਪਰੈਜ਼ੈਂਟ ਕਰੂੰਗਾ ਅੰਟਿਲ ਦ ਨੈਕਸਟ ਇਲੈਕਸ਼ਨ। ਟੈਕਸ ਬੜੇ ਫਨੀ ਆ ਰਹੇ ਨੇ, ਤੁਹਾਡੇ ਵਾਸਤੇ ਬੈਸਟ ਇਸ਼ੂਜ਼ ਭੇਜ ਰਹੇ ਨੇ, ਕਹਿੰਦੇ ਵੀ ਚਲੋ ਠੀਕ ਆ, ਜੋਬ ਵੀ ਮਿਲ ਜਾਏਗੀ, ਵਧੀਆ ਗੱਲ ਆ, ਨਾਲ ਰਿਟਾਇਰਮੈਂਟ ਵੀ ਤਾਂ ਮਿਲਣੀ ਹੈ, ਪੈਨਸ਼ਨ ਕਿੰਨੀ ਕੁ ਮਿਲਣੀ ਹੈ ਇਹ ਵੇਖੋ ਦੋਸਤੋ, ਕਿਸੇ ਕੋਲ ਕੋਈ ਨਹੀਂ ਪੈਨਸ਼ਨ। ਇਹ ਸਾਰੀ ਇਨਫੋਰਮੇਸ਼ਨ ਪਬਲਿਕਲੀ ਅਵੇਲੇਬਲ ਆਨਲਾਈਨ ਆ, ਬਿਲਕੁਲ ਇਹ ਤਾਂ ਚੱਲਦਾ ਹੀ ਹੈ ਜੀ। ਤਾਂ ਆਈ ਮੀਨ ਆਈ ਅੰਡਰਸਟੈਂਡ ਕਿ ਕੁਐਸਚਨ ਲੋਕ ਪੁੱਛਦੇ ਆ, ਪਰ ਅਗੇਨ ਮੈਂ ਇਹ ਗੱਲ ਜ਼ਰੂਰ ਅੰਡਰਸਕੋਰ ਕਰਨਾ ਚਾਹੁੰਦਾ ਹਾਂ ਕਿ ਮੈਂ ਤਨੋਂ ਮਨ ਲਾ ਕੇ ਕਹਿ ਰਿਹਾ, ਮੈਂ ਬਹੁਤ ਹੀ ਕਿਸਮਤ ਵਾਲਾ ਕਿ ਮੈਨੂੰ ਇਸ ਸੇਵਾ ਕਰਨ ਦਾ ਮੌਕਾ ਮਿਲਿਆ। ਇਟ ਇਜ਼ ਅ ਬਿਗ ਆਨਰ to represent the community, to represent Mississauga Malton and to represent Canada. ਬਹੁਤ ਹੀ ਥੋੜੇ ਇਨਸਾਨ ਹੈ ਜਿਨ੍ਹਾਂ ਨੂੰ ਇਹਦਾ ਮੌਕਾ ਮਿਲਦਾ, ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਕਿਸਮਤ ਵਾਲਾ ਸਮਝਦਾ। ਜਿੰਨੇ ਮੂੰਹ ਉਨੀਆਂ ਗੱਲਾਂ, ਇਸ ਮਤਲਬ ਸੈਗਮੈਂਟ ਦਾ ਨਾਮ ਵੀ ਰੱਖ ਲਈਏ ਤਾਂ ਕੋਈ ਵੱਡੀ ਗੱਲ ਨਹੀਂ, ਕਿਉਂਕਿ ਹੁਣ ਤੁਸੀਂ ਰਿਟਾਇਰ ਹੋਏ ਹੋ। ਰਿਟਾਇਰਮੈਂਟ ਤੋਂ ਬਾਅਦ ਤੁਹਾਡੇ ਹਲਕੇ ਦੇ ਲੋਕ ਵੀ ਤੁਹਾਡੇ ਨਾਲ ਨਾਰਾਜ਼ਗੀ ਪ੍ਰਗਟ ਕਰਨ ਵਾਸਤੇ ਤੁਹਾਡੇ ਆਫਿਸ ਦੇ ਵਿੱਚ ਆਉਣਗੇ, ਕਿਉਂਕਿ ਸਟਿਲ ਤੁਸੀਂ ਮੈਂਬਰ ਪਾਰਲੀਮੈਂਟ ਅਜੇ ਵਿਚਰਨਾ ਹੈ ਉਹਨਾਂ ਦੇ ਨਾਲ ਤੁਸੀਂ, ਕਿਉਂਕਿ ਉਹਨਾਂ ਨੂੰ ਭਰੋਸੇ 'ਚ ਲੈ ਕੇ ਉਹਨਾਂ ਦੀਆਂ ਵੋਟਾਂ ਲਈਆਂ ਸੀ ਕਿ ਉਹਨਾਂ ਦੇ ਦੁੱਖ ਸੁੱਖ ਦੇ ਤੁਸੀਂ ਸ਼ਰੀਕ ਹੋ। ਚਲੋ ਤੁਸੀਂ ਆਪਣੀ ਕਹਾਣੀ ਦੱਸੀ ਹੈ ਕਿ ਅਸੀਂ ਇਸ ਕਰਕੇ ਜਿਹੜੀ ਹੈ ਰਿਟਾਇਰਮੈਂਟ ਲੈ ਰਹੇ ਹਾਂ, ਸੋ ਤਾਂ ਅਸੀਂ ਇਹ ਵੀ ਦੱਸ ਦਿੱਤਾ ਹੈ ਰੰਗਲਾ ਪੰਜਾਬ ਦੇ ਸਰੋਤਿਆਂ ਨੂੰ ਕਿ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਜੋ ਤੁਹਾਡੇ 'ਤੇ ਐਲੀਗੇਸ਼ਨ ਲੱਗਦੇ ਰਹੇ ਨੇ। ਅੱਛਾ, ਇੱਕ ਦੋ ਹੋਰ ਚਰਚਾ ਹੁੰਦੀਆਂ ਰਹੀਆਂ ਨੇ ਤੁਹਾਡੇ ਜਿਹੜੇ ਵਿਰੋਧੀ ਨੇ। ਇੱਕ ਤਾਂ ਉਹ ਸੀ ਕਿ ਜਦੋਂ ਤੁਸੀਂ ਤੁਹਾਡੇ ਤੋਂ ਇੰਚਾਰਜ ਸੀਗਾ ਅਤੇ ਬਸ ਜੀ ਨੋਮੀਨੇਸ਼ਨ ਵਾਸਤੇ ਹਾਂ ਉਹਨਾਂ ਨੂੰ ਮਿਲੀ, ਜਿਹੜੇ ਤੁਹਾਡੇ ਸਹਿਯੋਗੀ ਸਨ ਦੂਜਿਆਂ ਨੂੰ ਖੂੰਜੇ ਲਾਇਆ ਗਿਆ। ਅੱਜ ਉਹ ਵੀ ਮੇਰੇ ਖਿਆਲ ਤਾੜੀਆਂ ਮਾਰਦੇ ਹੋਣਗੇ ਜਾਂ ਖੁਸ਼ ਹੋਣਗੇ, ਜਾਂ ਉਹਨਾਂ ਪ੍ਰਤੀ ਉਹਨਾਂ ਦੇ ਇਸ ਸਵਾਲ 'ਤੇ ਕਿੰਨਾ ਕੁ ਤੁਸੀਂ ਜਿਹੜਾ ਹੈ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ, ਕੀ ਕਹਿਣਾ ਚਾਹੋਗੇ? ਲੋਕ ਵੀਰ ਜੀ, ਪੋਲੀਟਿਕਸ ਦੇ ਵਿੱਚ ਲੋਕ ਸਾਥ ਵੀ ਦਿੰਦੇ ਆ, ਲੋਕ ਵਿਰੋਧਤਾ ਵੀ ਕਰਦੇ ਆ, ਤੇ ਜਿੱਦਾਂ ਮੈਂ ਸ਼ੁਰੂ 'ਚ ਦੱਸਿਆ, ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਪੋਲੀਟਿਕਸ ਦੇ ਵਿੱਚ ਤੁਹਾਨੂੰ ਆਪੋਜੀਸ਼ਨ ਦੀ ਵੀ ਲੋੜ ਆ, ਐਂਡ ਮੈਨੂੰ ਅੱਜ NDP ਦੇ ਮੈਂਬਰਾਂ ਤੋਂ, ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਤੋਂ ਬੜੇ ਵਧੀਆ ਮੈਸੇਜ ਆਏ ਆ। ਠੀਕ ਹੈ, ਸਾਡੇ ਵਿਚਾਰਾਂ ਦਾ ਫਰਕ ਸੀਗਾ, ਪਾਲਿਸੀ ਦਾ ਫਰਕ ਸੀਗਾ, ਪਰ ਅਸੀਂ ਮੁਲਕ ਲਈ ਵਧੀਆ ਚੀਜ਼ਾਂ ਚਾਹੁੰਦੇ ਸੀਗੇ। ਅਸੀਂ ਪੋਲੀਟਿਕਸ ਇਸ ਕਰਕੇ ਵੜੇ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ। ਸੋ ਆਈ ਐਮ ਸੋ ਹੈਪੀ ਟੂ ਸੇ ਕਿ ਜੇ ਕੋਈ ਖੁਸ਼ ਆ, ਕੋਈ ਨਾ ਖੁਸ਼ ਆ, ਇਹ ਆਪਣੀ ਦੀ ਪਰਸਨਲ ਚੋਇਸ ਆ, ਬਟ ਮੈਂ ਅਗੇਨ ਆਪਣੇ ਵੱਲੋਂ ਬਹੁਤ ਹੀ ਕਿਸਮਤ ਵਾਲਾ ਹਾਂ ਕਿ ਜਿਹੜਾ ਮੈਨੂੰ ਇਹ ਮੌਕਾ ਮਿਲਿਆ, ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਐਜ ਏ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਸਾਹਿਬ ਨਾਲ ਤੁਸੀਂ ਲੰਬਾ ਸਮਾਂ, ਜਿਵੇਂ ਕਿ ਮੈਂ ਗੱਲ ਕੀਤੀ ਹੈ ਕਿ ਚਾਈਲਡਹੁੱਡ ਨਹੀਂ ਹੁੰਦੇ, ਜਿਵੇਂ ਫਰੈਂਡ ਤੁਸੀਂ ਲੰਗੋਟੀਆ ਯਾਰ ਮੈਂ ਲਫ਼ਜ਼ ਵਰਤਿਆ, ਤੁਸੀਂ ਸਮਝ ਗਏ ਹੋਵੋਗੇ, ਬਚਪਨ ਦੇ ਯਾਰ ਉਹਨੂੰ ਕਿਹਾ ਜਾਂਦਾ, ਉਹਨਾਂ ਨਾਲ ਇੰਨਾ ਸਮਾਂ ਤੁਸੀਂ ਬਤੀਤ ਕੀਤਾ ਹੈ। ਅਤੇ ਇੱਕ ਤੁਹਾਡੇ ਜਿੰਨੇ ਮੈਂਬਰ ਪਾਰਲੀਮੈਂਟ ਨੇ ਕੈਨੇਡਾ ਦੇ, ਖਾਸ ਤੌਰ 'ਤੇ ਦਸਤਾਰਧਾਰੀ ਜਾਂ ਜਿੰਨੇ ਪੰਜਾਬੀ ਨੇ, ਸਮੇਂ ਦਰ ਸਮੇਂ ਮੀਡੀਆ ਇੱਕ ਜਿਹੜਾ ਹੈ ਉਂਗਲ ਉਠਾਉਂਦਾ ਜੀ। ਜਸਟਿਨ ਟਰੂਡੋ ਸਾਹਿਬ ਖਾਲਿਸਤਾਨੀ ਹਮਾਇਤੀ ਨੇ, ਇੱਥੋਂ ਦੀਆਂ ਅਖਬਾਰਾਂ ਦੇ ਵਿੱਚ ਪੜ੍ਹਨ ਸੁਣਨ ਨੂੰ ਮਿਲਦਾ ਹੈ, ਔਰ ਖਾਲਿਸਤਾਨ ਪੱਖੀ ਨੇ, ਖਾਲਿਸਤਾਨ ਵਾਲਿਆਂ ਨਾਲ ਉਹਨਾਂ ਦਾ ਜ਼ਿਆਦਾ ਲਗਾ ਹੈ। ਤੁਹਾਡਾ ਨਾਮ ਵੀ ਉਹਦੇ ਵਿੱਚ ਗੂੰਜਦਾ ਰਿਹਾ ਹੈ, ਈਵਨ ਦੋ ਸਰਦਾਰ ਸੱਜਣ ਸਿੰਘ ਹੁਣਾਂ ਦਾ ਨਾਮ ਵੀ ਹੈਗਾ।
ਤੇ ਇਹਦੇ ਨਾਲ ਸੱਜਣ ਜੀ ਦਾ ਨਾਮ ਵੀ ਆਉਂਦਾ, ਇਹਦੇ ਨਾਲ ਗੱਲ ਦੀ ਗੱਲ ਜਿਹੜੀ ਆ ਦੂਜੇ ਹੋਰ ਜਿਹੜੇ ਤੁਹਾਡੇ ਮੈਂਬਰ ਪਾਰਲੀਮੈਂਟ ਉਹਨਾਂ ਨਾਲ ਵੀ ਉਂਗਲਾਂ ਉੱਠਦੀਆਂ ਨੇ, ਜਦੋਂ ਕਿ ਕਿਸੇ ਤਰ੍ਹਾਂ ਦਾ ਵੀ ਅਸੀਂ ਤੁਹਾਡੇ ਵੱਲੋਂ ਬਿਆਨ ਤਾਂ ਮੈਂ ਤਾਂ ਪੜ੍ਹਿਆ ਨਹੀਂ 2004 ਤੋਂ ਲੈ ਕੇ ਹੁਣ ਤੱਕ ਵੀ ਤੁਸੀਂ ਕੋਈ ਇਹੋ ਜਿਹੀ ਸਟੇਟਮੈਂਟ ਦਿੱਤੀ ਹੋਵੇ। ਹਾਂ, ਬਲਕਿ ਖਾਲਿਸਤਾਨੀ ਤੁਹਾਡੇ ਨਾਲ ਖਫਾ ਜ਼ਰੂਰ ਨੇ ਕਿ 1984 ਦੀ ਸਿੱਖ ਨਸਲਕੁਸ਼ੀ ਬਾਰੇ ਜਿੰਨੀ ਬੁਲੰਦ ਆਵਾਜ਼ ਦੇ ਨਾਲ ਆਵਾਜ਼ ਉਠਾਈ ਜਾਣੀ ਚਾਹੀਦੀ ਸੀ ਉਹ ਨਹੀਂ ਉਠਾਈ ਗਈ, ਇਹ ਤੁਹਾਡੇ ਤੇ ਜ਼ਰੂਰ ਸ਼ਿਕਵੇ ਰਹੇ ਨੇ। ਕੀ ਕਹਿਣਾ ਚਾਹੋਗੇ? ਸਰਦਾਰ ਹਰਜੀਤ ਸਿੰਘ ਸੱਜਣ, ਮੈਂ ਨਾ ਉਹਨਾਂ ਦਾ ਸੌਰੀ ਮਿਸਟੇਕ ਹੋ ਗਈ ਸੀ ਮੇਰੇ ਕੋਲ, ਆਮ ਸੌਰੀ ਬਤਾ। ਨੋ ਪ੍ਰੋਬਲਮ ਵੀਰ ਜੀ। ਆਈ ਥਿੰਕ ਜਿਹੜੀ ਹਿਊਮਨ ਰਾਈਟਸ ਦੀ ਗੱਲ ਆ, ਤੁਸੀਂ ਹੁਣ ਵੀ ਦੇਖਿਆ ਜਿਹੜੇ ਫਾਰਮਰਸ ਪ੍ਰੋਟੈਸਟ ਦੇ ਚੱਲ ਰਹੇ ਆ, ਪ੍ਰਾਈਮ ਮਿਨਿਸਟਰ ਨੇ ਹਮੇਸ਼ਾ ਹੀ ਹਿਊਮਨ ਰਾਈਟਸ ਦੀ ਗੱਲ ਕੀਤੀ ਆ। ਮੈਨੂੰ ਵੀ ਮੌਕਾ ਮਿਲਿਆ, ਮੈਂ ਵੀ ਹਾਊਸ ਆਫ ਕਾਮਨਸ 'ਚ ਵੀ ਸਟੇਟਮੈਂਟ ਦਿੱਤੀਆਂ, ਸੋਸ਼ਲ ਪਲੇਟਫਾਰਮ 'ਤੇ ਵੀ ਸਟੇਟਮੈਂਟ ਦਿੱਤੀਆਂ। ਸੋ ਜਿੰਨਾ ਵੀ ਸਾਡੇ ਦੇ ਵਿੱਚ ਅਗੇਨ ਮੈਂ ਗੱਲ ਕਹਿਣਾ ਚਾਹੁੰਦਾ, ਜਿੰਨੀ ਵੀ ਸਾਡੀ ਸੋਚ ਆ, ਸਾਡੇ ਜਿੰਨੀ ਵੀ ਸਾਡੀ ਐਕਸਪੀਰੀਅੰਸ ਆ, ਜਿੰਨਾ ਵੀ ਸਾਡਾ ਤਜਰਬਾ ਹੈ, ਉਸ ਦੇ ਮੁਤਾਬਿਕ ਅਸੀਂ ਪੂਰੀ ਆਪਣੇ ਵੱਲੋਂ ਹਿੰਮਤ ਕੀਤੀ ਆ, ਕੋਸ਼ਿਸ਼ ਕੀਤੀ ਆ। ਐਂਡ ਇਸ ਗੱਲ ਨਾਲ ਵੀ ਮੈਂ ਸਹਿਮਤ ਹਾਂ ਕਿ ਸਾਰੇ ਨਹੀਂ ਖੁਸ਼ ਹੋ ਸਕਦੇ। ਪੋਲਿਟਿਕਸ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਜੀ ਸਾਰੇ ਨੂੰ ਖੁਸ਼ ਰੱਖਣਾ ਬਹੁਤ ਔਖਾ ਆ, ਪਰ ਆਪਣੇ ਵੱਲੋਂ ਤਨੋਂ ਮਨੋਂ ਲਾ ਕੇ ਅਸੀਂ ਸੇਵਾ ਕੀਤੀ ਆ। 2004 ਤੋਂ ਲੈ ਕੇ ਹੁਣ ਤੱਕ ਠੂਡੋ ਸਾਹਿਬ ਦਾ ਸਾਥ ਤੇ ਕਿੰਨੀਆਂ ਕੁ ਪ੍ਰਾਪਤੀਆਂ, ਕਿੰਨਾ ਕੁ ਤੁਸੀਂ ਆਪਣੇ ਹਲਕੇ ਬਾਰੇ ਕੰਮ ਕੀਤਾ ਜਾਂ ਦੇਸ਼ ਵਾਸਤੇ ਕੀ ਕੁਝ ਕੀਤਾ ਇਸ ਸਮੇਂ ਦਰਮਿਆਨ, ਇਹ ਬੜਾ ਇੱਕ ਮਹੱਤਵਪੂਰਨ ਸਵਾਲ ਹੋਵੇਗਾ। ਇਹਦੇ ਤੇ ਤੁਸੀਂ ਜਿੰਨਾ ਸਮਾਂ ਲੈਣਾ ਚਾਹੋ 2-4 ਮਿੰਟ ਲੈ ਸਕਦੇ ਹੋ, ਕਿਉਂਕਿ ਹਮੇਸ਼ਾ ਆਪਾਂ ਖੁੱਲ੍ਹ ਦਿਲ ਨਾਲ ਇੰਟਰਵਿਊ ਕੀਤੀ ਹੈ ਤੇ ਖੁੱਲ੍ਹਾ ਸਮਾਂ ਤੁਸੀਂ ਸਾਨੂੰ ਦਿੱਤਾ ਹੈ। ਤੇ ਕੀ ਕਹਿਣਾ ਚਾਹੋਗੇ? ਨੋ ਪ੍ਰੋਬਲਮ ਜੀ। ਮੇਨ ਤਾਂ ਜਿਹੜਾ ਮੇਰਾ ਨਿਸ਼ਾਨ ਇਹੀ ਰਿਹਾ ਆ ਜਦੋਂ ਮੈਂ ਸਿਆਸਤ ਦੇ ਵਿੱਚ ਵੀ ਆਇਆ ਸੀ ਕਿ ਜੇ ਮੇਰੇ ਪਿਤਾ ਜੀ ਨੂੰ ਮੌਕਾ ਮਿਲਿਆ ਤੇ ਮੇਰੇ ਪਰਿਵਾਰ ਨੂੰ ਮੌਕਾ ਮਿਲਿਆ ਤਾਂ ਹੋਰਾਂ ਨੂੰ ਵੀ ਇਹਦਾ ਮੌਕਾ ਮਿਲਣਾ ਚਾਹੀਦਾ। ਮੇਰੇ ਪਿਤਾ ਜੀ ਇੱਕ ਛੋਟਾ ਜਿਹਾ ਪਿੰਡ ਚੱਕ 12 PS ਤੋਂ ਆਏ ਸੀਗੇ, ਰਾਜਸਥਾਨ ਤੋਂ। ਇੱਥੇ ਕੈਨੇਡਾ ਆਏ ਕਿਉਂਕਿ ਇੱਥੇ ਡਾਲਰ ਮਿਲਦੇ ਸੀਗੇ, ਉਹ ਡਾਲਰ ਵਾਪਸ ਭੇਜਦੇ ਸੀਗੇ, ਜਿਸ ਦੇ ਨਾਲ ਪਰਿਵਾਰ ਦਾ ਥੋੜਾ ਬਹੁਤਾ ਕੰਮਕਾਰ ਚੱਲਦਾ ਸੀਗਾ। ਫਿਰ ਉਹਨਾਂ ਨੇ ਮਨ ਬਣਾਇਆ ਇੱਥੇ ਰਹਿਣ ਨੂੰ, ਕਿਉਂਕਿ ਉਹਨਾਂ ਨੂੰ ਸੀਗਾ ਇਹ ਸੁਪਨਾ ਸੀਗਾ ਕਿ ਸਾਡੇ ਜਿਹੜੇ ਗਾਂ ਬੱਚੇ ਆ ਉਹ ਤਰੱਕੀ ਕਰੋਗੇ, ਪੜ੍ਹ ਲਿਖ ਜਾਓਗੇ। ਸੋ ਇਹ ਸਾਰੇ ਜੇ ਸਾਨੂੰ ਸਹੂਲਤਾਂ ਮਿਲੀਆਂ, ਸਾਰਾ ਕੁਝ ਜਿਹੜਾ ਸਾਨੂੰ ਮਿਲਿਆ ਇਸ ਵਧੀਆ ਮੁਲਕ ਕਰਕੇ ਮਿਲਿਆ। ਸੋ ਮੇਰਾ ਭਾਵ ਇਹ ਕਹਿਣ ਦਾ ਆ ਕਿ ਜਦੋਂ ਮੈਂ ਸਿਆਸਤ ਦੇ ਵਿੱਚ ਸ਼ੁਰੂ ਕੀਤਾ ਹਿੱਸਾ ਪਾਉਣਾ, ਮੇਰਾ ਇਹੀ ਨਿਸ਼ਾਨਾ ਸੀ ਕਿ ਹੋਰ ਪਰਿਵਾਰਾਂ ਨੂੰ ਵੀ ਉੱਦਾਂ ਦਾ ਮੌਕਾ ਮਿਲੇ ਜਿੱਦਾਂ ਮੇਰੇ ਪਿਤਾ ਜੀ ਨੂੰ ਤੇ ਮੇਰੇ ਭਰਾ ਨੂੰ ਤੇ ਮੇਰੇ ਮਦਰ ਨੂੰ ਤੇ ਮੈਨੂੰ ਮਿਲਿਆ। ਸੋ ਇਕਨੋਮਿਕਲੀ ਮੇਰੀ ਬੈਕਗ੍ਰਾਉਂਡ ਵੀ MBA ਆ, ਅਕਾਊਂਟਿੰਗ ਆ, ਫਾਈਨੈਂਸ ਦੇ ਵਿੱਚ ਆ। ਸੋ ਜਿਹੜੀ ਇਕਨੋਮਿਕ ਪਾਲਿਸੀਜ਼ ਆ, ਇਕਨੋਮਿਕ ਪੋਰਟਫੋਲੀਓ ਆ, ਉਹਦੇ ਵਿੱਚ ਕਾਫੀ ਮੈਂ ਇੰਟਰਸਟ ਲਿਆ। ਤਾਂ ਪਿਛਲੇ 5 ਸਾਲ ਦੇ ਵਿੱਚ ਜਿਹੜਾ ਮੈਨੂੰ ਮੌਕਾ ਮਿਲਿਆ ਸੀਗਾ was to turn around the economy. ਤੁਹਾਨੂੰ ਯਾਦ ਹੋਣਾ 2015 ਦੇ ਵਿੱਚ ਅਨਐਮਪਲੋਇਮੈਂਟ ਰੇਟ was close to 8%, above 7%. ਜੀ ਸਾਡਾ ਜਿਹੜਾ ਗਰੋਥ ਰੇਟ ਸੀਗਾ was the lowest, one of the lowest amongst the G7 ਦੂਜੇ ਮੁਲਕਾਂ ਦੇ ਨਾਲ ਜੋ ਕੰਪੇਅਰ ਕਰਦੇ ਸੀਗੇ। ਅਸੀਂ ਇੱਕ ਪਲਾਨ ਪੇਸ਼ ਕੀਤਾ, ਇਨੋਵੇਸ਼ਨ ਐਂਡ ਸਕਿੱਲਸ। ਅਸੀਂ ਲੋਕਾਂ ਦੀ ਐਜੂਕੇਸ਼ਨ 'ਚ ਇਨਵੈਸਟ ਕੀਤਾ, ਇਨਫਰਾਸਟਰਕਚਰ 'ਚ ਇਨਵੈਸਟ ਕੀਤਾ, ਅਸੀਂ ਟੈਕਨੋਲੋਜੀ 'ਚ ਇਨਵੈਸਟ ਕੀਤਾ। ਉਸ ਦੇ ਨਾਲ unemployment rate ਘਟਿਆ to 5.4%. Over 1 million jobs were created. ਸਾਡਾ ਜਿਹੜਾ growth rate ਸੀਗਾ ਦੂਜੇ ਦੇ ਮੁਲਕਾਂ ਦੇ ਨਾਲ was one of the best. ਸੋ ਅਸੀਂ ਪਲਾਨ ਪੇਸ਼ ਕੀਤਾ, ਅਸੀਂ ਲੋਕਾਂ ਨਾਲ ਰਲ ਮਿਲ ਕੇ ਕੰਮ ਕੀਤਾ, ਲੋਕਾਂ ਦੇ ਨਾਲ ਇਨਵੈਸਟ ਕੀਤਾ। ਆਪਣੇ ਇਲਾਕੇ ਦੇ ਵਿੱਚ ਮਿਸਿਸਾਗਾ ਮਾਲਟਨ ਦੇ ਇਲਾਕੇ ਦੇ ਵਿੱਚ ਅਸੀਂ ਕੈਨੇਡਾ ਚਾਈਲਡ ਬੈਨੀਫਿਟ ਅੱਗੇ ਲਾਗੂ ਕੀਤਾ, ਜਿਸ ਦੇ ਨਾਲ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਮੌਕਾ ਮਿਲਿਆ ਸੋ ਉਹ ਵੀ ਤਰੱਕੀ ਕਰ ਸਕਣ। 25,000 ਬੱਚਿਆਂ ਨੂੰ ਇਲਾਕੇ ਦੇ ਵਿੱਚ $7,000 ਮਹੀਨੇ ਦਾ ਉਹਨਾਂ ਨੂੰ ਕੈਨੇਡਾ ਚਾਈਲਡ ਬੈਨੀਫਿਟ ਦੀ ਪੇਮੈਂਟ ਮਿਲੀ। ਸੋ ਮੈਂ ਮਹਿਸੂਸ ਕਰਦਾ ਇਹਦੇ ਦੀਆਂ ਇਕਨੋਮਿਕ ਪਾਲਿਸੀਜ਼, ਸੋਸ਼ਲ ਪਾਲਿਸੀਜ਼ ਦੇ ਨਾਲ ਕਾਫੀ ਲੋਕਾਂ ਨੂੰ ਫਾਇਦਾ ਹੋਇਆ। ਫਿਰ ਆ ਪਿਛਲੇ ਸਾਲ ਕੋਵਿਡ ਕਰਕੇ ਇਕੋਨਮੀ ਨੂੰ ਬਹੁਤ ਸੱਟ ਲੱਗੀ, ਲੋਕਾਂ ਨੂੰ ਬਹੁਤ ਸੱਟ ਲੱਗੀ, ਪਰ ਅਸੀਂ ਵੈਰੀ ਕੁਇਕਲੀ ਇੰਡਸਟਰੀ ਨੂੰ ਮੋਬਿਲਾਈਜ਼ ਕੀਤਾ। ਅਸੀਂ ਬਿਜ਼ਨੈਸ ਨੂੰ ਉਹਨਾਂ ਨਾਲ ਰਲ ਮਿਲ ਕੇ ਕੰਮ ਕਰਕੇ ਤੇ ਜਿਹੜੀ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਹੈ ਜਿਹਨੂੰ PPE ਕਹਿੰਦੇ ਆ, ਅਸੀਂ ਕਾਫੀ ਇਸ ਮੁਲਕ 'ਚ ਪ੍ਰੋਡਿਊਸ ਕਰਨ ਲੱਗੇ। ਵੈਂਟੀਲੇਟਰਸ, ਗਾਊਨਸ, ਆਪਣੇ ਹੈਂਡ ਸੈਨੀਟਾਈਜ਼ਰਸ, ਮਾਸਕਸ। 50% ਜਿਹੜੀ ਸਾਡੀ ਹੁਣ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਆ ਇਸ ਸੋਰਸ ਲੋਕਲੀ ਇੱਥੇ ਕੈਨੇਡੀਅਨ ਬਿਜ਼ਨੈਸਿਸ ਤੋਂ ਮਿਲ ਰਹੀ ਆ। ਪਰ ਮਾਰਚ ਵਿੱਚ that was close to 0%. ਸੋ ਇਹ ਵੀ ਮੈਂ ਮਹਿਸੂਸ ਕਰਦਾ ਬਹੁਤ ਵੱਡੀ ਲੈਗੇਸੀ ਆ, ਇਹ ਬਹੁਤ ਵੱਡੀ ਤਰੱਕੀ ਆ, ਕਿਉਂਕਿ ਸਿੰਸ World War II ਉਸ ਸਮੇਂ ਤੋਂ ਲਾ ਕੇ ਤੇ ਹੁਣ ਤੱਕ ਦੇਖਦੇ ਹਾਂ ਕਦੀ ਨਹੀਂ ਇੰਨੀ ਕੁਇਕਲੀ ਇੰਡਸਟਰੀ ਨੇ ਆਪਣੇ ਆਪ ਨੂੰ ਮੋਬਿਲਾਈਜ਼ ਕੀਤਾ। ਇਹਨਾਂ ਦਾ ਫਾਇਦਾ ਲੋਕਾਂ ਨੂੰ ਹੋਇਆ, ਜਾਨਾਂ ਬਚੀਆਂ, ਜੌਬਸ ਬਚੀਆਂ। ਸੋ ਮੈਂ ਮਹਿਸੂਸ ਕਰਦਾ ਇਹ ਬਿਗ ਅਚੀਵਮੈਂਟ ਹੈ ਵੀ। ਇਹ ਪ੍ਰਾਪਤੀਆਂ ਗਣਾਈਆਂ ਗਈਆਂ ਨੇ ਜੀ, ਔਰ ਸਾਡੇ ਵੱਲੋਂ ਬਹੁਤ ਸਾਰੀਆਂ ਬੈਸਟ ਵਿਸ਼ੇਸ ਦੇ ਨਾਲ। ਇਸ ਤੋਂ ਪਹਿਲਾਂ ਕਿ ਮੈਂ ਵਿਦਾ ਲਵਾਂ, ਇਹ ਲਾਈਨਾਂ ਬੜੇ ਚਿਰ ਦੀਆਂ ਫਲੈਸ਼ ਹੋ ਰਹੀਆਂ ਨੇ। ਵਿਦ ਡਿਊ ਰਿਸਪੈਕਟ ਮੈਂ ਬੇਨਤੀ ਕਰਾਂਗਾ ਸਵਾਲ ਸਿੰਪਲ ਰੱਖਿਆ ਜਾਵੇ। ਨਵਦੀਪ ਜੀ, ਜਿਵੇਂ ਤੁਸੀਂ ਦੱਸਿਆ ਕਿ ਪਿਛੋਕੜ ਤੁਸੀਂ
ਭਾਰਤ ਤੋਂ ਤੁਹਾਡੇ ਸਤਿਕਾਰਯੋਗ ਪਿਤਾ ਜੀ ਰਾਜਸਥਾਨ ਤੋਂ ਆਏ। ਹੁਣ ਕੀ ਰਾਜਸਥਾਨ, ਕੀ ਪੰਜਾਬ, ਕੀ ਹਰਿਆਣਾ, ਕੀ ਬੰਗਾਲ, ਕੀ ਮੱਧ ਪ੍ਰਦੇਸ਼ 70 ਤੋਂ ਉੱਤੇ ਕਿਸਾਨ ਜਿਹੜੇ ਨੇ ਉੱਥੇ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ। ਤੁਹਾਨੂੰ ਪਤਾ ਕਿ ਕਿੰਨੀ ਸਰਦੀ ਹੈ ਉੱਥੇ। ਕਿਸਾਨ ਜਿਹੜੇ ਆਪਣੇ ਮੰਗਾਂ ਵਾਸਤੇ ਜਿਹੜੀਆਂ ਨੇ ਬੈਠੇ ਹੋਏ ਨੇ। ਇਹਦੇ ਉੱਤੇ ਮਾਨਯੋਗ ਜਸਟਿਨ ਟਰੂਡੋ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਹੈ, ਉਸ ਨੂੰ ਲੈ ਕੇ ਬੜਾ ਚਰਚਾ ਵੀ ਛਿੜੀ। ਪਰ ਕੀ ਉਦੋਂ ਬਾਅਦ ਹੁਣ ਜਿਵੇਂ ਐਜ ਏ ਮੈਂਬਰ ਪਾਰਲੀਮੈਂਟ ਤੁਸੀਂ ਕਿਤੇ ਇਹਦਾ ਜ਼ਿਕਰ ਕੀਤਾ ਪਾਰਲੀਮੈਂਟ ਦੇ ਵਿੱਚ, ਜਾਂ ਅੱਜ ਦੇ ਪ੍ਰੋਗਰਾਮ 'ਚ ਕੀ ਕਹਿਣਾ ਚਾਹੋਗੇ ਉਹਨਾਂ ਜਿਹੜੇ 70 ਤੋਂ ਉੱਤੇ ਕਿਸਾਨ ਇਸ ਵਕਤ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ, ਤੇ ਇਹਦੇ 'ਤੇ ਤੁਹਾਡਾ ਕੋਈ ਪ੍ਰਤੀਕਰਮ ਜੇ ਦੇਣਾ ਚਾਹੋ ਤੇ? No, it's a big loss. It's a very, very sad development. It's ਆਪਣੇ ਵੱਲੋਂ, ਆਪਣੀ ਸਰਕਾਰ ਵੱਲੋਂ ਅਸੀਂ ਵਾਰ-ਵਾਰ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਹੱਕ ਮਿਲਣਾ ਚਾਹੀਦਾ ਹੈ ਆਪਣਾ ਪ੍ਰੋਟੈਸਟ ਕਰਨ ਦਾ, ਆਪਣੇ ਵਿਚਾਰ ਸਾਂਝੇ ਕਰਨ ਦਾ, ਪੀਸਫੁਲ ਅਸੈਂਬਲੀ। ਸ਼ੁਰੂ ਤੋਂ ਲਾ ਕੇ ਪ੍ਰਾਈਮ ਮਿਨਿਸਟਰ ਨੇ ਬੜੇ ਸਖਤ ਬਿਆਨ ਦਿੱਤੇ ਆ। ਅਸੀਂ ਆਪਣੇ ਵੱਲੋਂ ਵੀ ਇਹ ਜਿਹੜੇ ਵਿਚਾਰ ਆ ਇੰਡੀਆ ਨਾਲ ਸਾਂਝੇ ਕੀਤੇ ਆ, ਐਂਡ ਅਸੀਂ ਚਾਹੁੰਦੇ ਹਾਂ ਕਿ ਇਹਦਾ ਪੀਸਫੁਲ ਰੈਜ਼ੋਲੂਸ਼ਨ ਕੀਤਾ ਜਾਵੇ। ਸੋ ਅਸੀਂ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਹਾਂ, ਬਟ ਅਸੀਂ ਚਾਹੁੰਦੇ ਕਿ ਪੀਸਫੁਲ ਢੰਗ ਦੇ ਨਾਲ ਸੋਲੂਸ਼ਨ ਲੱਭੇ ਜਾਣ। ਜੀ ਵੈਲਕਮ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ। ਹੈਲੋ ਹਾਂਜੀ, ਨਾਮ? ਹਾਂਜੀ ਬਲਵੀਰ ਜੀ। ਜੀ ਬਲਵੀਰ ਜੀ, ਹਾਂਜੀ ਕੀ ਹਾਲ ਹੈ ਜੀ? ਚੜ੍ਹਦੀ ਕਲਾ, ਤੁਸੀਂ ਸੁਣਾਓ? ਕੀ ਹਾਲ ਨਵਦੀਪ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਵਦੀਪ ਜੀ ਤੁਹਾਡਾ ਮੈਂ ਵੈਲਕਮ ਔਨ ਰੇਡੀਓ। ਪਰ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਕਹਿੰਦੇ ਵੀ ਯੂ ਆਰ ਇਨਵੋਲਵ ਇਨ 2 cases। ਹਾਂਜੀ, ਉਹ 2 cases, ਇੱਕ ਤਾਂ ਗੋਰਵੇ ਵਾਲਾ, ਹਾਂਜੀ, ਤੇ ਇੱਕ ਦੂਸਰਾ ਫੋਰਟ ਏਰੀਆ। ਤੁਸੀਂ ਉਹਦੇ ਬਾਰੇ ਕੀ ਕਹੋਗੇ? ਥੈਂਕ ਯੂ ਵੈਰੀ ਮਚ ਫॉर द ਕੁਐਸਚਨ ਬਲਵੀਰ ਵੀਰ ਜੀ, ਤੁਹਾਡਾ ਵੀ ਬਹੁਤ ਧੰਨਵਾਦ। ਤੁਸੀਂ ਵੀ ਕਾਫੀ ਸਾਥ ਦਿੱਤਾ ਸ਼ੁਰੂ ਤੋਂ ਲਾ ਕੇ। ਮੈਂ ਅਗੇਨ ਜਿੱਦਾਂ ਆਪਣੇ ਹੋਸਟ ਨੂੰ ਦੱਸਿਆ ਸੀਗਾ ਦਿਲਬਾਗ ਚਾਵਲੇ ਨੂੰ ਕਿ ਇਹ ਕੰਪਲੀਟਲੀ ਫਾਲਸ ਹੈ, ਇਹ 'ਚ ਕੋਈ ਸੱਚਾਈ ਨਹੀਂ ਜੀ। ਠੀਕ ਹੈ ਜੀ ਜੀ। ਤੁਹਾਡਾ ਨਾਮ ਕਿਉਂ ਆ ਰਿਹਾ? ਕਿਉਂਕਿ ਆਪਣੇ ਐਲੀਗੇਸ਼ਨ ਕੋਈ ਵੀ ਲਾ ਸਕਦਾ ਵਿੱਚ। ਕੀ ਤੁਸੀਂ ਉਹਨਾਂ ਨੂੰ ਚੈਲੰਜ ਕਰੋਗੇ ਨਵਦੀਪ ਜੀ? ਹਾਂਜੀ, ਤੁਸੀਂ ਉਹਨਾਂ ਨੂੰ ਚੈਲੰਜ ਕਰੋਗੇ? ਬਿਲਕੁਲ, ਮੈਂ ਬਿਆਨ ਦਿੱਤੇ ਕਿ ਗਲਤ ਹੈ। ਮੈਂ ਪਬਲਿਕ ਸਟੇਟਮੈਂਟਸ ਵੀ ਦਿੱਤੀਆਂ, ਵੈਰੀ ਕਲੀਅਰਲੀ ਇਹਨੂੰ ਡਿਨਾਊਂਸ ਕੀਤਾ। ਫਿਰ ਦੂਸਰਾ ਕੁਐਸਚਨ ਮੇਰਾ ਇਹ ਹੈ ਵੀ ਜਿੰਨਾ ਚਿਰ ਤੁਸੀਂ ਆਪਦੀ ਪਾਵਰ 'ਚ ਰਹੇ ਹੋ, ਤੁਸੀਂ ਆਪਦੀ ਪਾਵਰ ਨੂੰ ਅਬਿਊਜ਼ ਬਹੁਤ ਕੀਤਾ। ਕਿਉਂਕਿ ਕੰਪੇਨ ਦੇ ਵਿੱਚ ਆ ਕੇ, ਕੰਪੇਨ ਦੇ ਕੋਚ ਚੇਅਰ ਹੋਣ ਕਰਕੇ ਪਾਵਰ ਨੂੰ, ਜਿੰਨੀ ਪਾਵਰ ਯੂਜ਼ ਨਹੀਂ ਕਰਨੀ ਚਾਹੀਦੀ ਸੀ, ਤੁਸੀਂ ਜੋ ਵੀ ਆਪਣੇ ਲਿਆਂਦੇ ਆ ਕੈਂਡੀਡੇਟ, ਉਹ ਫਰੈਂਡਸ ਲਿਆਂਦੇ ਨੇ, ਤੇ ਦੂਸਰੇ ਲੋਕਾਂ ਨੂੰ ਫਿਰ ਗ੍ਰੀਨ ਲਾਈਟਾਂ ਦੇਣ ਦੀ ਕੀ ਲੋੜ ਸੀਗੀ ਤੁਹਾਨੂੰ? ਇਹ ਸਵਾਲ ਪਹਿਲਾਂ ਮੈਂ ਕਰ ਚੁੱਕਾ। ਨਹੀਂ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਚਾਵਲਾ ਸਾਹਿਬ ਕਿ ਜਿਹੜਾ ਵੀ ਬੰਦਾ ਸਵਾਲ ਪੁੱਛੇ ਨਾ, ਉਹ ਆਪਣੀ ਸਟੋਰੀ ਵੀ ਪ੍ਰੋਪਰਲੀ ਦੱਸੇ। ਸੋ ਜੇ ਇਹ ਸਵਾਲ ਪੁੱਛ ਰਹੇ ਸਾਡੀ ਓਵਰਆਲ ਪਾਲਿਸੀ ਤੇ ਜੀ ਸਦਕੇ, ਪਰ ਜੇ ਆਪਣੀ ਪਰਸਨਲ ਇਸ਼ੂ ਲੈ ਕੇ ਰੇਡੀ ਤੇ ਗੱਲ ਕਰਨਾ ਚਾਹੁੰਦੇ, ਇਹਨਾਂ ਨੂੰ ਵੀ ਪਤਾ ਹੈ ਕਿ ਮੈਂ ਕਿਸੇ ਪਰਸਨਲ ਇਸ਼ੂ ਦਾ ਗੱਲ ਨਹੀਂ ਕਰਦਾ ਪਬਲਿਕਲੀ। ਜਿਹੜੇ ਪ੍ਰਾਈਵੇਟ ਮੈਟਰ ਹੁੰਦੇ ਆ ਕਿਸੇ ਵੀ ਇਨਸਾਨ ਦੇ ਮੈਟਰ ਕਰਦਾ ਹੈ। ਸੋ ਮੈਂ ਆਪਣੇ ਵੱਲੋਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਪ੍ਰੋਸੈਸ ਹੈਗਾ ਪਾਰਟੀ ਦੇ ਵਿੱਚ। ਉਹਨਾਂ ਲੋਕ ਖੁਸ਼ ਵੀ ਹੁੰਦੇ, ਨਾਰਾਜ਼ ਵੀ ਹੁੰਦੇ ਆ, ਪਰ ਮੈਂ ਕਦੀ ਵੀ ਕਿਸੇ ਦੀ ਪਰਸਨਲ ਇਸ਼ੂ ਪਬਲਿਕ 'ਚ ਗੱਲ ਨਹੀਂ ਕਰਦਾ ਜੀ। ਮਿਹਰਬਾਨੀ ਜੀ। ਅਗਲੀ ਕਾਲ ਲੈ ਲੈਣੇ ਜੀ। ਹੈਲੋ ਸਤਿ ਸ਼੍ਰੀ ਅਕਾਲ ਸੰਦੀਪ ਬੇਟਾ ਜੀ। ਸਤਿ ਸ਼੍ਰੀ ਅਕਾਲ। ਆਓ ਜੀ ਮਿਸਿਸ ਗੋਸਲ, ਕੀ ਹਾਲ ਹੈ? ਬਹੁਤ ਚੰਗਾ ਸੰਦੀਪ ਬੇਟਾ ਜੀ। ਤੁਸੀਂ ਮਨਦੀਪ ਆਪਣੀ ਜਿਹੜੀ ਬੱਚਿਆਂ ਨਾਲ ਤੁਸੀਂ ਇਹ ਜਿਹੜਾ ਡਿਸਾਈਡ ਆਪਣਾ ਫੈਸਲਾ ਲਿਆ, ਇਹਨੂੰ ਖੁਸ਼ੀ ਖੁਸ਼ੀ ਬਤਾਓ। ਲੋਕਾਂ ਨੇ ਤਾਂ ਚੰਗੇ ਵੀ ਕਹਿ ਦੇਣਾ ਵੀ ਇਹਨੇ ਕੁਛ ਕੀਤਾ ਨਹੀਂ, ਕਿਉਂਕਿ ਹੁਣ ਤੁਸੀਂ ਖੁੱਲ ਕੇ ਬੋਲ ਕੇ ਗਏ ਦਿੱਤਾ ਸਾਰੇ ਰੇਡੀਓ ਤੇ। ਇਹ ਜਿਹੜੇ ਇਦਾਂ ਦੇ ਲੋਕ ਹੁੰਦੇ ਕੁਛ ਨਾ ਕੁਛ ਕਹਿੰਦੇ ਰਹਿੰਦੇ ਕਿ ਲੋਕਾਂ ਦਾ ਕੰਮ ਹੈ ਕਹਿਣਾ। ਤੁਸੀਂ ਬੜਾ ਸ਼ਾਬਾਸ਼ ਹੈ ਤੇਰੇ, ਤੂੰ ਇੰਨੇ ਚੰਗੇ ਆਪਣੇ ਉੱਥੇ ਅਹੁਦੇ ਤੇ ਰਿਹਾ, ਨੈਕਸਟ ਟੂ ਟਰੂਡੋ ਤੇ ਸਾਰੀਆਂ। ਮੈਂ ਤੈਨੂੰ ਮੇਰਾ ਤੁਹਾਡੇ ਮੋਰੇ ਸਿਰ ਝੁਕਦਾ। ਇੰਨੀ ਯੰਗ ਉਮਰ ਦੇ ਵਿੱਚ ਤੁਸੀਂ ਇੰਨੀ ਵਾਰ ਜਿੱਤ ਪ੍ਰਾਪਤ ਕੀਤੀ ਆ, ਇੰਨੀ ਖੁਸ਼ੀ ਦੀ ਗੱਲ ਆ। ਹੁਣ ਤੁਹਾਡੀਆਂ ਬੇਟੀਆਂ ਜਿਵੇਂ ਨਾਨਕੀ ਆ, ਮੈਂ ਤੁਹਾਡਾ ਜਵਾਬ ਨਹੀਂ ਲੈਣਾ, ਆਪੇ ਬੋਲ ਕੇ ਚਲੇ ਜਾਣਾ, ਕਿਉਂਕਿ ਮੈਂ ਸ਼ਾਇਦ ਉਸੇ ਵੇਲੇ ਨਾ ਬੜੇ ਪਿਆਰੇ ਆ ਬੱਚਿਆਂ ਦੇ। ਸ਼ਾਇਦ ਕਿੱਦਾਂ ਤੁਸੀਂ ਵੀ ਕਿੱਦਾਂ ਇਹਨੇ ਕਹਿੰਦਾ ਸਾਲ ਹੋ ਗਿਆ ਮੈਨੂੰ ਮੰਮੀ ਉਹਨਾਂ ਨੂੰ ਕਹਿੰਦੇ ਆ, ਉਹ ਮੈਨੂੰ ਕਹਿੰਦੇ ਆ ਕਿਉਂਕਿ ਤੁਹਾਡੀ ਘਰ ਵਾਲੀ ਸ਼ਾਇਦ ਉੱਥੇ ਨੇੜੇ ਉਹ ਵੀ ਜਿਮ ਤੇ ਜਾਂਦੇ, ਕਹਿੰਦੇ ਸਮੀਰ ਦੱਸ ਤੁਹਾਡੇ ਦਾ ਘਰ ਵਾਲੀ ਗੱਲ ਆ ਸ਼ਾਇਦ ਦੇ ਨਾਲ। ਉਹ ਕਹਿੰਦੇ ਵੀ ਉਹਨਾਂ ਨੇ ਸਾਲ ਪਹਿਲਾਂ ਕਹਿੰਦੇ ਆ ਵੀ ਮੈਂ ਬੱਚਿਆਂ ਨੂੰ ਟਾਈਮ ਦੇਣਾ, ਮੇਰੇ ਬੱਚੇ। ਅੱਛਾ, ਤੁਹਾਡੀ ਮਿਸਿਸ ਗੋਸਲ ਬੜੀ ਜਾਣਕਾਰੀ ਰੱਖਦੇ ਹੋ ਤੁਸੀਂ। ਹੈ
ਠੀਕ ਹੈ, ਅਸੀਂ ਇੱਥੇ ਇੰਨੀ ਉਮਰ ਤਦੇ ਐਵੇਂ ਰੇਟ ਤੇ ਬੋਲਦੀ, ਸਾਰੀ ਉਮਰ ਮੇਰਾ ਘਰ ਚਲੋ, ਵਾਲਾ ਮਿਹਰਬਾਨੀ। ਮੈਂ ਅਗਲੀਆਂ ਕਾਲ ਲੈ ਲਵਾਂ। ਮਿਸਿਸ ਗੋਸਲ, ਸੋ ਨਾਈਸ ਆਫ ਅਸੀਂ ਦਾ ਮੈਨੂੰ ਬਰਥਡੇ ਦਾ ਉਹਨੂੰ ਕਾਰਡ ਭੇਜਿਆ, ਮੇਰੇ ਮੈਨੂੰ ਵਧਾਈ ਭੇਜੀ ਹੈ ਟੂਡੋ ਨੇ। ਮੈਂ ਉਦਾਂ ਨਹੀਂ, ਮੈਂ ਬਾਤ ਹੈ, ਯੂ ਆਰ ਵੈਰੀ ਲੱਕੀ ਹੈ, ਯੂ ਆਰ ਵੈਰੀ ਲੱਕੀ ਆ। 2004 ਤੋਂ ਲੈ ਕੇ ਹੁਣ ਤੱਕ ਨਵਦੀਪ ਹੁਣਾਂ ਨਾਲ ਬੈਂਸ ਸਾਹਿਬ ਨਾਲ ਮੈਂ ਇੰਨੀਆਂ ਇੰਟਰਵਿਊ ਕੀਤੀਆਂ ਨੇ। ਪਹਿਲੇ ਮੈਂਬਰ ਪਾਰਲੀਮੈਂਟ ਚੁਣਨ ਤੋਂ ਬਾਅਦ ਮੇਰੇ ਸਟੂਡੀਓ ਚ ਆਇਆ, ਮੈਨੂੰ ਤਾਂ ਕਦੀ ਬਰਥਡੇ ਦੇ ਵਿੱਚ ਨਹੀਂ ਆਈ। ਹੁਣ ਮੈਂ ਫਸ ਗਿਆ ਜੀ, ਹੁਣ ਮੈਂ ਨਾ ਮਿਲਾ ਦੇ ਇੰਟਰਵਿਊ ਛੱਡਣੀ ਪੈਣੀ ਹੈ ਜੀ। ਉਹ ਇੱਕ ਹੈਡ ਆਫ ਪੋਲੀਟੀਸ਼ੀਅਨ, ਪੁੱਛੋ ਸਾਰੇ ਬੱਚੇ। ਥੈਂਕ ਯੂ ਮਿਸਿਸ ਗੋਸਲ, ਸੋ ਨਾਈਸ ਆਫ, ਥੈਂਕ ਯੂ, ਲਵ ਯੂ ਬੱਚੇ ਉਹਨਾਂ ਦੇ, ਲਵ ਯੂ, ਥੈਂਕ ਯੂ। ਚਲੋ ਅਗਲੀ ਕਾਲ ਲੈ ਲੈਣੇ ਜੀ ਕੁਇਕਲੀ। ਜਿਹੜਾ ਜੀ ਵੇਖੋ, ਇਦਾਂ ਹੀ ਆਪਾਂ ਉਦੋਂ ਕਾਲਾਂ ਲਈਆਂ ਸੀਗੀਆਂ, ਸ਼ਿਕਵੇ ਸ਼ਿਕਾਇਤਾਂ ਹਰ ਬੰਦੇ ਦੀਆਂ ਹੋਣਗੀਆਂ। ਮੈਂ ਬਾਰ-ਬਾਰ ਬੇਨਤੀ ਕਰਾਂ ਕਿ ਇੱਕੋ ਹੀ ਕੁਐਸਚਨ ਰਿਪੀਟ ਨਾ ਕੀਤਾ ਜਾਵੇ, ਤੇ ਕੋਈ ਕੁਐਸਚਨ ਅੱਛਾ ਉਤਰਾਅ ਚੜਾਅ ਵੀ ਜ਼ਿੰਦਗੀ ਦੇ ਵਿੱਚ ਹੋਏ ਹੋਣਗੇ। ਕਿਸੇ ਵੇਲੇ ਲੱਗਾ ਕਿ ਜਿਸ ਅਹੁਦੇ ਦੇ ਉੱਤੇ ਉਸ ਅਹੁਦੇ ਤੇ ਜਿਹੜੀ ਜੋ ਕੁਝ ਤੁਸੀਂ ਸੁਪਨੇ ਸਜਾਏ ਨੇ, ਮਤਲਬ ਕੁਐਸਚਨ ਆਇਆ ਕਿ ਸਰਕਾਰਾਂ ਦੇ ਵਿੱਚ ਜਦੋਂ ਸਰਕਾਰਾਂ ਰਨ ਹੁੰਦੀਆਂ ਨੇ, ਕੁਝ ਸਰਕਾਰ ਦੇ ਬਜਟ ਕੁਝ ਹੁੰਦੇ ਨੇ, ਕਰਜ਼ੇ ਚੜ ਜਾਂਦੇ ਨੇ, ਇਸ ਤਰ੍ਹਾਂ ਦਾ ਕੁਝ ਹੈ ਕਿ ਕੈਨੇਡਾ ਸਰਕਾਰ ਦਾ ਇਸ ਵਕਤ ਜਿਹੜਾ ਹੈ ਕਿੰਨਾ ਕੁ ਤੁਹਾਡੇ ਰਾਜ ਦੇ ਵਿੱਚ ਜਿਹੜਾ ਹੈ ਉਹ ਕਰਜ਼ਾ ਹੋਰ ਚੜਿਆ ਹੈ, ਜਿਹੜਾ ਕਹਿਣਾ ਚਾਹੋਗੇ? ਲੋਕ ਵੀਰ ਜੀ, ਕਰਜ਼ਾ ਸਿਰਫ ਕੈਨੇਡਾ ਦੇ ਵਿੱਚ ਨਹੀਂ, ਦੁਨੀਆ ਦੇ ਵਿੱਚ ਹਰ ਮੁਲਕ 'ਚ ਚੜਿਆ ਆ, ਕਿਉਂਕਿ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਿੱਚ ਇਕਨੋਮੀਜ਼ ਨੂੰ ਸ਼ਟ ਡਾਊਨ ਕਰਨਾ ਪਿਆ ਜਾਂ ਕੰਟਰੋਲ ਕਰਨਾ ਪਿਆ। ਤਾਂ ਅਸੀਂ ਚਾਹੁੰਦੇ ਸੀ ਕਿ ਲੋਕ ਘਰ ਰਹਿਣ, ਤਾਂ ਕਰਕੇ ਅਸੀਂ ਵੇਜ ਸਬਸਿਡੀ, ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ, ਬਿਜ਼ਨਸ ਅਕਾਊਂਟ ਬੈਨੀਫਿਟਸ ਬੜੇ ਲਾਗੂ ਕੀਤੇ, ਜਿਸ ਦੇ ਨਾਲ ਲੋਕਾਂ ਨੇ ਅਸੀਂ ਜਾਨਾਂ ਬਚਾਈਏ। ਸਾਨੂੰ ਪਤਾ ਹੈ ਕਿ ਖਰਚਾ ਹੈਗਾ ਹੈ, ਪਰ ਅਸੀਂ ਉਹ ਲੋਕਾਂ ਨੂੰ ਦੱਸਿਆ ਕਿ ਕਿੰਨਾ ਖਰਚਾ ਹੋਊਗਾ, ਇਹਨੇ ਖਰਚਾ ਜ਼ਰੂਰੀ ਸੀਗਾ ਜਾਂ ਨਾ ਅਸੀਂ ਐਕਸ਼ਨ ਲੈਂਦੇ ਨਾ ਵੀਰ ਜੀ, ਤਾਂ ਬਹੁਤ ਹੀ ਲੋਕਾਂ ਨੇ ਮਾਰਨਾ ਸੀ, ਬਹੁਤ ਹੀ ਲੋਕਾਂ ਨੂੰ ਨੁਕਸਾਨ ਪਹੁੰਚਣਾ ਸੀਗਾ। ਤੇ ਸਿਰਫ ਕੈਨੇਡਾ ਦੇ ਵਿੱਚ ਨਹੀਂ, ਦੁਨੀਆ ਦੇ ਵਿੱਚ ਹੋ ਰਿਹਾ ਆ। ਇਹਨੇ ਸਾਰੀ ਇਨਫੋਰਮੇਸ਼ਨ ਅਸੀਂ ਆਪਣੇ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਪੇਸ਼ ਕੀਤੀ ਸੀ। ਜੇ ਕਿਸੇ ਨੂੰ ਇਹ ਡਾਊਟ ਹੋਵੇ ਕਿ ਕੁਐਸਚਨ ਨਹੀਂ ਪਹਿਲਾਂ ਪੁੱਛ ਚੁੱਕਾ, ਜਿਹੜਾ ਚਰਚਾ ਜਿਹੜੀ ਹੈ ਸੋਸ਼ਲ ਨੈਟਵਰਕ ਮੀਡੀਆ ਤੇ ਜਿਹੜੀ ਮੇਨ 2 ਹਾਰਡ ਕੁਐਸਚਨ ਸੀ ਉਹ ਆਪਾਂ ਲੈ ਲਏ ਨੇ। ਉਦੋਂ ਬਾਅਦ ਹੁਣ ਛੋਟੀ ਉਮਰ ਦੇ ਵਿੱਚ ਰਾਜਨੀਤੀ ਤੋਂ ਸਾਈਡ ਤੇ ਹੋਣਾ, ਅਜੇ ਸਾਈਡ ਤੇ ਨਹੀਂ ਹੋਏ, ਅਜੇ ਤਾਂ ਦਰਵਾਜ਼ੇ ਬੰਦ ਕੀਤੇ ਹੀ ਨਹੀਂ। ਜੇ ਇਹੋ ਜਿਹਾ ਕੁਝ ਹੋਇਆ ਜਿਹੜਾ ਕਿ ਮੇਨ ਸਟ੍ਰੀਮ ਮੀਡੀਆ ਤੇ ਲਿਖਿਆ ਜਾ ਰਿਹਾ, ਤੇ ਇਹਦਾ ਮਤਲਬ ਫਿਰ ਤਾਂ ਟੋਟਲੀ ਦਰਵਾਜ਼ੇ ਬੰਦ ਆ। ਇੱਥੇ ਤੇ ਕੋਈ ਰਾਜਨੀਤਿਕ ਆਪਣੇ ਘਰ ਵਾਲੀ ਨੂੰ ਚਪੇੜ ਮਾਰਦੇ ਪੁਲਿਸ ਰਿਪੋਰਟ ਹੋਈ ਹੋਵੇ, ਉਹ ਚੋਣ ਨਹੀਂ ਲੜ ਸਕਦਾ, ਤੇ ਇਹ ਤਾਂ ਫਿਰ ਬੜਾ ਵੱਡਾ ਸਕੈਂਡਲ ਸਾਹਮਣੇ ਆਉਣਾ। ਕੌਣ ਨਵਦੀਪ ਜੀ? ਮੈਂ ਮਾਫ ਕਰਨਾ, ਕਿਹੜੀ ਸਕੈਂਡਲ ਦੀ ਗੱਲ ਕਰ ਰਹੇ ਜੀ? ਜਿਹੜਾ ਕਹਿ ਰਹੇ ਨੇ ਐਲੀਗੇਸ਼ਨ ਲੱਗ ਰਿਹਾ ਜਿਹੜਾ ਤੁਹਾਡੇ ਤੇ, ਜਿਹੜਾ ਕੋਈ ਮੇਨ ਸਟ੍ਰੀਮ ਮੀਡੀਆ ਮੈਂ ਤੁਹਾਨੂੰ ਕਹਿ ਰਿਹਾ ਕਿ ਮਾਫ ਕਰਨਾ ਕਿ ਐਲੀਗੇਸ਼ਨ ਜਿਹੜੇ ਵੀ ਲੱਗ ਰਹੇ ਆ ਉਹਨਾਂ 'ਚ ਕੋਈ ਸੱਚਾਈ ਨਹੀਂ। ਹਾਂ, ਉਹੀ ਤੇ ਮੈਂ ਕਹਿ ਰਿਹਾ ਨਾ, ਮਤਲਬ ਮੈਂ ਕਹਿ ਰਿਹਾ ਕਿ ਜੇ ਸੱਚਾਈ ਹੋਈ ਤੇ ਤੁਸੀਂ ਤਾਂ ਰਾਜਨੀਤੀ ਦੇ ਦਰਵਾਜ਼ੇ ਬੰਦ ਕੀਤੇ ਹੀ ਨਹੀਂ। ਰਹਿੰਦੇ ਜੀ, ਮੈਂ ਕਿੱਥੇ ਜਾਣਾ, ਮਿਸਿਸਾਗਾ 'ਚ ਰਹਿਣਾ, ਇੱਥੇ ਰਹਿਣਾ ਆ, ਆਪਣੇ ਭਾਈਚਾਰੇ 'ਚ ਰਹਿਣਾ ਆ। ਸੋ ਸਿਆਸਤ ਦੇ ਵਿੱਚ ਵੀਰ ਜੀ, ਪੋਲਿਟਿਕਸ ਦੇ ਵਿੱਚ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਹੁਣ ਸੁਣ ਰਹੇ ਆ ਕਿ ਪੋਲਿਟਿਕਸ ਜਾਣ ਕੇ ਤੁਸੀਂ ਬਹੁਤ ਵਧੀਆ ਕੰਮ ਕਰ ਸਕਦੇ ਆ, ਤੁਸੀਂ ਵਧੀਆ ਪਾਲਿਸੀ ਪੇਸ਼ ਕਰ ਸਕਦੇ, ਐਨਵਾਇਰਨਮੈਂਟ ਲਈ, ਪਾਵਰਟੀ ਲਈ, ਐਜੂਕੇਸ਼ਨ ਲਈ, ਪਰ ਨਾਲ ਨਾਲ ਇਹ ਵੀ ਮੰਨਣਾ ਪੈਣਾ ਹੈ ਕਿ ਆਪੋਜੀਸ਼ਨ ਕਰਕੇ, ਵਿਰੋਧਤਾ ਕਰਕੇ ਕਦੀ ਕਦੀ ਲੋਕ ਰੂਮਰਸ ਵੀ ਛੱਡ ਦਿੰਦੇ, ਗਲਤ ਬਿਆਨ ਵੀ ਦੇ ਦਿੰਦੇ ਆ। ਪਰ ਮੇਰਾ ਤਜਰਬਾ ਆ ਕਿ ਇਹ ਸਿਰਫ ਮੇਰੇ ਨਾਲ ਨਹੀਂ ਹੁੰਦਾ, ਸਾਰਿਆਂ ਨਾਲ ਹੁੰਦਾ। ਨਵਦੀਪ ਜੀ, ਤੁਹਾਡੇ ਤੇ ਹਲਕੇ ਦੇ ਇੱਕ ਹਿੱਸਾ ਆ। ਸੋ ਮੈਂ ਬੱਚਿਆਂ ਨੂੰ ਤੇ ਯੂਥ ਨੂੰ ਦੱਸਣਾ ਚਾਹੁੰਦਾ ਆ ਕਿ ਇਹ ਕਦੀ ਪਰਸਨਲ ਨਹੀਂ ਲੈਣ ਦੀ ਜ਼ਰੂਰਤ, ਹਮੇਸ਼ਾ ਮੰਨਣਾ ਪੈਣਾ ਕਿ ਪੋਲਿਟਿਕਸ ਦੇ ਵਿੱਚ ਲੋਕਾਂ ਨੇ ਚੰਗੀਆਂ ਚੀਜ਼ਾਂ ਵੀ ਕਹਿਣੀਆਂ ਤਾਂ ਮਾੜੀਆਂ ਚੀਜ਼ਾਂ ਵੀ ਕਹਿਣੀਆਂ। ਹੁਣ ਤਾਂ ਤੁਹਾਡੇ ਹਲਕੇ ਦੇ ਵਿੱਚ ਜਿਹੜੇ ਨਵੇਂ ਕੈਂਡੀਡੇਟ ਨੇ ਉਹਨਾਂ ਤੇ ਬੈਠਕਾਂ ਮਾਰਨੇ ਸ਼ੁਰੂ ਕਰ ਦਿੱਤੀਆਂ ਹੋਣੀਆਂ ਨੇ। ਲੋਕ ਵੀਰ ਜੀ, ਮੈਂ ਤਾਂ ਸਾਰਿਆਂ ਲਈ ਇਹ ਅਰਦਾਸ ਕਰਦਾ ਹਾਂ ਕਿ ਸਾਰੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਸਾਰੇ ਖੁਸ਼ ਰਹਿਣ। ਆ ਜਿਹੜਾ ਸਮਾਂ ਬੜਾ ਔਖਾ ਹੈ ਲੋਕਾਂ ਲਈ। ਜੈਨ ਮੈਂ ਜਿਹੜਾ ਸ਼ੁਰੂ 'ਚ ਕਿਹਾ ਸੀਗਾ, ਮੈਂ ਸੱਚੀ ਮੁੱਚੀ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ ਕਿ ਜਿਹੜਾ ਮੈਨੂੰ ਕਿਸਮਤ ਮਿਲੀ ਹੈ ਲੋਕਾਂ ਦੀ ਸੇਵਾ ਕਰਨ ਲਈ। ਇਟਸ ਅ ਬਿਗ ਆਨਰ ਐਂਡ ਕੋਈ ਨਾ ਖੁਸ਼ ਵੀ ਹੈ, ਕੋਈ ਨਾਰਾਜ਼ ਵੀ ਹੈ, ਪਰ ਮੈਂ ਬਹੁਤ ਤੁਹਾਡੇ ਵੋਟਰ ਤਾਂ ਜਿਹੜੇ ਤੁਹਾਡੇ ਹਲਕੇ ਦੇ ਵੋਟਰ ਸਪੋਰਟਰ ਨੇ ਡੈਫੀਨੇਟਲੀ, ਕਿਉਂਕਿ ਉਹਨਾਂ ਦਾ ਐਡੇ ਵੱਡੇ ਕੱਦ ਦਾ ਜਿਹੜਾ ਵੇਖੋ ਜਿਹੜਾ ਕੈਬਨਿਟ ਮੰਤਰੀ ਹੈ ਉਹ ਅਸਤੀਫਾ ਦੇ ਜਵੇ, ਉੱਥੇ ਕਿਤੇ ਨਾ ਕਿਤੇ ਤਾਂ ਜ਼ਰੂਰ ਨਿਰਾਸ਼ਾ ਆਉਂਦੀ ਹੈ ਨਾ ਉਹਨਾਂ ਦੀ। ਥੋੜਾ ਕੱਟ ਹੋ ਰਹੀ ਸੀ ਕਿ ਮੈਨੂੰ ਸੁਣ ਨਹੀਂ ਰਿਹਾ ਸੀ, ਦੱਸੋਗੇ? ਮਤਲਬ ਏਡੇ ਵੱਡੇ ਕੱਦ ਦਾ ਜਿਹੜਾ ਉਹਨਾਂ ਦਾ ਜਿਹੜਾ ਮਤਲਬ ਮੰਤਰੀ ਮੰਡਲ ਦੇ ਵਿੱਚੋਂ ਤੁਹਾਡੇ ਜਿਹੜੇ ਰਾਈਡਿੰਗ ਆ, ਜਿਹੜੀ ਜਿਸ ਹਲਕੇ ਤੁਸੀਂ ਮੈਂਬਰ ਪਾਰਲੀਮੈਂਟ ਹੋ, ਉਹ ਵੋਟਰ ਸਪੋਰਟਰ ਤਾਂ ਥੋੜਾ ਜਿਹਾ ਚਿੰਤਾ ਦੇ ਵਿੱਚ, ਨਿਰਾਸ਼ ਤਾਂ ਜ਼ਰੂਰ ਹੋਣਗੇ ਵੀ ਯਾਰ ਸਾਡੇ ਨੇਤਿਆਂ ਨੇ ਏਡੀ ਛੇਤੀ ਕਿਉਂ ਕਰਤਾ ਹੈ, ਕੀ ਕਰ ਦਿੱਤਾ। ਇਹ ਤਾਂ ਬੜੇ ਸਵਾਲ ਹੈ ਜੇ ਤੁਹਾਨੂੰ ਅਜੇ ਤਾਂ ਸਾਲ ਲੱਗ ਜਾਣਾ ਪੂਰਾ ਜਵਾਬ ਦਿੰਦਿਆਂ। ਹਾਂ ਨਹੀਂ, ਬਿਲਕੁਲ ਮੈਂ ਤੁਹਾਨੂੰ ਸਹਿਮਤ ਹਾਂ। ਜਦੋਂ ਹੁਣ ਕੋਵਿਡ ਦੇ ਰਿਸਟ੍ਰਿਕਸ਼ਨ ਲੂਜ਼ ਹੋ ਗਏ, ਮੈਂ ਬਾਹਰ ਜਾ ਕੇ ਪ੍ਰੋਪਰਲੀ ਮਿਲ ਸਕੂੰਗਾ, ਫੇਸ ਟੂ ਫੇਸ ਮੈਂ ਐਕਸਪਲੇਨ ਕਰੂੰਗਾ ਆਪਣੇ ਬੱਚਿਆਂ ਬਾਰੇ, ਪਰਿਵਾਰ ਬਾਰੇ।
ਇਹਨ ਜਿੱਥੋਂ ਲੋਕ ਸੈਡਨੈਸ ਵੀ ਸ਼ੋਅ ਕਰਦੇ ਆ, ਉਹਨਾਂ ਦੀ ਇੰਟੈਂਸ਼ਨ ਗੁੱਡ ਆ, ਸੋਚ ਗੁੱਡ ਆ, ਹਮੇਸ਼ਾ ਹੀ ਚੰਗੀ ਸਲਾਹ ਦਿੱਤੀ ਆ। ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਚਲੋ ਇੱਕ ਕਾਲ ਹੋਰ ਲੈ ਲੈਣੇ ਜੀ, ਸਾਰੀਆਂ ਫਲੈਸ਼ ਕਰ ਰਹੀਆਂ, ਸਿਰਫ 5 ਮਿੰਟ ਮੈਂ ਕਾਲਾਂ ਲੈਣੀਆਂ ਨੇ ਦੋਸਤੋ। ਹੋ ਰਿਹਾ ਇਨ ਐਂਡ ਆਊਟ ਕੱਟ ਹੋ ਰਿਹਾ, ਮੈਂ ਟਰਾਈ ਕਰ ਰਿਹਾ ਕਿ ਮੇਰੇ ਪੱਕਾ ਕਨੈਕਸ਼ਨ ਹੈ ਤੁਹਾਡੇ ਪਿੱਛੋਂ। ਹੈਲੋ ਨਹੀਂ ਠੀਕ ਹੈ ਜੀ, ਹੁਣ ਠੀਕ ਹੈ, ਠੀਕ ਹੈ ਆਵਾਜ਼। ਹੈਲੋ ਹੁਣ ਠੀਕ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ। ਅਸੀਂ ਕਾਲ ਕੁਇਕਲੀ ਕੀ ਸਵਾਲ ਹੈ ਵੀਰ ਜੀ, ਕੀ ਨਾਮ? ਮੇਰਾ ਨਾਮ ਹੈ ਕੁਲਦੀਪ ਜੀ। ਮੈਂ ਪਹਿਲਾਂ ਦੱਸਦਾ ਵੀ ਮੈਂ ਵੀ ਇੱਕ ਸਟੂਡੈਂਟ ਇਮੀਗ੍ਰੈਂਟ ਦੇ ਤੌਰ ਤੇ ਸਟੂਡੈਂਟ ਆਇਆ ਸੀ ਪਹਿਲਾਂ, ਤੇ ਹੁਣ ਮੈਂ ਪੱਕਾ ਹੋਇਆ ਹਾਂ। ਤੇ ਮੇਰਾ ਕੁਐਸਚਨ ਦੋ ਪੁਆਇੰਟਸ ਤੋਂ ਆ ਵੀ ਕੁਝ ਦੇਰ ਪਹਿਲਾਂ ਮੈਂ ਰਿਪੋਰਟ ਪੜ੍ਹ ਰਿਹਾ ਸੀਗਾ ਆਪਣੇ ਨਿਊਜ਼ਪੇਪਰਸ ਦੇ ਵਿੱਚ ਵੀ, ਇੱਥੇ ਸੀਗਾ ਥੋੜਾ ਬਹੁਤ ਵੀ ਜਿਹੜੀ ਹੁਣ ਆਪਾਂ ਇੰਪਲੋਇਮੈਂਟ ਦੀ ਗੱਲ ਕਰਦੇ ਆ, ਇਹ ਮੋਸਟਲੀ ਕੰਟਰੈਕਚੁਅਲ ਬੇਸਡ ਇੰਪਲੋਇਮੈਂਟ ਆ, ਫੁੱਲ ਟਾਈਮ ਪਰਮਾਨੈਂਟ ਇੰਪਲੋਇਮੈਂਟ ਇਹਦੇ ਵਿੱਚ ਘੱਟ ਵਾ ਨਾ। ਤੇ ਹੁਣ ਆਪਣੀ ਗਵਰਨਮੈਂਟ ਕਹਿ ਰਹੀ ਹੈ ਵੀ ਆਪਾਂ ਇਮੀਗ੍ਰੇਸ਼ਨ ਹੋਰ ਵਧਾਉਣੀ ਆ ਨਾ, ਤੇ ਵਾਈ ਨਾਟ ਵੀ ਆਪਣਾ ਜਿਹੜਾ 50 to 60 ਜਿਹੜਾ ਆਪਣਾ ਇਮੀਗ੍ਰੇਸ਼ਨ ਦਾ ਪਿਛਲੇ ਸਟਰਕਚਰ ਰਿਹਾ ਵਾ ਵੀ ਫੈਮਿਲੀ ਯੂਨੀਅਨ ਦਾ, ਉਹਨੂੰ ਆਪਾਂ ਬਦਲ ਕੇ ਥੋੜਾ ਜਿਹਾ ਆਪਾਂ ਇਕੋਨਮਿਕ ਪੱਖੋਂ ਜਾਂ ਹੋਰ ਜਿਹੜੀ ਆਪਾਂ ਵਧੀਆ ਆਪਾਂ ਇਕੋਨਮੀ ਨੂੰ ਪਲੱਸ ਕਰ ਸਕੀਏ ਆਪਣੇ ਇੱਥੇ ਹੋਰ ਜੀ, ਉਹਦੇ ਪੱਖੋਂ ਆਪਾਂ ਇਮੀਗ੍ਰੇਸ਼ਨ ਸ਼ੁਰੂ ਕਰੀਏ। ਕਿਉਂਕਿ ਹੁਣ ਟਾਈਮਸ ਇੰਨੇ ਹਾਰਡ ਨੇ ਵੀ ਜਿਹੜੇ ਇੱਥੇ ਆਲਰੇਡੀ ਪਹਿਲਾਂ ਹੈਗੇ ਆ, ਦੇ ਆਰ ਲਾਈਕ ਪਹਿਲਾਂ ਹੀ ਬਹੁਤ ਡਿਫਿਕਲਟ ਹੈ ਇੱਥੇ ਜੌਬਸ ਲੱਭਣੀਆਂ ਰਾਈਟ ਨਾਓ। ਇਕੋਨਮੀ ਨੋ ਡਾਊਟ ਬੂਮ ਹੋ ਰਹੀ ਹੈ, ਪਰ ਪਰਮਾਨੈਂਟ ਜੌਬਸ ਨਹੀਂ ਹੈਗੀਆਂ। ਜੇ ਆਪਾਂ ਹੋਰ ਇਮੀਗ੍ਰੈਂਟਸ ਨੂੰ ਆਪਾਂ ਬੁਲਾਵਾਂਗੇ, ਠੀਕ ਹੈ ਜੀ, ਉਹਦੇ ਨਾਲ ਆਪਾਂ ਨੂੰ ਇੱਥੇ ਪਹਿਲਾਂ ਜੌਬ ਕ੍ਰੀਏਟ ਕਰਨੀ ਚਾਹੀਦੀ, ਤਾਂ ਆਪਾਂ ਨੂੰ ਹੋਰ ਬਣਾਉਣੇ ਚਾਹੀਦੇ ਆ। ਤੇ ਆਪਾਂ ਕਰਦੇ ਹਾਂ ਮਾਸ ਇਮੀਗ੍ਰੇਸ਼ਨ, ਵਾਈ ਨਾਟ ਆਪਾਂ ਇਹਨੂੰ ਥੋੜਾ ਸਲੋ ਡਾਊਨ ਕਰ ਲਈ ਕੁਝ ਸਾਲਾਂ ਦੇ ਲਈ। ਕੰਟਰੀ ਤਾਂ ਆਪਣਾ ਕੈਨੇਡਾ ਹੀ ਹੈ ਨਾ, ਆਪਾਂ ਰਹਿਣਾ ਤਾਂ ਇੱਥੇ ਹੀ ਹੈ ਨਾ। ਹਰ ਕੰਟਰੀ ਦੇ ਪੋਪੂਲੇਸ਼ਨ ਦੇ ਵਿੱਚ ਪਹਿਲਾਂ ਉਸ ਕੰਟਰੀ ਦੀ ਪੋਪੂਲੇਸ਼ਨ ਦਾ ਸੋਚਿਆ ਜਾਵੇ ਨਾ। ਕਿੰਨੇ ਸਾਲ ਹੋ ਗਏ ਤੁਹਾਨੂੰ ਆਇਆ ਨੂੰ? ਮੈਨੂੰ ਆਇਆ 10 ਸਾਲ ਹੋ ਗਏ ਜੀ। 10 ਸਾਲ ਜੀ। 10 ਸਾਲ ਪਹਿਲਾਂ ਜੇ ਸਟੂਡੈਂਟ ਤੇ ਬੈਨ ਲੱਗਾ ਹੁੰਦਾ, ਸਟੂਡੈਂਟ ਨਾ ਆਉਣ ਦਿੰਦੇ, ਫਿਰ ਤੁਹਾਡੇ ਸੁਪਨੇ ਚੱਕਣਾ ਚੂਰ ਤੇ ਬੜੇ ਹੋਣੇ ਸੀ ਨਾ। ਫਿਰ ਮੈਂ ਉੱਥੇ ਕੁਝ ਆਪਸ਼ਨ ਲੱਭਦਾ, ਉੱਥੇ ਲੱਭਦੇ ਨਾ। ਥੈਂਕ ਯੂ ਵੈਰੀ ਮਚ, ਥੈਂਕ ਯੂ। ਨਵਦੀਪ ਜੀ ਕੀ ਜਵਾਬ ਦੇਣਾ ਚਾਹੋਗੇ? ਨੋ ਲੋਕ ਵੀਰ ਜੀ ਨੇ ਤੁਸੀਂ ਐਕਚੁਅਲੀ ਬੜਾ ਵਧੀਆ ਸਵਾਲ ਪੁੱਛੇ, ਜਿਸ ਦੇ ਨਾਲ ਆਈ ਥਿੰਕ ਜਵਾਬ ਵੀ ਤੁਸੀਂ। ਅਸੀਂ ਤਾਂ ਤੁਹਾਡੇ ਨਾਲ ਲੜ ਕੇ ਸਟੂਡੈਂਟਸ ਦੇ ਵਾਸਤੇ ਰਾਹ ਖਲਵਾਏ ਕਿ ਬਾਕੀ ਕੰਟਰੀਆਂ ਦੇ ਸਟੂਡੈਂਟ ਆਉਂਦੇ ਆ, ਚਾਈਨਾ ਤੋਂ ਆਉਂਦੇ ਨੇ, ਇੱਧਰੋਂ ਦੂਜੀਆਂ ਕੰਟਰੀਆਂ ਤੋਂ ਸਟੂਡੈਂਟ ਸਟੱਡੀ ਕਰਨ ਵਾਸਤੇ ਆਉਂਦੇ, ਸਾਡੇ ਭਾਰਤ ਤੋਂ ਕਿਉਂ ਨਹੀਂ? ਹਾਂਜੀ, ਇਹ ਗੱਲ ਵੱਖਰੀ ਹੈ ਕਿ ਪੰਜਾਬ ਦੇ ਵਿੱਚ ਮੋਹਰੀ ਨੇ ਲੋਕ, ਤੇ ਪੰਜਾਬ ਦੇ ਵਿੱਚੋਂ ਆਏ ਨੇ ਜ਼ਿਆਦਾ। ਹਾਂਜੀ ਤੁਹਾਡਾ ਪਲੀਜ਼। ਯਾਨੀ ਓਵਰਆਲ ਜਿਹੜੀ ਭਾਜੀ ਨੇ ਸਵਾਲ ਪੁੱਛੇ ਇਮੀਗ੍ਰੇਸ਼ਨ ਬਾਰੇ, ਮੈਂ ਸਮਝਦਾ ਹਾਂ ਕਿ ਲੋਕ ਹੁਣ ਫਰਸਟ੍ਰੇਟਡ ਹੋਏ ਹੋ ਆ, ਐਂਕਸ਼ੀਅਸ ਆ, ਫਿਕਰ ਆ ਆਪਣੇ ਕੰਮਾਂ ਕਾਰਾਂ ਬਾਰੇ, ਬੱਚਿਆਂ ਬਾਰੇ ਫਿਕਰ ਆ। ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਇਮੀਗ੍ਰੇਸ਼ਨ ਬਹੁਤ ਜ਼ਰੂਰੀ ਹੈ ਕੈਨੇਡਾ ਨੂੰ, ਕਿਉਂਕਿ ਸਾਡਾ ਪੋਪੂਲੇਸ਼ਨ ਦੀ ਐਵਰੇਜ ਏਜ ਵੱਧ ਰਹੀ ਆ, ਜਿਹਨੂੰ ਕਹਿੰਦੇ ਏਜਿੰਗ ਪੋਪੂਲੇਸ਼ਨ। ਤਾਂ ਸਾਨੂੰ ਯੰਗ ਪੀਪਲ ਚਾਹੀਦੇ ਆ ਕਿ ਜਿਹੜੇ ਸਾਡੇ ਪੈਨਸ਼ਨ ਆ, ਸਾਡੇ ਸੋਸ਼ਲ ਪ੍ਰੋਗਰਾਮ ਆ, ਇਕੋਨਮੀ ਨੂੰ ਅੱਗੇ ਚਲਾਉਣ ਲਈ ਸਾਨੂੰ ਇਮੀਗ੍ਰੇਸ਼ਨ ਚਾਹੀਦੀ ਆ। ਦੂਜੀ ਗੱਲ ਹੈ, ਜਦੋਂ ਵੀ ਕੋਈ ਨਵੇਂ ਇੱਥੇ ਲੋਕ ਆਉਂਦੇ ਆ, ਉਹ ਚੀਜ਼ਾਂ ਖਰੀਦਦੇ ਆ, ਉਹ ਬਾਹਰ ਕੰਮ ਟੋਲਣ ਦੀ ਕੋਸ਼ਿਸ਼ ਕਰਦੇ, ਉਹਨਾਂ ਇਕਨੋਮਿਕ ਗਰੋਥ ਕ੍ਰੀਏਟ ਹੁੰਦੀ ਆ। ਫਿਰ ਸਕਿੱਲਸ ਵੀ ਲੈ ਕੇ ਆਉਂਦੇ, ਜਿੱਥੇ ਸਾਨੂੰ ਸਕਿੱਲਸ ਗੈਪਸ ਆ, ਸਕਿੱਲਸ ਦੀ ਲੋੜ ਵੀ ਆ। ਸੋ ਭਾਵ ਮੇਰਾ ਕਹਿਣ ਦਾ ਹੈ ਕਿ ਜਿਹੜੀ ਸਾਡੀ ਇਮੀਗ੍ਰੇਸ਼ਨ ਪਾਲਿਸੀ ਹੈ, ਉਹ ਫੈਮਿਲੀ ਤੇ ਵੀ ਫੋਕਸਡ ਹੈ, ਬਟ ਇਕਨੋਮਿਕ ਗਰੋਥ ਲਈ ਵੀ ਬਹੁਤ ਹੀ ਜ਼ਰੂਰੀ ਆ। ਐਂਡ ਜੇ ਤੁਸੀਂ ਦੇਖਦੇ ਆ, US ਨੇ ਤਰੱਕੀ ਕੀਤੀ ਜਾਂ ਕੈਨੇਡਾ ਨੇ ਤਰੱਕੀ ਕੀਤੀ ਹੈ ਪਿਛਲੇ 100 ਸਾਲਾਂ ਦੇ ਵਿੱਚ, ਉਹ ਇਮੀਗ੍ਰੇਸ਼ਨ ਕਰਕੇ ਤਰੱਕੀ ਹੋਈ ਆ। ਆਉਣ ਵਾਲੇ ਸਮੇਂ 'ਚ ਵੀ ਜੇ ਅਸੀਂ ਚਾਹੁੰਦੇ ਹਾਂ ਕਿ ਇਕੋਨਮੀ ਗਰੋ ਹੋਵੇ, ਸਾਡੇ ਬੱਚੇ ਨੂੰ ਹੋਰ ਮੌਕੇ ਮਿਲਣ, ਵੀ ਨੀਡ ਮੋਰ ਇਮੀਗ੍ਰੇਸ਼ਨ। ਮੈਂ ਇੱਕ ਬੇਨਤੀ ਕਰਦਿਆਂ ਵੀਰ ਨੂੰ, ਮੇਰੀ ਗੱਲ ਤਾਂ ਸ਼ਾਇਦ ਗੁੱਸਾ ਨਾ ਲੱਗੇ, ਇੱਥੇ ਜਦੋਂ ਸਾਡੇ ਭਾਰਤੀ ਜਾਂ ਕਿਸੇ ਵੀ ਦੇਸ਼ ਦਾ ਕੋਈ ਬੰਦਾ ਅਮਰੀਕਾ ਕੈਨੇਡਾ ਨੂੰ ਜਦੋਂ ਆਉਂਦਾ ਨਾ, ਮਾਲਟਾ ਕਿਸ਼ਤੀ ਕਾਂਡ ਵਰਗੇ ਕਾਂਡ ਹੋਏ ਸੀ, ਤੇ ਅਸੀਂ ਇੱਥੇ ਅਥਰੂ ਵਹਾਉਂਦੇ ਸਾਂ। ਇੱਕ ਨਹੀਂ, ਹਜ਼ਾਰਾਂ ਲੋਕ ਜਿਹੜੇ ਨੇ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕੇ, ਤੇ ਪਿੱਛੇ ਪਰਿਵਾਰਾਂ ਨੂੰ ਵੀ ਨਹੀਂ ਪਤਾ ਕਿ ਸਾਡਾ ਬੱਚਾ ਏਜੰਟਾਂ ਨੇ ਕਿਸ਼ਤੀ ਦੇ ਵਿੱਚ ਚਾੜਿਆ, ਉਹਨੂੰ ਸਮੁੰਦਰ ਦੀਆਂ ਮੱਛੀਆਂ ਖਾ ਗਈਆਂ ਜਾਂ ਮਗਰਮੱਛ ਖਾ ਗਿਆ, ਉਹ ਪਹੁੰਚਿਆ ਟਿਕਾਣੇ 'ਤੇ ਜਾਂ ਨਹੀਂ ਪਹੁੰਚਿਆ, ਕਿਹੜੇ ਹਾਲਾਤਾਂ ਦੇ ਵਿੱਚ ਹੈ। ਇਸ ਕਰਕੇ ਲਿਬਰਲ ਸਰਕਾਰ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਅਸੀਂ ਸਲਿਊਟ ਕਰਦੇ ਨਹੀਂ। ਮੈਂ ਨਵਦੀਪ ਬੈਂਸ ਉਹਨਾਂ ਦਾ, ਮੈਂ ਕੋਈ ਨਾ ਕੋਈ ਮੈਡਲ ਨਹੀਂ ਲੈ ਕੇ ਕਿਸੇ ਕੋਲੋਂ, ਨਾ ਮੈਨੂੰ ਮਿਲਣਾ ਹੀ ਆ, ਕਿਉਂਕਿ ਮੇਰੇ ਕੋਈ ਸਵਾਲ ਇਹੋ ਜਿਹੇ ਹੁੰਦੇ ਨੇ, ਉਸ ਤੋਂ ਬਾਅਦ ਦੇ ਵਿੱਚ ਸਿੱਧੀ ਜੀ ਸਪਸ਼ਟ ਜੀ ਗੱਲ ਹੁੰਦੀ ਹੈ। ਜੇ ਲੈਣੇ ਹੁੰਦੇ ਤਾਂ ਮਿਲ ਜਾਂਦੇ। ਲਿਬਰਲ ਸਰਕਾਰ ਜਾਂ ਕੰਜ਼ਰਵੇਟਿਵ ਸਰਕਾਰ, ਤੁਸੀਂ ਤੁਲਨਾ ਕਰ ਲਿਓ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਲਿਬਰਲ ਸਰਕਾਰ ਨੇ ਜੋ ਸਟੂਡੈਂਟਸ ਵਾਸਤੇ ਇਹ ਰਾਹ ਖੋਲ੍ਹ ਦਿੱਤੇ, ਉਦੋਂ ਬਾਅਦ ਮਾਂ ਬਾਪ ਨੂੰ ਵੀਜ਼ਾ, ਦਾਦਾ ਦਾਦੀ ਨੂੰ ਵੀਜ਼ਾ, ਵੀ ਤੁਸੀਂ ਘੁੰਮਣ ਫਿਰਨ ਆਉਣਾ। ਈਵਨ ਦੋ ਇੱਥੇ ਜਦੋਂ ਸਾਡੇ ਇਸ ਮੰਚ ਤੋਂ ਸਵਾਲ ਪੁੱਛਿਆ ਗਿਆ ਸੀ ਨਵਦੀਪ ਜੀ, ਜਦੋਂ ਜੈਸਨ ਕੈਨੀ ਸਾਹਿਬ ਇਮੀਗ੍ਰੇਸ਼ਨ ਮੰਤਰੀ, ਤਾਂ ਜਦੋਂ ਉਹਨਾਂ ਨੇ ਸੁਪਰ ਵੀਜ਼ਾ ਲਾਗੂ ਕੀਤਾ, ਤੇ ਮੈਂ ਉਹਨਾਂ ਨੂੰ ਸਾਰਾ ਦਿਨ ਸਾਡੇ ਵੀ ਸਟੂਡੀਓ ਦੇ ਵਿੱਚ ਇੰਟਰਵਿਊ ਕੀਤੀ, ਤੇ ਮੈਂ ਕਿਹਾ ਜੀ ਤੁਸੀਂ ਜਿਹੜੇ 40-45 ਸਾਲ ਦੇ ਜਿਹੜੇ ਮਾਂ ਬਾਪ ਆਉਂਦੇ ਨੇ, ਉਹਨਾਂ ਨੂੰ 10-20 ਘੰਟੇ ਦਾ ਵਰਕ ਪਰਮਿਟ ਹੀ ਦੇ ਦਿਓ ਨਾਲ, ਸੁਪਰ ਵੀਜ਼ੇ 'ਤੇ ਆ ਰਹੇ ਨੇ।
ਜੇ ਉਹਨਾਂ ਨੇ ਇੱਥੇ ਰਹਿਣਾ ਸਾਰਾ ਦਿਨ ਬੇਸਮੈਂਟਾਂ ਦੇ ਵਿੱਚ ਬੱਚੇ ਥੋੜੀ ਘਟਾਉਣੇ, ਉਹਨਾਂ ਨੇ 6 ਮਹੀਨੇ ਰਹਿਣਾ ਤੇ 6 ਮਹੀਨਿਆਂ ਦੇ ਵਿੱਚ ਤੁਸੀਂ ਵਰਕ ਪਰਮਿਟ ਦੇ ਕੇ ਦੋਗੇ ਤੇ ਕੁਝ ਕਮਾ ਕੇ ਦੇ ਕੇ ਜਾਣਗੇ। ਇਲੀਗਲ ਤੌਰ ਤੇ ਤਾਂ ਫਿਰ ਵੀ ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ ਕਿ ਕਿਵੇਂ ਲੋਕ ਕੰਮ ਕਰਦੇ ਨੇ। ਇਹ ਤਾਂ ਮੁਣਕਰ ਆਪਾਂ ਹੋ ਨਹੀਂ ਸਕਦੇ। ਐਜ ਏ ਮੰਤਰੀ ਤੁਸੀਂ ਨਹੀਂ ਹੋ, ਐਜ ਏ ਮੈਂਬਰ ਪਾਰਲੀਮੈਂਟ ਹੋ ਮੇਰੇ ਨਾਲ ਇਸ ਵਕਤ, ਪਰ ਅਸੀਂ ਜਾਣੂ ਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਲੋਕ ਇੱਥੇ ਕੰਮ ਕਰਦੇ ਨੇ ਤੇ ਕੰਮ ਕਰਾਉਣ ਵਾਲੇ ਵੀ ਨੇ ਤੇ ਉਹਨਾਂ ਦਾ ਪੂਰਾ ਮੁਆਵਜ਼ਾ ਨਹੀਂ ਮਿਲਦਾ। ਤੇ ਜੇ ਇਹਨਾਂ ਨੂੰ 20 ਘੰਟੇ ਮਿਲ ਜਾਣ ਤੇ ਐਟਲੀਸਟ ਉਹਨਾਂ ਨੂੰ ਪੈਸੇ ਪੂਰੇ ਮਿਲਣਗੇ ਤੇ ਸਰਕਾਰ ਦੇ ਖਾਤੇ 'ਚ ਵੀ ਕੁਝ ਜਾਊਗਾ ਤੇ ਉਹ ਆਪਣੀਆਂ ਇਨਸ਼ੋਰੈਂਸਾਂ ਵੀ ਕਰਾ ਸਕਣਗੇ। ਉਹ ਕਹਿੰਦੇ ਸੀ ਸਾਨੂੰ ਕਿਸੇ ਨੇ ਇਹੋ ਜਿਹਾ ਸਵਾਲ ਹੀ ਨਹੀਂ ਪੁੱਛਿਆ ਜਿਸ ਐਂਗਲ ਤੋਂ ਤੁਸੀਂ ਪੁੱਛਿਆ। ਚਲੋ ਅਸੀਂ ਕਿਤੇ ਕੋਸ਼ਿਸ਼ ਕਰਾਂਗੇ, ਅਗਲੀ ਟਰਮ ਤੁਹਾਡੀ ਆ ਗਈ ਤੇ ਮੌਕਾ ਨਹੀਂ ਮਿਲਿਆ ਆਪਣਾ ਇਹੋ ਜਿਹੇ ਮਸਲੇ 'ਤੇ ਗੱਲਬਾਤ ਕਰਨ ਦਾ, ਕਿਉਂਕਿ ਇਸ ਲਈ ਅਸੀਂ ਧੰਨਵਾਦੀ ਜ਼ਰੂਰ ਹਾਂ ਲਿਬਰਲ ਸਰਕਾਰ ਦੇ ਕਿ ਸਟੂਡੈਂਟਸ ਵਾਸਤੇ, ਸਟੂਡੈਂਟ ਨੂੰ ਤਾਂ 15-20 ਦਿਨਾਂ ਦੇ ਵਿੱਚ ਵੀਜ਼ਾ ਮਿਲ ਜਾਂਦਾ। ਨਵੀਂ ਵਰਾਈ ਜਿਹੜੀ ਜੋੜੀ ਆ, ਮੈਂ ਪਹਿਲਾਂ ਗੱਲ ਕਰਾਂ, ਵਿਚਾਰੀਆਂ ਆਪਣੀ ਲੋਹੜੀਆਂ ਵੀ ਨਹੀਂ ਮਨਾ ਸਕਦੀਆਂ, ਯੂਨੀਵਰਸਿਟੀਆਂ ਵੀ ਨਹੀਂ ਮਨਾ ਸਕਦੀਆਂ, ਸਾਲ ਸਾਢੇ ਡੇਢ ਸਾਲ ਲੰਘ ਜਾਂਦੇ ਨੇ। ਇਹ ਪਤਾ ਨਹੀਂ ਸਟੂਡੈਂਟ ਨੇ ਕੀ ਜਾਦੂ ਕੀਤਾ ਦੁਨੀਆ ਭਰ ਦੇ ਬਈ 15 ਦਿਨਾਂ ਦੇ ਵਿੱਚ ਪਾਸਪੋਰਟ ਦੇ ਵੀਜ਼ਾ ਠਾਹ ਕਰਦਾ ਲੱਗ ਜਾਂਦਾ, ਨਾਲ ਹੀ 6 ਮਹੀਨਿਆਂ ਪਿਛੋਂ ਚਾਚਾ ਚਾਚੀ ਵੀ ਆ ਜਾਂਦੇ ਉਹਨਾਂ ਦੇ। ਹਾਂਜੀ ਵੈਲਕਮ ਜੀ, ਅਗਲੀ ਕਾਲ ਕੁਇਕਲੀ ਕੀ ਕਹਿਣਾ ਚਾਹੋਗੇ? ਹਾਂਜੀ ਸਤਿ ਸ੍ਰੀ ਅਕਾਲ ਜੀ। ਆਓ ਜੀ ਵਿਰਕ ਸਾਹਿਬ। ਸਤਿ ਸ੍ਰੀ ਅਕਾਲ ਜੀ। ਨਵਦੀਪ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਇੰਟਰਵਿਊ ਜਿਹੜੀ ਸੁਣੀ ਹੈ, ਤੁਹਾਡੇ ਲਾਈਫ ਹਿਸਟਰੀ ਜਿਹੜਾ ਤੁਸੀਂ ਤਕਰੀਬਨ ਸਭ ਕੁਝ ਦੱਸ ਦਿੱਤਾ ਹੈ ਹਾਂਜੀ। ਵੀ ਛੋਟੀ ਉਮਰ ਤੋਂ ਲੈ ਕੇ ਕਿਸ ਤਰ੍ਹਾਂ ਹੁਣ ਤੱਕ 40-45 ਸਾਲ ਦੀ ਉਮਰ ਤੱਕ ਯੂ ਆਰ ਵੈਲ ਸੈਟਲਡ। ਇਹ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਤੇ ਬਾਕੀ ਇਹ ਪੇਰੈਂਟਸ ਜਾਂ ਜਿਹੜੇ ਨਾਨਕੇ ਨੇ ਤੁਹਾਡੇ ਕੋਲ ਦਾਦਕੇ ਜਾਂ ਉਹਨਾਂ ਨੂੰ ਸਲਾਮ ਹੈ। ਮੇਰੇ 2 ਸਵਾਲ ਨੇ। ਨੰਬਰ 1 ਤੇ ਤੁਹਾਡਾ ਲਾਈਫ ਦੇ ਵਿੱਚ ਜਦੋਂ ਤੁਸੀਂ ਸੁਰਤ ਸੰਭਲੀ, ਤੁਹਾਡਾ ਜਾਂ ਉਦੋਂ ਪਹਿਲਾਂ ਤੁਹਾਡਾ ਆਈਡਲ ਕੌਣ ਸੀ? ਤੇ ਨੰਬਰ 2 ਤੇ ਜਦੋਂ 20 ਸਾਲ ਤੋਂ ਬਾਅਦ ਜਦੋਂ ਤੁਹਾਡੇ ਬੱਚੇ ਸੈੱਟ ਹੋ ਜਾਣਗੇ ਉਦੋਂ ਬਾਅਦ ਕੀ ਤੁਸੀਂ ਸੋਚਿਆ ਕਿ ਪੋਲਿਟਿਕਸ ਵਿੱਚ ਦੁਬਾਰਾ ਜਾਣਾ ਹੈ ਜਾਂ ਕੋਈ NGO ਸੋਚ ਕੇ ਕੋਈ ਹੋਰ ਸੋਸਾਇਟੀ ਦੀ ਸੇਵਾ ਕਰੋਗੇ? ਕੀ ਬਾਤ। ਹਾਂਜੀ ਇਹਦੇ ਬਾਰੇ ਬੜਾ ਅਹਿਮ ਕੁਐਸਚਨ ਹੈ ਜੀ। ਨੋ ਥੈਂਕ ਯੂ ਬਹੁਤ ਜ਼ਿਆਦਾ ਜੀ ਵਿਰਕ ਸਾਹਿਬ ਤੁਹਾਡੇ ਸਵਾਲਾਂ ਦਾ। ਐਂਡ ਤੁਸੀਂ ਬਿਲਕੁਲ ਠੀਕ ਕਹਿ ਰਹੇ ਆ। ਮੈਂ ਅਗੇਨ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਨ। ਇਹ ਸਾਰਾ ਕੁਝ ਪਰਮਾਤਮਾ ਦੀ ਕਿਰਪਾ ਦੇ ਨਾਲ ਹੁੰਦਾ ਆ। ਤਾਂ ਪਰਿਵਾਰ ਦਾ ਵੀ, ਬਜ਼ੁਰਗਾਂ ਦਾ ਵੀ ਇਹ 'ਚ ਬਹੁਤ ਵੱਡਾ ਹੱਥ ਹੈ ਜਿਨ੍ਹਾਂ ਨੇ ਮੈਨੂੰ ਬਚਪਨ ਤੋਂ ਪਾਲਿਆ, ਪੰਜਾਬੀ ਸਿਖਾਈ। ਜਿੱਥੇ ਗੱਲ ਆਉਂਦੀ ਆ ਆਪਣੇ ਰੋਲ ਮਾਡਲ ਦੀ, ਜਦੋਂ ਛੋਟੀ ਉਮਰ ਦਾ ਸੀਗਾ ਪੋਲੀਟੀਕਲ ਸਾਇੰਸ ਬਾਰੇ ਸਿੱਖਣ ਲੱਗਿਆ, ਪੋਲਿਟਿਕਸ ਬਾਰੇ ਸਿੱਖਣ ਲੱਗਾ। ਮੇਰਾ ਜਿਹੜਾ ਰੋਲ ਮਾਡਲ ਸੀਗਾ ਤਾਂ ਅੱਜ ਵੀ ਹੈਗਾ ਤੇ ਪੀਅਰ ਐਲੀਅਟ ਟਰੂਡੋ, ਜਸਟਿਨ ਟਰੂਡੋ ਦੇ ਫਾਦਰ ਸਾਹਿਬ। ਉਹਨਾਂ ਦੀ ਮੈਂ ਬਹੁਤ ਵੱਡਾ ਫੈਨ ਹਾਂ ਕਿਉਂਕਿ ਉਹਨਾਂ ਕਰਕੇ ਹੀ ਸਾਡਾ ਚਾਰਟਰ ਆਫ ਰਾਈਟਸ ਐਂਡ ਫਰੀडम ਲਾਗੂ ਕੀਤਾ, ਉਹਨਾਂ ਨੇ ਪੇਸ਼ ਕੀਤਾ, ਸਾਡਾ ਕਨਸਟੀਟਿਊਸ਼ਨ ਉਹਨਾਂ ਨੇ ਅਪਡੇਟ ਕੀਤਾ। ਤੇ ਜਿਹੜਾ ਦੂਜਾ ਸਵਾਲ ਪੁੱਛਿਆ ਕਿ ਮੈਂ ਅਗਲੇ 20 ਸਾਲਾਂ 'ਚ ਕੀ ਕਰੂੰਗਾ, ਮੇਰੀ ਤਾਂ ਇਹੀ ਕੋਸ਼ਿਸ਼ ਹੋਣੀ ਹੈ ਮੈਂ ਆਪਣੀ ਬੇਟੀਆਂ ਦੇ ਨਾਲ ਰਲ ਮਿਲ ਕੇ ਹੁਣ ਵੀ ਲੋਕਲ ਲੈਵਲ ਤੇ ਕਮਿਊਨਿਟੀ ਤੇ ਸੇਵਾ ਕਰਾਂ। ਕਿਉਂਕਿ ਠੀਕ ਹੈ ਮੈਂ ਨੋ ਲੌਂਗਰ ਇਲੈਕਟਡ ਅਫੀਸ਼ੀਅਲ ਹਾਂ, ਬਟ ਮੈਂ ਸਟਿਲ ਕਮਿਊਨਿਟੀ ਦੇ ਵਿੱਚ ਰਹਿੰਦਾ ਹਾਂ, ਇੱਥੇ ਵਿਚਰਦਾ ਹਾਂ। ਤਾਂ ਸਾਡੇ ਇੱਥੇ ਹਜੇ ਵੀ ਠੀਕ ਹੈ, ਚੰਗੀਆਂ ਚੀਜ਼ਾਂ ਵੀ ਬਹੁਤ ਹੈ ਪਰ ਚੈਲੰਜਸ ਵੀ ਬਹੁਤ ਹੈ। ਸੋ ਜਿੱਥੇ ਵੀ ਕਿ ਲੋਕਲ ਫੂਡ ਬੈਂਕ ਤੇ ਕੋਈ ਸੋਸ਼ਲ ਆਰਗੇਨਾਈਜੇਸ਼ਨ 'ਚ ਜੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਮੈਂ ਜ਼ਰੂਰ ਕਰੂੰਗਾ ਆਪਣੀ ਬੇਟੀਆਂ ਦੇ ਨਾਲ। ਤਾਂ ਅਗਲੇ 15-20 ਸਾਲਾਂ 'ਚ ਜਿਹੜੇ ਵੀ ਅੱਗੇ ਮੌਕੇ ਆਉਂਦੇ ਆ, ਜੇ ਮੈਨੂੰ ਇਹਦੇ ਨਾਲ ਕੋਈ ਮੌਕਾ ਮਿਲਦਾ ਆ ਜਿੱਥੇ ਮੈਂ ਕੰਮ ਕਰ ਸਕਦਾ ਕਿਸੇ ਵੀ ਜਥੇਬੰਦੀ ਨਾਲ ਜਿਸ ਦੇ ਨਾਲ ਲੋਕਾਂ ਨੂੰ ਫਾਇਦਾ ਹੋਊਗਾ, ਮੈਂ ਜ਼ਰੂਰ ਉਹਦੇ ਬਾਰੇ ਸੋਚੂੰਗਾ ਜੀ। ਜਿਵੇਂ ਕਿ ਮੈਂ ਬਾਰ-ਬਾਰ ਕਹਿ ਰਿਹਾ, ਰਾਜਨੀਤੀ ਦੇ ਦਰਵਾਜ਼ੇ ਇਹ ਬੰਦ ਨਹੀਂ ਹੋਣ ਦੇਣੇ, ਨਾ ਬੰਦ ਕੀਤੇ ਹੀ ਨੇ। ਸੋ ਇਹ ਅਜੇ ਓਪਨ ਹੈ ਦਰਵਾਜ਼ਾ। ਅਗਲੀ ਕਾਲ ਲੈ ਲੈਣੇ ਜੀ। ਹੈਲੋ ਚਾਵਲਾ ਸਾਹਿਬ, ਕੱਟ ਹੋ ਰਿਹਾ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੇਟਾ। ਹਾਂਜੀ ਕੁਇਕਲੀ ਕੀ ਕਹਿਣਾ ਚਾਹੋਗੇ? ਮੈਂ ਜੀਤ ਸਿੰਘ ਬੋਲਦਾ ਹਾਂ। ਹਾਂਜੀ ਬੋਲੋ ਜੀ ਬੋਲੋ। ਦੋਨਾਂ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਜੀ। ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ। ਮੇਰੇ ਲੜਕੇ ਜਸਵਿੰਦਰ ਸਿੰਘ ਨੇ ਪੜ੍ਹਦੇ ਸੀਗੇ। ਅੱਛਾ, ਵਾਹ ਜੀ ਵਾਹ, ਵਾਹ ਜੀ ਵਾਹ। ਤੇ ਤਾਂ ਮੈਂ ਫੋਨ ਤਾਂ ਕਿਹੜੇ ਸਾਲ ਦੀ ਗੱਲ ਕਰਦੇ ਹੋ? ਇਹ ਸਨ ਤਾਂ ਯੂਨੀਵਰਸਿਟੀ ਚ ਜਦੋਂ ਪੜ੍ਹਦਾ ਸੀ। ਅੱਛਾ ਯੂਨੀਵਰਸਿਟੀ ਤੇ ਜਸਵਿੰਦਰ ਸਿੰਘ। ਹਾਂਜੀ ਮੇਰੇ ਸਨ ਸੁਣ ਤਾਂ ਹੁਣ ਮੈਂ ਅਨਪੜ੍ਹ ਹਾਂ, ਤੁਹਾਨੂੰ ਪਤਾ ਚੇਤਾ। ਮਿਹਰਬਾਨੀ ਅੰਕਲ, ਥੈਂਕ ਯੂ ਤੁਹਾਡਾ ਪਿਆਰ। ਇਹਨਾਂ ਦੇ ਬੱਚਿਆਂ ਨੂੰ ਵੀ, ਇਹਨਾਂ ਦੇ ਫਾਦਰ ਨਾਲ ਨੂੰ ਵੀ ਮੈਂ ਸਭ ਨੂੰ ਜਾਣਦਾ। ਇਹ ਰਾਜੀ ਖੁਸ਼ੀ ਰਹਿਣ। ਉਹ ਵੀ ਬੰਦਾ ਬਹੁਤ ਬੀਬਾ ਆ ਇਹਨਾਂ ਦਾ ਫਾਦਰ ਨਾਲ। ਬਹੁਤ ਮਿਹਰਬਾਨੀ, ਥੈਂਕ ਯੂ ਜੀ। ਥੈਂਕ ਯੂ। ਇਹਨਾਂ ਦੇ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ। ਸੌਰੀ ਮਾਫ ਕਰਨਾ ਚਾਵਲਾ ਸਾਹਿਬ, ਮੈਨੂੰ ਸੁਣ ਨਹੀਂ ਰਿਹਾ। ਤੁਹਾਨੂੰ ਸੁਣੀ ਨਹੀਂ ਆਵਾਜ਼? ਹੈਲੋ ਕੁਛ ਨਹੀਂ ਸੁਣਿਆ ਮੈਨੂੰ, ਮਾਫ ਕਰਨਾ। ਮੇਰੇ ਸਾਈਡ ਤੇ ਕਨੈਕਸ਼ਨ ਦੀ ਪ੍ਰੋਬਲਮ ਆ ਰਹੀ ਹੈ। ਹੈਲੋ ਤਾਂ ਤੁਸੀਂ ਰੀਡਾਇਲ ਕਰ ਸਕਦੇ ਹੋ ਕੱਟ ਕੇ ਦੁਬਾਰਾ, ਜਾਂ ਫਿਰ ਬਤੇ ਬੁਲਾ ਦਈਏ? ਡਾਇਲ ਕਰਾਂ? ਹਾਂਜੀ ਦੁਬਾਰਾ ਕਰ ਲਓ ਪਲੀਜ਼। ਹਾਂਜੀ ਕਰ ਲਓ। ਮੈਂ ਬੇਨਤੀ ਕਰਾਂਗਾ ਕਿ ਹੁਣ ਕੋਈ ਕਾਲ ਨਾ 2 ਮਿੰਟ ਕੀਤੀ ਜਾਵੇ, ਕਿਉਂਕਿ ਸਾਡੇ ਕੁਝ ਤੁਸੀਂ ਕਾਲਾਂ ਕਰਨ ਲੱਗ ਪਏ ਸਾਰੀਆਂ ਲਾਈਨਾਂ ਬਲੌਕ ਹੋ ਜਾਣੀਆਂ ਤੇ ਫਿਰ ਉਹਨਾਂ ਦੀ ਲਾਈਨ ਆਉਣ ਲੱਗਿਆ ਸਾਨੂੰ ਮੁਸ਼ਕਲ ਹੋ ਜਾਣੀ ਆ। ਸੋ 9058131320 905-813-1320 ਤੇ ਮੈਨੂੰ ਸ਼ਾਇਦ ਕਾਲ ਹੋਰ ਆਈ, ਦੇਖ ਲੈਣੇ ਨਵਦੀਪ ਸਿੰਘ ਜੀ। ਹੈਲੋ ਹਾਂਜੀ ਚਲੋ ਜੀ ਹੋਰ ਰੱਖਣਾ ਜੀ। ਮੈਂ ਬੇਨਤੀ ਕੀਤੀ ਸੀ ਕਿ ਨਵੀਂ ਕਾਲ ਕੋਈ ਨਾ ਕੀਤੀ ਜਾਵੇ ਕਿਉਂਕਿ ਉਹਨਾਂ ਦਾ ਨੰਬਰ ਜਿਹੜਾ ਸਾਡੇ ਕੋਲ ਹੈ
ਉਹ ਡਿਫਰੈਂਟ ਹੈ ਤੇ ਉਹਨਾਂ ਦਾ ਡਿਫਰੈਂਟ ਨੰਬਰ ਤੋਂ ਕਾਲ ਆਉਂਦੀ ਹੁੰਦੀ ਹੈ 9058131320 813 1300 ਆਈ ਥਿੰਕ ਆ ਗਏ ਨੇ ਜੀ। ਹਾਂਜੀ ਨਵਦੀਪ ਜੀ ਸੁਣਦੀ ਆਵਾਜ਼ ਹੁਣ ਸੁਣ ਰਿਹਾ ਜੀ। ਹਾਂਜੀ ਹੈਲੋ, ਚਲੋ ਆਪਾਂ ਥੱਲੇ ਸ਼ੁਰੂ ਕਰ ਲੈਣੇ ਲਾਈਨਾਂ, ਆਪਾਂ 3-4 ਲਾਈਨਾਂ ਲੈਣੀਆਂ ਨੇ ਬਸ ਵਾਈਡ ਅਪ ਕਰਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਪਰਮਜੀਤ ਬੋਲ ਰਿਹਾ ਜੀ। ਜੀ ਸਰਦਾਰ ਪਰਮਜੀਤ ਸਿੰਘ ਜੀ। ਹਾਂਜੀ, ਪਹਿਲਾਂ ਤਾਂ ਆਪਾਂ ਨਵਦੀਪ ਜੀ ਤੇ ਸਾਰੇ ਜਿਵੇਂ ਕੈਨੇਡਾ ਦੇ ਜੋ ਵੀ ਮਿਨਿਸਟਰ ਆ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਵੀ ਇਹ ਟੈਕਸ ਪੇਅਰ ਜਿਹੜਾ ਮਨੀ ਹੈ ਉਹਦੇ ਬਾਰੇ ਬਹੁਤ ਜ਼ਿਆਦਾ ਸੋਚਦੇ ਵੀ ਕਦੇ ਵੇਸਟ ਨਾ ਹੋਵੇ। ਹੈਲੋ ਜੀ ਜੀ ਸੁਣ ਰਿਹਾ ਜੀ। ਹਾਂਜੀ, ਦੂਸਰਾ ਮੇਰਾ ਇਹ ਕੁਐਸਚਨ ਹੈ ਵੀ ਜਿਵੇਂ ਹੁਣ ਆਪਾਂ ਬੱਚਿਆਂ ਬਾਰੇ ਕੋਈ ਵੀ ਬੱਚੇ ਕਿੰਨੇ ਵੱਡੇ ਹੋਣਗੇ, ਕਿਵੇਂ ਹੋਣਗੇ, ਵੀ ਸਾਡੀਆਂ ਕੀ ਉਹਦੇ ਬਾਰੇ ਜ਼ਿੰਮੇਵਾਰੀਆਂ ਹੋਣਗੀਆਂ, ਇਹ ਆਪਾਂ ਇੱਕ ਦਿਨ 'ਚ ਡਿਸਾਈਡ ਨਹੀਂ ਕਰਦੇ, ਇਹ ਆਪਾਂ 3 ਜਾਂ 4 ਸਾਲ ਪਹਿਲਾਂ ਸੋਚ ਲੈਂਦੇ ਹਾਂ। ਮੈਂ ਨਵਦੀਪ ਜੀ ਨੂੰ ਇਹ ਕਹਿਣਾ ਵੀ ਜੇ ਇਹੀ ਡਿਸੀਜਨ 1 ਸਾਲ ਪਹਿਲਾਂ ਲੈ ਲੈਂਦੇ, ਇਹਦੇ ਨਾਲ ਇਹਨਾਂ ਦੀ ਜਿਹੜੀ ਆਪਣੀ ਪਬਲਿਕ ਦੀ ਟੈਕਸ ਮਨੀ ਹੈ ਜਿਹੜੀ ਉਹ ਬਚ ਜਾਂਦੀ, ਉਹ ਜ਼ਿਆਦਾ ਬੈਟਰ ਨਾ ਹੁੰਦਾ। ਇਹਦੇ ਬਾਰੇ ਮਾੜਾ ਜਿਹਾ ਦੱਸੋ। ਥੈਂਕ ਯੂ। ਚਲੋ ਟੈਕਸ ਪੇਅਰ ਦੀ ਗੱਲ ਕੀਤੀ ਤੁਸੀਂ, ਇਹ ਸਵਾਲ ਤਾਂ ਮੈਂ ਵੀ ਡਿਫਰੈਂਟ ਤਰੀਕੇ ਨਾਲ ਕੀਤਾ। ਹਾਂਜੀ ਨਵਦੀਪ ਜੀ। ਮੈਂ ਮਾਫ ਕਰਨਾ, ਮੈਂ ਪ੍ਰੈਮਿਸ ਨਹੀਂ ਸਮਝਿਆ, ਕਿਉਂਕਿ ਜੇ ਮੈਂ ਨਾ ਖੜਾ ਹੁੰਦਾ ਕਿਸੇ ਹੋਰ ਨੇ ਖੜਾ ਹੋਣਾ ਸੀ, ਸੋ ਜੇ ਕੋਈ ਹੋਰ ਖੜਾ ਹੁੰਦਾ ਉਹਨੂੰ ਵੀ ਪੈਸੇ ਮਿਲਣੇ ਸੀਗੇ, ਤਨਖਾਹਾਂ ਮਿਲਣੀਆਂ ਸੀ। ਸੋ ਮੈਂ ਮਾਫ ਕਰਨਾ। ਐਜ ਏ ਮੈਂਬਰ ਪਾਰਲੀਮੈਂਟ ਤੇ ਤੁਹਾਨੂੰ ਉਹ ਮਤਲਬ ਤਨਖਾਹ ਤਾਂ ਅਜੇ ਵੀ ਤੁਹਾਨੂੰ ਐਜ ਏ ਮੈਂਬਰ ਪਾਰਲੀਮੈਂਟ ਤੁਸੀਂ ਐਜ ਏ ਮੈਂਬਰ ਪਾਰਲੀਮੈਂਟ ਤੇ ਅਸਤੀਫਾ ਨਹੀਂ ਦਿੱਤਾ, ਐਜ ਮੈਂਬਰ ਪਾਰਲੀਮੈਂਟ। ਹਾਂ ਉਹੀ ਮੈਂ ਕਹਿ ਰਿਹਾ। ਸੋ ਮੈਂ ਹਜੇ ਵੀ ਲੋਕਲ MP ਆ। ਅਗਲੀ ਇਲੈਕਸ਼ਨ ਚੋਣ ਤੋਂ ਬਾਅਦ ਜਿਹੜੇ ਵੀ ਲੋਕ ਚੁਣੋਗੇ ਉਹਨੂੰ ਮਿਲੂਗਾ। ਜਦੋਂ ਤੁਸੀਂ ਕੈਬਨਿਟ ਮੰਤਰੀ ਬਣਦੇ ਹੋ ਉਦੋਂ ਤੁਹਾਨੂੰ ਕੋਈ ਐਕਸਟਰਾ ਮਿਲਦਾ? ਮਤਲਬ ਮੇਰੇ ਖਿਆਲ 'ਚ ਹੋ ਸਕਦਾ ਇੱਧਰ ਨੂੰ ਨਾ ਕੋਈ ਇਸ਼ਾਰਾ ਹੋਵੇ। ਉਹ ਸਾਰੇ ਅਗੇਨ ਪਬਲਿਕ ਨੌਲੇਜ ਹੈ ਵੈਬਸਾਈਟ ਤੇ। ਉਹ ਜਿਹੜੀ ਵੀ ਐਡੀਸ਼ਨਲ ਜ਼ਿੰਮੇਵਾਰੀ ਦੇ ਨਾਲ ਐਡੀਸ਼ਨਲ ਆਪਣੀ ਜਿਹੜੀ ਸੈਲਰੀ ਮਿਲਦੀ ਹੈ ਉਹ ਪਬਲਿਕ ਨੌਲੇਜ ਆ। ਸੋ ਮੇਰਾ ਭਾਵ ਇਹ ਕਹਿਣ ਦਾ ਹੈ ਕਿ ਮੈਂ ਸਵਾਲ ਦੇ ਇਸ ਕਰਕੇ ਨਹੀਂ ਸਮਝਿਆ ਕਿਉਂਕਿ ਜੇ ਮੈਂ ਨਾ ਖੜਾ ਹੁੰਦਾ ਮੇਰੇ ਥਾਂ ਕਿਸੇ ਹੋਰ ਨਹੀਂ ਹੋਣਾ ਸੀਗਾ। ਚਲੋ ਠੀਕ ਹੈ ਜੀ। ਮੈਂ ਜਿੱਦਾਂ ਕਿਹਾ ਕਿ ਆਪਾਂ 26 ਮਿੰਟ ਹੋਏ ਨੇ, 30 ਮਿੰਟ ਤੇ ਮੈਂ ਫਤਿਹ ਬੁਲਾ ਦੇਣੀ ਹੈ ਜੀ। ਜਿਹੜੇ 2-3 ਕਾਲਾਂ ਆ ਗਈਆਂ ਤੇ ਸਵਾਲ ਪਲੀਜ਼ ਰਿਪੀਟ ਨਾ ਕੀਤਾ ਜਾਵੇ, ਧੰਨਵਾਦੀ ਹੋਵਾਂਗੇ। ਹਾਂਜੀ ਨੈਕਸਟ ਕਾਲ ਪਲੀਜ਼। ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਮੈਂ ਜੀ ਇੱਕੋ ਮੈਂ ਕਿਹਾ ਕੋਈ ਸਵਾਲ ਨਹੀਂ, ਕੁਛ ਨਹੀਂ, ਥੈਂਕ ਯੂ ਕਰਨਾ ਵੀਜ਼ਾ। ਮੇਰੇ ਜਦੋਂ ਪਹਿਲੇ MP ਬਣਿਆ ਮੇਰਾ ਬੇਟਾ ਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀਗਾ, ਇਹਨਾਂ ਦੀ ਕਿਰਪਾ ਨਾਲ ਮੇਰਾ ਬੇਟਾ ਇੱਥੇ ਆ ਗਿਆ ਸੀ। ਓਕੇ ਜੀ, ਕੀ ਬਾਤ ਹੈ। ਥੈਂਕ ਯੂ ਕਰਨਾ ਚਾਹੁੰਦਾ ਮੈਂ। ਉਹ ਤੋਂ ਬਾਅਦ ਮੇਰਾ ਕੋਈ ਲਿੰਕ ਨਹੀਂ ਬਣਿਆ, ਕੁਛ ਨਹੀਂ ਹੈ ਨਾ। ਤੁਸੀਂ ਮੈਨੂੰ ਥੈਂਕ ਯੂ ਵੈਰੀ ਮਚ ਵੀਰ ਜੀ। ਇੱਕ ਸੱਚੀ ਗੱਲ ਦੱਸਾਂ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਏਦਾਂ ਦਾ ਵਿਚਾਰ ਸਾਂਝੇ ਕੀਤੇ। ਪਰ ਮੈਂ ਇਸ ਗੱਲ ਨਾਲ ਵੀ ਸਹਿਮਤ ਹੈ ਕਿ ਹੋਰ ਵੀ ਬੰਦੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਵੀਜ਼ਾ ਨੂੰ ਨਹੀਂ ਮਿਲਿਆ, ਉਹ ਵੀ ਜ਼ਰੂਰੀ ਸੀਗਾ। ਜੋ ਨਹੀਂ ਮੈਂ ਇਹੀ ਗੱਲ ਕਹਿਣ ਲੱਗਾ ਹਾਂ ਵੀ ਕਈ ਪਿਛਲੇ ਵਾਰੀ ਵੀ ਇੰਟਰਵਿਊ ਕੀਤੀ ਸੀ, ਇੱਕ ਨਾਰਾਜ਼ ਹੋ ਗਿਆ ਸੀਗਾ। ਹਾਂਜੀ ਜ਼ਿਆਦਾ ਨਵਦੀਪ ਜੀ ਉਹਦੇ ਵਿਚਾਰੇ ਨੂੰ ਨਹੀਂ ਲੱਗਾ ਸੀਗਾ। ਹੁਣ ਮਤਲਬ ਇਹ ਆ ਕਿ ਫਾਈਲ ਆ ਨਾ, ਹੁਣ ਵੇਖੋ ਅਰਸ਼ ਦੀ ਸ਼ਾਦੀ ਹੋਈ ਆ, ਸਾਡੇ ਘਰ ਅੱਜ ਲੋਹੜੀ ਆ, ਅਸੀਂ ਮਹਿਸੂਸ ਕਰਦੇ ਸੀਗੇ ਵੀ ਚਲੋ ਫਾਈਲ ਨੰਬਰ ਆ ਗਿਆ ਤੇ ਲੋਹੜੀ ਤੱਕ ਸ਼ਾਇਦ ਉਹ ਪਹੁੰਚ ਜਾਣਗੇ। 3 ਮਹੀਨੇ ਪਹਿਲਾਂ ਫਾਈਲ ਨੰਬਰ ਆ ਗਿਆ ਤੇ ਅਸੀਂ ਲਾਈਨ 'ਚ ਲੱਗੇ ਹੋਏ ਆ, ਸਾਨੂੰ ਪਤਾ ਕੋਈ ਗਲਤ ਹੈ ਨਹੀਂ, ਜੈਨੂਇਨ ਸ਼ਾਦੀ ਆ, ਜੈਨੂਇਨ ਕੇਸ ਚੱਲਦਾ ਪਿਆ ਹੈ ਨਾ। ਸੋ ਮੈਂ ਐਵੇਂ ਬੌਦਰ ਕਰੀ ਜਾਵਾਂ ਉਹ ਵੀ ਕੋਈ ਗੱਲ ਨਹੀਂ ਬਣਦੀ। ਹਾਂ ਕਿਸੇ ਵੇਲੇ ਫੋਨ ਜ਼ਰੂਰ ਕਰਨਾ ਪੈਂਦਾ, ਵੇਖਿਓ ਯਾਰ ਕੁਝ ਮਤਲਬ ਆਫਿਸ ਖੁੱਲ੍ਹੇ ਆ ਕਿ ਨਹੀਂ, ਮਤਲਬ ਹੈ ਨਾ। ਉਹ ਇਨਕੁਆਇਰੀ ਪਾਉਣਾ ਕੋਈ ਮਾੜੀ ਗੱਲ ਨਹੀਂ, ਪਰ ਮੈਂ ਫੋਰਸ ਕਰਾਂ ਤਾਂ ਉਹ ਮੇਰੇ ਖਿਆਲ ਦੇ ਵਿੱਚ ਸਿਸਟਮ ਦੀ ਦੁਰਵਰਤੋਂ ਹੁੰਦੀ ਹੈ ਜਾਂ ਆਪਣੇ ਅਹੁਦੇ ਦੀ ਵੀ ਦੁਰਵਰਤੋਂ ਹੁੰਦੀ ਹੈ। ਜੇ ਰੂਟੀਨ ਦੇ ਵਿੱਚ ਕੰਮ ਹੋ ਜਾਣਾ, ਮਹੀਨਾ ਹੋਰ ਲੱਗ ਜੂ, 1.5 ਲੱਗ ਜੂ, 2 ਲੱਗ ਜੂ, ਜਦੋਂ ਪ੍ਰੋਸੈਸ ਦੇ ਵਿੱਚ ਕੰਮ ਚੱਲਦਾ ਪਿਆ, ਜਦੋਂ ਕੋਈ ਅੜ ਜਾਵੇ ਤੇ ਫਿਰ ਮੇਰੇ ਖਿਆਲ ਦੇ ਵਿੱਚ ਮੈਂਬਰ ਪਾਰਲੀਮੈਂਟ ਪੁੱਛਗਿੱਛ ਕਰ ਸਕਦਾ ਵੀ ਕੀ ਇਹ ਠੀਕ ਹੈ, ਉਹਨੂੰ ਲੱਗਦਾ ਉਹਦੇ ਵਾਸਤੇ ਕੋਈ ਸਪੋਰਟ ਲੈਟਰ ਹੁੰਦਾ ਜਾਂ ਸਹਿਯੋਗ ਲੈਟਰ ਹੁੰਦਾ, ਮੈਨੂੰ ਅਜੇ ਤੱਕ ਪਤਾ ਨਹੀਂ ਕਿਉਂਕਿ ਮੈਂ ਅਜੇ ਤੱਕ ਇਹੋ ਜਿਹੇ ਕੰਮ ਕਰਵਾਏ ਨਹੀਂ। ਸ਼ਾਇਦ ਤੁਸੀਂ ਹਾਮੀ ਭਰ ਸਕਦੇ ਹੋ ਮੇਰੀ ਇਸ ਗੱਲ ਦੀ। ਹਾਂਜੀ ਨਹੀਂ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀਰ ਜੀ ਕਿ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ। ਕਦੀ ਜਿਹੜੇ ਫਾਈਲ ਤੇ ਡਿਪੈਂਡ ਕਰਦਾ, ਜਿੱਦਾਂ ਤੁਸੀਂ ਆਪਣੀ ਫਾਈਲ ਤੇ ਡਿਸਕ੍ਰਾਈਬ ਕੀਤਾ ਆ, ਸਮ ਫਾਈਲਸ ਵੈਰੀ ਸਟ੍ਰੇਟ ਫੋਰਵਰਡ ਕੰਮ ਹੋ ਜਾਂਦੇ ਆ, ਕਦੀ ਫਾਈਲਾਂ 'ਚ ਪ੍ਰੋਬਲਮ ਆ ਜਾਂਦੀ ਹੈ ਤਾਂ ਜ਼ਿਆਦਾ ਸਮਾਂ ਲੱਗਦਾ ਆ। ਪਰ ਓਵਰਆਲ ਜਿਹੜੇ ਆਪਣੇ ਹੈਗੇ ਐਕਸੈਪਟੈਂਸ ਰੇਟ ਵਧੇ ਆ, ਵੀਜ਼ੇ ਜ਼ਿਆਦਾ ਮਿਲੇ ਆ, ਘਟੇ ਨਹੀਂ, ਓਵਰਆਲ ਇਮੀਗ੍ਰੇਸ਼ਨ ਵਧੀ ਆ, ਘਟੀ ਨਹੀਂ। ਸੋ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਇਸ ਸਿਸਟਮ ਨੂੰ ਇੰਪਰੂਵ ਕਰਨ 'ਚ, ਪਰ ਇਸ ਗੱਲ ਨਾਲ ਮੈਂ ਜ਼ਰੂਰ ਸਹਿਮਤ ਹੈਗਾ ਆ ਕਿ ਸਾਨੂੰ ਹੋਰ ਇੰਪਰੂਵਮੈਂਟਸ ਕਰਨ ਦੀ ਲੋੜ ਆ ਜੀ। ਚਲੋ ਸੈਕੰਡ ਲਾਸਟ ਕਾਲ, ਵੈਲਕਮ ਜੀ। ਕੱਟ ਗਏ, ਚਲੋ ਅਗਲੀ ਕਾਲ। ਹੈਲੋ ਹਾਂਜੀ ਹੈਲੋ ਦਿਲਬਾਗ ਜੀ, ਸੁਸ਼ਰ ਬੋਲਦਾ। ਆਹੋ ਸਰਦਾਰ ਸਾਹਿਬ ਵੈਲਕਮ ਜੀ ਆਇਆਂ ਨੂੰ। ਸੋ ਨਾਈਸ ਆਫ। ਪਹਿਲੀ ਤਾਂ ਮੈਂ ਨਵਦੀਪ ਹੋਰਾਂ ਨੂੰ ਬਹੁਤ ਸ਼ਾਬਾਸ਼ ਦਿੰਦਾ ਔਰ ਇਹਨਾਂ ਨੂੰ ਹਮੇਸ਼ਾ ਹੀ ਮਿਸ ਕੀਤਾ ਜਾਏਗਾ ਜੀ। ਡੈਫੀਨਿਟਲੀ ਵੀ ਆਰ ਰੀਅਲੀ ਪ੍ਰਾਊਡ ਆਫ ਹਿਮ। ਹੀ ਡਿਡ ਅ ਵੰਡਰਫੁਲ ਜੌਬ। ਹੀ ਡਿਡ ਹਿਸ ਬੈਸਟ। ਜਿੰਨਾ ਵੀ ਅਸੀਂ ਕਹਿ ਸਕਦੇ, ਹੀ ਨੋਜ਼ ਮੀ ਵੈਰੀ ਵੈਲ। ਅਸੀਂ 40 ਸਾਲਾਂ ਤੋਂ ਵਕਤ ਦੇ ਸਮੇਂ ਤੋਂ ਇਹਦੇ ਪੇਰੈਂਟਸ ਨਾਲ, ਇਹਦੇ ਇਨ-ਲਾਜ਼ ਦੇ ਨਾਲ ਮੇਰੀ ਦੋਸਤੀ ਆ
ਔਰ ਨਵਦੀਪ ਹਰਾਣਾ ਮੇਰੀ ਰਿਸ਼ਤੇਦਾਰੀ 'ਚ ਵੀ ਹੈ, ਪਰ ਫਿਰ ਵੀ ਕੰਜ਼ਰਵੇਟਿਵ ਹੋਣ ਦੇ ਬਾਵਜੂਦ ਮੈਂ ਓਪਨਲੀ ਇਹਨਾਂ ਦੀ ਸਪੋਰਟ ਕੀਤੀ ਸੀ ਕਿਉਂਕਿ ਇਹ ਵਿਜ਼ਨਰੀ ਬੰਦੇ। ਮੈਂ ਉੱਥੇ ਆਉਣ ਲੱਗਾ ਸੀਗਾ ਵੀ ਤੁਸੀਂ ਕੰਜ਼ਰਵੇਟਿਵ ਹੋ, ਇਹ ਲਿਬਰਲ ਨੇ, ਤੇ ਦੇ ਨੋਜ਼ ਮੀ 40 ਇਅਰਸ ਤੋਂ ਮੈਂ ਮਤਲਬ ਕੰਜ਼ਰਵੇਟਿਵ ਆ, ਪਰ ਮੈਂ ਇਹਦੀ ਇਲੈਕਸ਼ਨ 'ਚ ਵੀ ਕਿਹਾ ਸੀ ਵੀ ਮੈਂ ਇਕੱਲੇ ਨਵਦੀਪ ਬੈਂਸ ਦੀ ਸਪੋਰਟ ਕਰਨੀ ਆ। ਔਰ ਇਹਦੇ ਨਾਲ ਜਿਹੜੇ, ਕਿਉਂਕਿ ਅਸੀਂ ਨਾ ਪੰਜਾਬ ਦੀ ਸਿਆਸਤ ਤੋਂ ਬੜਾ ਕੁਝ ਸਿੱਖਿਆ ਸੀਗਾ, ਅਸੀਂ ਅੱਖਾਂ ਮੀਚ ਕੇ ਅਕਾਲੀਆਂ ਨਾਲ ਤੁਰੇ ਰਹੇ ਤੇ ਜਿੰਨਾ ਬੇੜਾ ਗਰਕ ਉਹਨਾਂ ਨੇ ਸਾਡਾ ਕੀਤਾ ਤੇ ਉਹਨੇ ਕਿਸੇ ਨਾ ਕੀਤਾ। ਇੱਥੇ ਆ ਕੇ ਮੈਂ ਇਹ ਡਿਸੀਜਨ ਕੀਤਾ ਵੀ ਜਿਹੜੇ ਚੰਗੇ ਬੰਦੇ ਕਿਸੇ ਵੀ ਪਾਰਟੀ ਹੋਣ ਉਹਦੇ ਨਾਲ ਤੁਸੀਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲੋ। ਬਹੁਤ ਵਧੀਆ ਗੱਲ ਕਹੀ ਤੁਸੀਂ। ਮੈਂ ਇਹਨਾਂ ਨੂੰ ਈਵਨ ਇਹਨਾਂ ਦੇ ਘਰੋਂ ਵੀ ਇਹਨਾਂ ਦੀ ਮੈਸੇਜ ਨੂੰ ਇਹਨਾਂ ਦੇ ਫਾਦਰ ਨਾਲ ਮੋਰ ਦੈਨ 40 ਇਅਰਸ ਤੋਂ ਜ਼ਿਆਦਾ 44 ਇਅਰਸ ਤੋਂ ਸਾਡੇ ਸੰਬੰਧ ਹੈਗੇ ਆਪਸ। ਔਰ ਪਰ ਇਹਨਾਂ ਨੂੰ ਹਮੇਸ਼ਾ ਮਿਸ ਕੀਤਾ ਜਾਏਗਾ। ਮੈਂ ਇਹਨਾਂ ਨੇ ਬਹੁਤ ਅੱਛਾ ਡਿਸੀਜਨ ਲਿਆ ਕਿਉਂਕਿ ਇਸ ਵੇਲੇ ਬੱਚਿਆਂ ਦੇ ਨਾਲ ਵੀ ਟਾਈਮ ਸਪੈਂਡ ਕਰਨਾ ਬਹੁਤ ਲਾਜ਼ਮੀ ਆ, ਕਿਉਂਕਿ ਅਸੀਂ ਉਸ ਟਾਈਮ 'ਚ ਲੰਘੇ, ਅਸੀਂ ਆਪਣੇ ਬੱਚਿਆਂ ਨੂੰ ਉਹ ਟਾਈਮ ਨਹੀਂ ਸੀ ਦੇ ਸਕੇ। ਹੁਣ ਮੈਂ ਕਈ ਵਾਰੀ ਦੇਖਿਆ ਕਈ ਫੰਕਸ਼ਨਾਂ ਦੇ ਵਿੱਚ ਕਈ ਵਾਰੀ ਨਦੀ ਵਾਰੀ ਥੋੜੇ ਚਿਰ ਲਈ ਆਉਂਦੇ ਤਾਂ ਝੱਟ ਚਲੇ ਜਾਂਦੇ, ਕਈ ਵਾਰੀ ਇਹਨਾਂ ਦੇ ਘਰੋਂ ਹੀ ਬੱਚਿਆਂ ਨੂੰ ਲੈ ਕੇ ਵਿਚਾਰੀ ਉਹ ਫੰਕਸ਼ਨ 'ਚ ਆਉਂਦੀ ਆ। ਸੋ ਕਿਡਸ ਨੀਡ ਬੋਥ ਪੇਰੈਂਟਸ। ਔਰ ਮੈਂ ਇਹਨਾਂ ਨੂੰ ਹਮੇਸ਼ਾ ਇੱਕੋ ਹੀ ਚੀਜ਼ ਮੈਂ ਕਹਿਣਾ ਵੀ ਨਵਦੀਪ ਜੀ ਤੁਸੀਂ ਹਮੇਸ਼ਾ, ਤੁਹਾਨੂੰ ਅਸੀਂ ਮਿਸ ਕਰਾਂਗੇ ਜੀ। ਤੁਸੀਂ ਜਿੰਨਾ ਵੀ ਕੰਮ ਕੀਤਾ ਬਹੁਤ ਸ਼ਲਾਘਾਯੋਗ ਕੀਤਾ ਔਰ ਬਿਲਕੁਲ ਨਿਰਪੱਖ ਹੋ ਕੇ ਤੁਸੀਂ ਇਹ ਜੌਬ ਕੀਤੀ ਔਰ ਵੰਡਰਫੁਲ। ਵੀ ਹੈਵ ਸੋ ਮਚ ਪ੍ਰਾਊਡ ਐਂਡ ਬੱਚਿਆਂ ਨੇ ਬਹੁਤ ਕੁਝ ਤੁਹਾਡੇ ਤੋਂ ਸਿੱਖਿਆ ਆਉਣ ਲੱਗੇ। ਔਰ ਸਭ ਤੋਂ ਵੱਡੀ ਚੀਜ਼ ਹੈ, ਸਭ ਕੁਝ ਹੁੰਦਾ ਯੂ ਆਰ ਨੈਕਸਟ ਟੂ ਦਾ ਪ੍ਰਾਈਮ ਮਿਨਿਸਟਰ ਬੇਸਿਕਲੀ। ਡੈਫੀਨਿਟਲੀ। ਔਰ ਇਹ ਆਸ ਲਾਈ ਜਾਂਦੀ ਸੀ ਉਹਨੂੰ ਤੁਸੀਂ ਛੱਡ ਕੇ ਦੂਜਿਆਂ ਵਾਸਤੇ ਵੀ ਇਹ ਜਗ੍ਹਾ ਛੱਡੀ ਆ ਵੀ ਤੁਸੀਂ ਜੱਫਾ ਨਹੀਂ ਮਾਰਨਾ। ਆਈ ਨੋ ਯੂ ਕੈਨ ਮੇਕ ਮਚ ਮੋਰ better future in your line because you are a very qualified person and finance ਦੇ ਵਿੱਚ ਤੁਹਾਡੀ ਮਿਸਿਸ ਚਾਰਟਰਡ ਅਕਾਊਂਟੈਂਟ ਆ, ਉਹ ਫਾਈਨਾਂਸ ਦੇ ਵਿੱਚ ਆ, ਤੁਹਾਡੇ ਫਾਦਰ ਬਿਜ਼ਨਸਮੈਨ ਆ, ਮਤਲਬ ਵੀ ਆਰ ਬਿਗ ਸਰਕਲ। ਤੇ ਫਿਰ ਮੈਂ ਬਹੁਤਾ ਜ਼ਿਆਦਾ ਨਾ ਕਹਿੰਦਾ ਹੋਇਆ ਤੁਹਾਨੂੰ ਇਹੀ ਕਹਿੰਦਾ ਵੀ ਤੁਹਾਨੂੰ ਹਮੇਸ਼ਾ ਹੀ ਮਿਸ ਕੀਤਾ ਜਾਏਗਾ ਕੈਨੇਡੀਅਨ ਪੋਲਿਟਿਕਸ ਦੇ ਵਿੱਚੋਂ। ਐਂਡ ਯੂ ਹੈਵ ਅ ਵੈਰੀ ਗੁੱਡ ਵਿਸ਼ੇਸ ਫॉर ਯੋਰ ਫਿਊਚਰ। ਥੈਂਕ ਯੂ ਸਰਦਾਰ ਸ਼ਮਸ਼ੇਰ ਸਿੰਘ ਜੀ ਡੇ ਫਸਟ। ਥੈਂਕ ਯੂ ਵੈਰੀ ਮਚ ਅੰਕਲ ਜੀ। ਤੁਸੀਂ ਬੜੇ ਵੈਰੀ ਨਾਈਸ ਕੰਪਲੀਮੈਂਟ। ਐਂਡ ਤੇ ਨਿਚੋੜ ਅੰਕਲ ਜੀ ਇੱਥੇ ਨਿਕਲਦਾ ਹੈ ਕਿ ਮੈਨੂੰ ਬਹੁਤ ਹੀ ਵਧੀਆ ਮੌਕਾ ਮਿਲਿਆ। ਤੁਸੀਂ ਬਿਲਕੁਲ ਠੀਕ ਕਿਹਾ ਹੈ। ਜਦੋਂ ਤੁਸੀਂ ਮੈਂਸ਼ਨ ਕਰਦੇ ਸੀ ਮੇਰੀ ਬੇਟੀਆਂ ਬਾਰੇ, ਤੁਸੀਂ ਵੀ ਚਾਵਲਾ ਸਾਹਿਬ ਦੇਖਿਆ ਹੋਣਾ ਫੰਕਸ਼ਨ ਤੇ, ਜਦੋਂ ਥੋੜ੍ਹੀਆਂ ਵੱਡੀਆਂ ਹੋਣ ਲੱਗੀਆਂ ਮੈਂ ਨਾਲ ਲਾ ਕੇ ਆਉਂਦਾ ਸੀਗਾ। ਸੋ ਇੱਥੇ ਫੈਮਿਲੀ ਦਾ ਵੀ ਸੈਕਰੀਫਾਈਸ ਇੱਕ ਹਿੱਸਾ ਹੁੰਦਾ ਹੈ। ਤੁਸੀਂ ਪਹਿਲਾਂ ਵੀ ਗੱਲ ਛੇੜੀ ਸੀਗੀ, ਅਸੀਂ ਪਹਿਲਾਂ ਵੀ ਵਿਚਾਰ ਕਰਦੇ। ਇੱਕ ਸਿਮਿਲਰ ਹੈਗਾ ਵਾ 29 ਅਪ੍ਰੈਲ 1997 ਤੋਂ ਸਾਡੇ ਨਾਲ ਜੁੜੇ ਹੋਏ ਨੇ ਆਪਣੇ ਸਰਦਾਰ ਸ਼ਮਸ਼ੇਰ ਸਿੰਘ ਜੀ। ਡੇ ਫਸਟ ਤੋਂ 24 ਸਾਲ ਹੋ ਜਾਣੇ ਅਗਲੇ ਸਾਲ। ਤੇ ਜਦੋਂ ਅਸੀਂ 25ਵੀਂ ਐਨੀਵਰਸਰੀ ਬਣਾਈ ਸੀਗੀ, ਤੁਹਾਨੂੰ ਇਨਵੀਟੇਸ਼ਨ ਦਿੱਤਾ ਸੀ, ਉਸ ਦਿਨ ਤੁਸੀਂ ਆਪਣੇ ਘਰ ਦੇ ਵਿੱਚ, ਮੈਨੂੰ ਨਹੀਂ ਪਤਾ ਉਹ ਡੇ ਸੀਗਾ ਤੁਹਾਡੀ ਬੇਟੀ ਦਾ ਬਰਥਡੇ ਦਾ ਜਾਂ ਅਗਲਾ ਡੇ ਆ, ਜਾਂ ਉਸ ਦਿਨ ਤੁਸੀਂ ਐਕਸਕਿਊਜ਼ ਕੀਤਾ ਸੀ ਕਿ ਮੈਂ 25ਵੀਂ ਤੇ ਨਹੀਂ ਆ ਸਕਦਾ ਕਿਉਂਕਿ ਮੇਰੇ ਘਰੇ ਆਪਣੀ ਬੇਟੀ ਦਾ ਇੱਕ ਕੋਈ ਜਨਮ ਦਿਨ ਆ ਜਾਂ ਮੈਂ ਕੇਕ ਕੱਟਣਾ ਜਾਂ ਕੋਈ ਪਾਰਟੀ ਜਾਂ ਸਮਥਿੰਗ ਲਾਈਕ ਦੈਟ ਸੀ। ਦੈਟਸ ਰਾਈਟ ਨੋ। ਸੋ ਮੇਰਾ ਭਾਵ ਕਹਿਣ ਦਾ ਹੈ ਕਿ ਸੈਕਰੀਫਾਈਸ ਹਰ ਜੌਬ 'ਚ ਹੁੰਦੀ ਆ। ਕੋਈ ਰਿਗਰੈਟਸ ਨਹੀਂ, ਮੈਂ ਇਹ ਨਹੀਂ ਰਿਗਰੈਟ ਕਰਦਾ। ਜਿਹੜਾ ਪਿਛਲੇ 17 ਸਾਲ ਲੰਘੇ ਬਹੁਤ ਹੀ ਵਧੀਆ ਲੰਘੇ ਆ, ਕੋਈ ਕੰਪਲੇਂਟ ਨਹੀਂ। ਬਟ ਬੰਦੇ ਨੂੰ ਸੋਚ ਕੇ ਬੰਦਾ ਅਗਲਾ ਕਦਮ ਚੁੱਕਦਾ ਆ। ਸੋ ਬੱਚਿਆਂ ਨੂੰ ਸੋਚ ਕੇ ਅਗਲਾ ਕਦਮ ਚੁੱਕਿਆ ਆ। ਪਰ ਮੈਂ again ਅੰਕਲ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਆ। ਠੀਕ ਹੈ, ਕੰਜ਼ਰਵੇਟਿਵ ਪਾਰਟੀ ਨੂੰ ਸਪੋਰਟ ਕਰਦੇ ਆ, ਪਰ ਇਹਨਾਂ ਨੇ ਹਮੇਸ਼ਾ ਹੀ ਮੈਨੂੰ ਚੰਗੀ ਸਲਾਹ ਦਿੱਤੀ, ਚੰਗੇ ਮੇਰੇ ਨਾਲ ਵਿਚਾਰ ਸਾਂਝੇ ਕੀਤੇ ਆ। and I really appreciate his comments. ਸੋ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ। ਅਸੀਂ ਤੁਹਾਡੇ ਨਾਲ ਸਮੇਂ ਦਰ ਸਮੇਂ ਫਿਰ ਜਿਹੜਾ ਹੈ ਜੁੜਦੇ ਰਵਾਂਗੇ। ਜੇ ਕੋਈ ਬਿਜ਼ਨਸ ਸ਼ੁਰੂ ਕਰੋਗੇ ਡੈਫੀਨੇਟਲੀ ਫਿਰ ਅਸੀਂ ਤੁਹਾਡੀ ਐਡਵਰਟਾਈਜ਼ਮੈਂਟ ਜ਼ਰੂਰ ਲਗਾਵਾਂਗੇ। ਔਰ ਤੁਹਾਡਾ ਬਹੁਤ ਧੰਨਵਾਦ ਸਮਾਂ ਦੇਣ ਲਈ। ਔਰ ਸਨ 2004 ਤੋਂ ਹੁਣ ਤੱਕ ਤੁਸੀਂ ਹੁਣ ਜੇ ਐਜ਼ ਏ ਮੈਂਬਰ ਪਾਰਲੀਮੈਂਟ ਹੋ, ਕੈਬਨਿਟ ਦੇ ਵਿੱਚ ਨਹੀਂ ਹੋ, ਤਾਂ ਵੀ ਤੁਸੀਂ ਆਪਣਾ ਸਮਝ ਕੇ ਸਾਨੂੰ ਫੋਨ ਕੀਤਾ ਕਿ ਅਸੀਂ ਉਸ ਪ੍ਰੋਗਰਾਮ 'ਤੇ ਆ ਕੇ ਇੰਟਰਵਿਊ ਕਰਨੀ ਹੈ। ਅਤੇ ਅਸੀਂ ਦਰਵਾਜ਼ੇ ਖੁੱਲ੍ਹੇ ਨੇ ਸਾਡੇ ਵਾਸਤੇ, ਹਮੇਸ਼ਾ ਹੀ ਤੁਹਾਡੇ ਵਾਸਤੇ ਤੁਸੀਂ ਖੁੱਲ੍ਹੇ ਰੱਖੇ ਅਤੇ ਅਸੀਂ ਤੁਹਾਡੇ ਵਾਸਤੇ ਜੀ ਆਇਆਂ ਨੂੰ ਜਦੋਂ ਮਰਜ਼ੀ ਵੈਲਕਮ। ਅਤੇ ਬਹੁਤ ਸ਼ੁਕਰੀਆ। ਚੜ੍ਹਦੀ ਕਲਾ 'ਚ ਰਹੋ, ਸੇਫ ਰਹੋ, ਸਟੇ ਐਟ ਹੋਮ। ਸਾਡੇ ਓਨਟਾਰੀਓ ਦੇ ਸੂਬੇ ਦੇ ਮੁੱਖ ਮੰਤਰੀ ਦਾ ਬਾਰ ਇਹ ਬਿਆਨ ਆ ਰਿਹਾ ਐਜ਼ ਏ ਕੋਵਿਡ-19 ਦੇ ਆਖਰੀ ਫਿਊ ਸੈਕਿੰਡ ਦੇ ਵਿੱਚ। ਤੁਸੀਂ ਵੀ ਬੇਨਤੀ ਕਰ ਦਿਓ ਕਿਉਂਕਿ ਕੇਸ ਬੜੇ ਵੱਧ ਰਹੇ ਨੇ, ਚਿੰਤਾ ਦੇ ਵਿੱਚ ਹੈ ਕੈਨੇਡਾ ਸਰਕਾਰ ਵੀ। ਮੌਂਟਰੀਅਲ ਤੋਂ ਵੀ ਕੁਝ ਇਹੋ ਜਿਹੀਆਂ ਖਬਰਾਂ ਜਿਹੀਆਂ ਆ ਰਹੀਆਂ ਨੇ ਕਿ ਐਮਰਜੈਂਸੀ ਬੜੀ ਉੱਥੇ ਤਰਥੱਲੀ ਮਚਾਈ ਹੋਈ ਹੈ ਕੋਵਿਡ-19 ਨੇ ਵਰਲਡ ਵਾਈਡ। ਆਪਣੇ ਵੱਲੋਂ ਤੁਸੀਂ ਇੱਕ ਵਾਰੀ ਜ਼ਰੂਰ ਰਿਕੁਐਸਟ ਕਰ ਦਿਓ ਕਿ ਸਟੇ ਐਟ ਹੋਮ, ਬੀ ਸੇਫ। ਹਾਂਜੀ, ਦੋਸਤਾਂ ਮਿੱਤਰਾਂ ਨਾਲ ਰਹੋ, ਖੁਸ਼ ਰਹੋ। ਹਾਂਜੀ ਬਿਲਕੁਲ ਜੀ। ਲੋਕ ਮੈਂ ਵੀ ਅਨਾਊਂਸ ਕੀਤਾ ਸੀਗਾ, ਪਰ ਮੈਂ ਘਰੋਂ ਅਨਾਊਂਸ ਕੀਤਾ
ਘਰੇ ਰਹਿ ਰਹੇ ਹਾਂ ਜੀ ਇੱਥੇ ਬੇਟੀਆਂ ਦੇ ਨਾਲ, ਵਾਈਫ ਦੇ ਨਾਲ। ਮੈਨੂੰ ਪਤਾ ਔਖਾ ਆ, ਬਟ ਸਾਨੂੰ ਇਹ ਫੋਲੋ ਕਰਨੇ ਚਾਹੀਦੇ ਰੂਲ, ਕਿਉਂਕਿ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਹੈ ਸਾਡੇ ਹਸਪੀਟਲ 'ਚ ਪ੍ਰੋਬਲਮ ਆ ਰਹੀਆਂ, ਸਾਡੀ ਇੰਟੈਂਸਿਵ ਕੇਅਰ ਯੂਨਿਟਸ ਦੇ ਵਿੱਚ ਗਿਣਤੀ ਵੱਧ ਰਹੀ ਆ, ਲੋਕ ਹੋਰ ਕੇਸ ਵੱਧ ਰਹੇ ਆ, ਜਾਨਾਂ ਨੂੰ ਖਤਰਾ ਆ। ਸੋ ਸਾਰਿਆਂ ਨੂੰ ਇਹੀ ਬੇਨਤੀ ਆ, ਫੋਲੋ ਦ ਰੂਲ। ਜੋ ਵੀ ਹੈਲਥ ਅਫੀਸ਼ੀਅਲਸ ਕਹਿ ਰਹੇ ਆ, ਉਹ ਹੈਲਥ ਅਫੀਸ਼ੀਅਲਸ ਦੇ ਜਿਹੜੇ ਰੂਲਸ ਆ ਉਹਨਾਂ ਨੂੰ ਜ਼ਰੂਰ ਫੋਲੋ ਕਰੋ। ਸੋ ਬੱਚੇ ਖੁਸ਼ ਨੇ ਹੁਣ? ਯਾਹੂ ਡੈਡ ਹਾਂ, ਅੱਜ ਕੋਈ ਸ਼ੱਕ ਦੀ ਗੱਲ ਨਹੀਂ, ਅੱਜ ਬਹੁਤ ਖੁਸ਼ ਸੀਗੇ ਜੀ। ਬੱਚੇ ਵੀ ਖੁਸ਼ ਹੈ ਤੇ ਮੈਂ ਵੀ ਖੁਸ਼ ਹਾਂ, ਸੱਚੀ ਗੱਲ ਦੱਸਾਂ ਅਸੀਂ ਦੋਨੇ ਖੁਸ਼। ਸੋ ਹਾਊ ਅਬਾਊਟ ਜਿਨ੍ਹਾਂ ਨੂੰ ਯੂਨੀਵਰਸਿਟੀ 'ਚ ਮਿਲੇ ਸੀ? ਹਾਂਜੀ, ਜਿਨ੍ਹਾਂ ਨੂੰ ਯੂਨੀਵਰਸਿਟੀ 'ਚ ਮਿਲੇ ਸੀ ਉਹ ਵੀ ਖੁਸ਼ ਨੇ? ਹਾਂਜੀ, ਵਾਈਫ ਵੀ ਖੁਸ਼ ਹੈ ਜੀ। ਬਿਲਕੁਲ ਬਿਲਕੁਲ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ, ਬੈਸਟ ਆਫ ਲੱਕ। ਥੈਂਕ ਯੂ ਜੀ, ਥੈਂਕ ਯੂ ਜੀ। ਇਹ ਸਨ ਜੀ ਨਵਦੀਪ ਬੈਂਸ, ਸਾਡੇ ਛੋਟੇ ਬ੍ਰਦਰ। ਸਾਡੇ ਨਾਲ 2004 ਤੋਂ ਜਦੋਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਸਨ। ਸਾਡੇ ਪ੍ਰੋਗਰਾਮ ਰੰਗਲਾ ਪੰਜਾਬ ਤੁਹਾਡਾ ਜਿਹੜਾ ਆਪਣਾ ਇਹਦੇ ਵਿੱਚ ਪਹਿਲੀ ਵਾਰ ਆਏ ਸਨ। ਕੁਝ ਕੁਐਸਚਨ ਨੇ ਜਿਹੜੇ ਐਲੀਗੇਸ਼ਨ ਤੁਸੀਂ ਅਜੇ ਵੀ ਸਟਿਲ ਜਿਹੜੇ ਨੇ ਉਹ ਸਵਾਲਾਂ ਦੇ ਦਾਇਰੇ 'ਚ ਰਹਿਣਗੇ। ਇਹਦਾ ਤਾਂ ਕਈ ਸਾਲ ਲੱਗ ਜਾਣਗੇ ਸ਼ਾਇਦ ਜਵਾਬ ਦਿੰਦਿਆਂ ਨੂੰ। ਜੇ ਐਲੀਗੇਸ਼ਨ ਤੇ ਐਲੀਗੇਸ਼ਨ ਹੀ ਰਹਿਣਗੇ, ਮੈਨੂੰ ਲੱਗਦਾ ਕਿ ਇੱਥੋਂ ਦਾ ਜਿਹੜਾ ਮੀਡੀਆ ਉਹ ਹੋਰ ਵੀ ਖੋਜ ਕਰੇਗਾ। ਜਦੋਂ ਕੋਈ ਖਬਰ ਆਵੇਗੀ ਅਸੀਂ ਆਪਣਾ ਫਰਜ਼ ਜ਼ਰੂਰ ਨਿਭਾਵਾਂਗੇ, ਅਤੇ ਜੇ ਲੋੜ ਪਈ ਤਾਂ ਨਵਦੀਪ ਉਹਨਾਂ ਨੂੰ ਜ਼ਰੂਰ ਲਿਆ ਕੇ ਇਹਦਾ ਸਪਸ਼ਟੀਕਰਨ ਲਿਆ ਜਾਵੇਗਾ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ ਕਿ ਨਹੀਂ, ਮੈਂ ਬਿਲਕੁਲ ਕਲੀਅਰ ਹਾਂ, ਪਾਕ ਹਾਂ, ਕੋਈ ਇਹੋ ਜਿਹਾ ਸਕੈਂਡਲ ਹੈ ਨਹੀਂ, ਰੱਬ ਕਰੇ ਨਾ ਹੀ ਹੋਵੇ। ਅਤੇ ਆਪਣੇ ਪਰਿਵਾਰ ਦੇ ਵਿੱਚ ਜਿਸ ਤਰੀਕੇ ਨਾਲ ਪਰਿਵਾਰ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਉਹਨਾਂ ਨੇ ਏਡੇ ਉੱਚੀ ਰੁਤਬੇ ਦੇ ਉੱਤੇ ਜਿਹੜਾ ਸੀ ਉਹ ਆਪਣਾ ਅਸਤੀਫਾ ਦਿੱਤਾ ਹੈ। ਰਾਜਨੀਤੀ ਤੋਂ ਫਿਲਹਾਲ ਸੰਨਿਆਸ ਨਹੀਂ ਲਿਆ, ਔਰ ਇੱਥੇ ਆਪਣੇ ਬੱਚਿਆਂ ਦੇ ਨਾਲ, ਪਰਿਵਾਰ ਦੇ ਨਾਲ ਉਹ ਇੰਜੋਏ ਕਰ ਰਹੇ ਨੇ। ਸਾਡੇ ਵੱਲੋਂ ਉਹਨਾਂ ਵਾਸਤੇ, ਉਹਨਾਂ ਦੇ ਪਰਿਵਾਰ ਵਾਸਤੇ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ। ਅਤੇ ਲਓ ਬ੍ਰੇਕ ਤੋਂ ਬਾਅਦ ਜੁੜਦੇ ਹਾਂ ਪੰਜਾਬ ਦੇ ਨਾਲ। ਸੁਣਦੇ ਰਹਿਣਾ, ਸੁਣਾਉਂਦੇ ਰਹਿਣਾ। ਚਾਵਲਾ ਨਿਊਜ਼ ਨੈਟਵਰਕ, ਟੋਰਾਂਟੋ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।